ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਦਾ ਸਵਾਗਤ ਹੈ ਗੁਰਮਤਿ ਕਾਲਜ ਦੇ ਇਸ ਸ਼ਾਰਟ ਟਰਮ ਗੁਰੂ ਗ੍ਰੰਥ ਸਾਹਿਬ ਅਧਿਐਨ ਕੋਰਸ ਦੇ ਵਿੱਚ। ਆਪਾਂ ਸਾਰੇ ਇਸ ਕੋਰਸ ਦੇ ਰਾਹੀਂ ਗੁਰਮਤਿ ਦੇ ਵੱਖ-ਵੱਖ ਵਿਸ਼ਿਆਂ ਦੇ ਉੱਤੇ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ। ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹ ਧਰਮ ਦਾ ਵੀ ਹੈ, ਸਾਡਾ ਨਿੱਜੀ ਵਿਸ਼ਾ ਵੀ ਹੈ, ਸਾਡੇ ਸਮਾਜ ਦਾ ਵਿਸ਼ਾ ਵੀ ਹੈ। ਅੱਜ ਸਾਡਾ ਵਿਸ਼ਾ ਹੈ ਪੰਜਾਬੀ ਬੋਲੀ ਬਾਰੇ। ਅਸੀਂ ਆਪਣੀ ਮਾਂ ਬੋਲੀ ਪੰਜਾਬੀ ਤੋਂ ਆਹਿਸਤਾ ਆਹਿਸਤਾ ਦੂਰ ਹੁੰਦੇ ਜਾ ਰਹੇ ਹਾਂ। ਪੀੜ੍ਹੀ ਦਰ ਪੀੜ੍ਹੀ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਬੱਚੇ ਕੁਝ ਅਸੀਂ ਕਿਉਂਕਿ ਪੰਜਾਬ ਤੋਂ ਬਾਹਰ ਰਹਿ ਰਹੇ ਹਾਂ, ਸਕੂਲਾਂ ਦੇ ਵਿੱਚ ਪੰਜਾਬੀ ਜ਼ਰੂਰੀ ਨਹੀਂ ਹੈ, ਜਾਂ ਹੈ ਤੇ ਉਹਨਾਂ ਕੋਲ ਵਿਦਿਆਰਥੀ ਨਹੀਂ ਨੇ, ਜਾਂ ਅਸੀਂ ਕਹਿ ਲਈਏ ਵੀ ਸਰਕਾਰਾਂ ਦੀਆਂ ਨੀਤਾਂ ਨਹੀਂ ਨੇ ਪੜ੍ਹਾਉਣ ਦੀਆਂ। ਕੋਈ ਵੀ ਅਸੀਂ ਗੱਲ ਕਹਿ ਸਕਦੇ ਹਾਂ, ਕਿਸੇ ਵੀ ਕਾਰਨ ਅਸੀਂ ਕਹਿ ਸਕਦੇ ਹਾਂ। ਕੁਝ ਸਾਡੇ ਆਪ ਨੂੰ ਲੱਗਦਾ ਹੈ, ਬੱਚਿਆਂ ਨੂੰ ਲੱਗਦਾ ਹੈ ਕਿ ਪੰਜਾਬੀ 'ਚ ਪੜ੍ਹ ਕੇ ਅੱਗੇ ਕਿਹੜਾ ਕੁਝ ਬਹੁਤ ਵਧੀਆ ਨੌਕਰੀ ਮਿਲ ਜਾਏਗੀ। ਅਸੀਂ ਆਪਣੇ ਆਪ ਬੜੇ ਸਾਰੇ ਇਸ ਤਰ੍ਹਾਂ ਦੇ ਖਿਆਲ ਪੈਦਾ ਕੀਤੇ ਨੇ, ਜਿਸ ਕਰਕੇ ਅਸੀਂ ਪੰਜਾਬੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਤੇ ਮੇਰੇ ਖਿਆਲ ਸ਼ਾਇਦ ਅਸੀਂ ਹੀ ਇੱਕੋ ਇੱਕ ਐਸੀ ਕੌਮ ਆ ਜਿਹੜੀ ਆਪਣੀ ਮਾਂ ਬੋਲੀ ਤੋਂ ਉਸ ਤਰੀਕੇ ਨਾਲ ਦੂਰ ਹੋ ਰਿਹਾ ਜਿਸ ਤਰੀਕੇ ਨਾਲ ਉਲਟਾ ਸਾਨੂੰ ਨੇੜੇ ਹੋਣਾ ਚਾਹੀਦਾ ਹੈ। ਕਿਤੇ ਦੂਜੀਆਂ ਕੌਮਾਂ ਵੱਲ ਵੇਖੀਏ, ਖਾਸ ਤੌਰ ਤੇ ਜਦੋਂ ਅਸੀਂ ਦੱਖਣੀ ਭਾਰਤ ਦੀ ਗੱਲ ਕਰਦੇ ਹਾਂ, ਸਾਊਥ ਇੰਡੀਆ ਦੀ ਗੱਲ ਕਰਦੇ ਹਾਂ, ਉੱਥੋਂ ਦੇ ਜਿਹੜੇ ਲੋਕ ਨੇ, ਜਿਹੜੇ ਜਿਹੜੇ ਸੂਬੇ ਵਿੱਚ ਰਹਿੰਦੇ ਨੇ, ਉਹ ਆਪਣੀ ਮਾਂ ਬੋਲੀ ਦੇ ਨਾਲ ਬੜਾ ਪਿਆਰ ਕਰਦੇ ਨੇ। ਤੁਸੀਂ ਉਹਨਾਂ ਦੀਆਂ ਦੁਕਾਨਾਂ 'ਤੇ ਲਿਖੇ ਉਹਨਾਂ ਦੇ ਬੋਰਡ ਦੇਖੋ, ਉਹ ਸਾਰੇ ਉਹਨਾਂ ਨੇ ਆਪਣੀ ਮਾਤ ਭਾਸ਼ਾ ਵਿੱਚ ਲਗਾਏ ਨੇ। ਸਾਡਾ ਸਾਰਾ ਕੰਮ ਅੰਗਰੇਜ਼ੀ ਵਿੱਚ ਤੇ ਬੋਲਚਾਲ ਹਿੰਦੀ ਵਿੱਚ। ਸਾਡੇ ਬੱਚੇ ਕੁਝ ਇਸ ਪੱਖੋਂ ਵੀ ਕਨਫਿਊਜ਼ਡ ਨੇ, ਬੜੇ ਵਿਚਾਰੇ ਪਰੇਸ਼ਾਨ ਨੇ ਕਿ ਅਸੀਂ ਉਹਨਾਂ ਨੂੰ ਪੜ੍ਹਾ ਤਾਂ ਇੰਗਲਿਸ਼ ਸਕੂਲਾਂ ਵਿੱਚ ਰਹੇ ਹਾਂ ਜਿੱਥੇ ਇੰਗਲਿਸ਼ ਮੀਡੀਅਮ ਹੈਗਾ, ਤੇ ਗੱਲਬਾਤ ਉੱਥੇ ਹਿੰਦੀ ਵਿੱਚ ਹੁੰਦੀ ਹੈ। ਘਰ 'ਚ ਅਸੀਂ ਚਾਹੁੰਦੇ ਹਾਂ ਕਿ ਬੱਚੇ ਪੰਜਾਬੀ ਬੋਲਣ, ਤੇ ਇਹ ਸਾਰਾ ਕੁਝ ਇਸ ਤਰੀਕੇ ਨਾਲ ਹੋ ਜਾਂਦਾ ਕਿ ਬੱਚੇ ਵਿਚਾਰੇ ਸੋਚਦੇ ਰਹਿ ਜਾਂਦੇ ਵੀ ਅਸੀਂ ਕੀ ਕਰੀਏ ਤੇ ਕੀ ਨਾ ਕਰੀਏ। ਤਾਂ ਸਾਨੂੰ ਇਹ ਚੀਜ਼ਾਂ ਤੋਂ ਬਚਣਾ ਹੈ। ਇੱਕ ਬੜਾ ਕਵੀ ਪੁਰਾਣਾ ਪੰਜਾਬੀ ਦਾ, ਉਹ ਕਹਿੰਦਾ, ਹਰਫ ਪੁੱਛੀ ਨਾ ਜਿਨ੍ਹਾਂ ਨੇ ਬਾਤ ਮੇਰੀ, ਵੇ ਮੈਂ ਬੋਲੀ ਹਾਂ ਉਹਨਾਂ ਪੰਜਾਬੀਆਂ ਦੀ। ਕਹਿੰਦਾ ਮੈਂ ਉਹਨਾਂ ਪੰਜਾਬੀਆਂ ਦੀ ਬੋਲੀਆਂ ਜਿਨ੍ਹਾਂ ਨੇ ਮੇਰੀ ਬਾਤ ਹੀ ਨਹੀਂ ਪੁੱਛੀ। ਅਸੀਂ ਆਪ ਹੀ ਆਪਣੀ ਬੋਲੀ ਤੋਂ ਦੂਰ ਹੋਣਾ ਸ਼ੁਰੂ ਹੋ ਗਏ। ਪੰਜਾਬ ਦੇ ਵਿੱਚ ਵੀ ਹਾਲਾਤ ਬੜੇ ਅਲੱਗ ਹੀ ਤਰ੍ਹਾਂ ਦੇ ਨਜ਼ਰ ਆਉਂਦੇ ਨੇ। ਉੱਥੇ ਵੀ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਵਾਲਿਆਂ ਨੂੰ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਬੜੀ ਹੈਰਾਨਗੀ ਵਾਲੀਆਂ ਗੱਲਾਂ ਨੇ। ਅਸੀਂ ਹੰਬਲਾ ਮਾਰਨਾ ਹੈ, ਅਸੀਂ ਆਪ ਆਪਣੇ ਆਪ ਨੂੰ ਇਸ ਪਾਸੇ ਲੈ ਕੇ ਜਾਣਾ ਹੈ। ਤੇ ਅੱਜ ਦੇ ਇਸ ਵਿਸ਼ੇ ਤੇ ਗੱਲ ਕਰਨ ਲਈ ਸਾਡੇ ਵਿੱਚ ਵੀਰ ਪ੍ਰਕਾਸ਼ ਸਿੰਘ ਜੀ ਨੇ। ਵੀਰ ਪ੍ਰਕਾਸ਼ ਸਿੰਘ ਜੀ ਨੇ ਇਸ ਵਿਸ਼ੇ ਤੇ ਗੱਲ ਕਰਨੀ ਹੈ। ਉਸ ਤੋਂ ਪਹਿਲਾਂ ਮੈਂ 1 ਮਿੰਟ ਲਈ ਬੇਨਤੀ ਕਰਾਂਗਾ, ਸਾਡੇ ਚੇਅਰਮੈਨ, ਗੁਰਮਤਿ ਕਾਲਜ ਦੇ ਚੇਅਰਮੈਨ ਵੀਰ ਜਤਿੰਦਰਪਾਲ ਸਿੰਘ ਜੀ ਗੋਲਡੀ ਵੀਰ ਜੀ, ਉਹ ਵੀਰ ਪ੍ਰਕਾਸ਼ ਸਿੰਘ ਜੀ ਨੂੰ ਤੇ ਆਪ ਸਾਰਿਆਂ ਨੂੰ ਜੀ ਆਇਆਂ ਕਹਿਣਗੇ। ਉਸ ਤੋਂ ਬਾਅਦ ਫਿਰ ਆਪਾਂ ਵੀਰ ਪ੍ਰਕਾਸ਼ ਸਿੰਘ ਜੀ ਕੋਲੋਂ ਇਸ ਵਿਸ਼ੇ ਤੇ ਜਾਣਕਾਰੀ ਲਵਾਂਗੇ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਆਪ ਸਮੂਹ ਸਾਧ ਸੰਗਤ ਦਾ, ਜਿਹੜੇ ਕਿ ਆਪ ਜੀ ਰੁਝੇਵਿਆਂ 'ਚੋਂ ਸਮਾਂ ਕੱਢ ਕੇ ਇੱਥੇ ਪਹੁੰਚਦੇ ਹੋ। ਮੈਂ ਦੇਖ ਰਿਹਾ ਤਕਰੀਬਨ ਅੱਜ ਕੱਲ੍ਹ ਜਿਵੇਂ ਸਕੂਲ ਦੀਆਂ ਛੁੱਟੀਆਂ ਵੀ ਹੋ ਗਈਆਂ ਅਤੇ ਬੱਚਿਆਂ ਨਾਲ ਕੋਈ ਨਾ ਲੱਗਦਾ ਕਿ ਸਭ ਟੂਰ 'ਤੇ ਗਏ ਨੇ, ਸੰਗਤ ਘੱਟ ਰਹੀ ਹੈ। ਕੋਈ ਗੱਲ ਨਹੀਂ, ਅਗਲੇ ਇੱਕ ਹਫ਼ਤੇ ਬਾਅਦ ਫਿਰ ਚੇਂਜ ਹੋ ਜਾਏਗੀ। ਮੈਂ ਵੈਲਕਮ ਕਰਨਾ ਆਪਣੇ ਵੱਡੇ ਵੀਰ ਪ੍ਰਕਾਸ਼ ਸਿੰਘ ਜੀ ਦਾ, ਜਿਨ੍ਹਾਂ ਦੇ ਗੁੱਸਾ ਵਿਵਹਾਰ ਬਖਸ਼ਿਸ਼ ਆ, ਜਿਹੜਾ ਵਿਸ਼ਾ ਲੈ ਕੇ ਬੈਠੇ ਨੇ। ਅੱਜ ਇਸ ਵਿਸ਼ੇ 'ਤੇ ਡਿਸਕਸ਼ਨ ਕਰਨੀ ਹੈ। ਸੱਚ ਹੈ, ਜੇ ਅੱਜ ਸਾਡੇ 'ਚੋਂ ਊੜਾ ਅਤੇ ਜੂੜਾ ਵਿਸਰ ਗਿਆ, ਸਾਡੇ ਲਈ ਸਭ ਤੋਂ ਭੈੜਾ ਦਿਨ ਹੋਣਾ ਹੈ। ਜੇ ਸਾਨੂੰ ਅਗਰ ਗੁਰਬਾਣੀ ਨਹੀਂ ਆਉਂਦੀ ਪੜ੍ਹਨੀ, ਪੰਜਾਬੀ ਨਹੀਂ ਆਉਂਦੀ, ਮਾਂ ਬੋਲੀ ਨਹੀਂ ਆਉਂਦੀ, ਅਤੇ ਨਾ ਅਸੀਂ ਗੁਰਮੁਖੀ ਦੇ ਭਾਵ ਸਮਝ ਪਾਵਾਂਗੇ, ਨਾ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਤੱਤ ਸਾਰ ਸਮਝ ਪਾਵਾਂਗੇ। ਸਭ ਤੋਂ ਜ਼ਰੂਰੀ ਹੈ ਗੁਰਬਾਣੀ ਨੂੰ ਪੜ੍ਹਨਾ। ਉਸ ਤੋਂ ਨਾਲ ਜ਼ਰੂਰੀ ਹੈ ਸਾਡਾ ਜੂੜਾ ਸੰਭਾਲਣਾ। ਅੱਜ ਸਾਡੇ ਬੱਚੇ ਜੂੜੇ ਖੋਲ੍ਹ ਕੇ ਉੱਤੇ ਟੋਪੀਆਂ ਜੀ ਪਾ ਲੈਂਦੇ ਨੇ, ਪਟਕੇ ਜੇ ਬਣ ਲੈਂਦੇ ਨੇ। ਸੱਚ ਜਾਣਨਾ, ਜਦੋਂ ਅਸੀਂ ਛੋਟੇ ਹੁੰਦੇ ਸੀ ਸਾਡੇ ਬੜੇ ਵੱਡੇ ਵੱਡੇ ਜੂੜੇ ਹੁੰਦੇ ਸੀ, ਸਾਨੂੰ ਬੜਾ ਮਾਣ ਹੁੰਦਾ ਸੀ ਉਸ ਚੀਜ਼ ਦਾ। ਉਹ ਮੈਂ ਸਮਝਦਾ ਅੱਜ ਕਈ ਵਾਰੀ ਪਛਾਣ ਹੀ ਔਖੀ ਹੋ ਜਾਂਦੀ ਕਿ ਬੰਦਾ ਸਿੱਖ ਜਾ ਰਿਹਾ, ਜੂੜਾ ਕੋ ਖੋਲ੍ਹਿਆ, ਕੀ ਕੀਤਾ ਇਹਨੂੰ। ਮੈਂ ਆਸ ਕਰਾਂਗਾ ਕਿ ਅਸੀਂ ਊੜੇ ਅਤੇ ਜੂੜੇ ਦੀ ਸੰਭਾਲ ਕਰੀਏ। ਅੱਜ ਦਾ ਸਾਡਾ ਵਿਸ਼ਾ ਵੀ ਜੋ ਆਪਣੀ ਮਾਂ ਬੋਲੀ ਦਾ ਹੈਗਾ ਵੇ,
ਉਹਦੇ ਵਾਸਤੇ ਅੱਜ ਪ੍ਰਕਾਸ਼ ਸਿੰਘ ਜੀ ਪਹੁੰਚੇ ਨੇ। ਇੱਕ ਹੋਰ ਛੋਟੀ ਜਿਹੀ ਬੇਨਤੀ ਕਰਾਂਗਾ ਕਿ WhatsApp ਗਰੁੱਪ ਦੇ ਅੰਦਰ ਕੱਲ ਮੈਂ ਜਿਵੇਂ ਤੁਹਾਨੂੰ ਸਭ ਬੇਨਤੀ ਕੀਤੀ ਸੀ, ਲੇਕਿਨ ਕੁਝ ਗੱਲਾਂ ਅਸੀਂ ਆਪਸ ਵਿੱਚ ਉਲਝਣੇ ਸ਼ੁਰੂ ਹੋ ਗਏ ਸੀ। ਸਭ ਪਹਿਲੀ ਗੱਲ ਇੱਕ ਮੇਰਾ ਸੁਝਾਅ ਸੀ, ਜੇ ਸਾਰੇ ਸਹਿਮਤ ਹੋਣਗੇ, ਜਿਹੜੇ ਜਾਣਾ ਚਾਹੁੰਦੇ ਹੋਣਗੇ ਉਹਨਾਂ ਦੇ ਨਾਮ ਅਸੀਂ ਬਾਹਰ ਲਿਖਵਾ ਦਿਓ, ਉਨੀ ਅਸੀਂ ਉਸ ਹਿਸਾਬ ਨਾਲ ਇੰਤਜ਼ਾਮ ਕਰਾਂਗੇ। ਕਿਉਂਕਿ ਅਸੀਂ ਜੋ ਜਾਣ ਦਾ ਪ੍ਰੋਗਰਾਮ ਬਣਾਇਆ ਹੈ, ਉੱਥੇ ਸਿੰਘ ਸਾਹਿਬ ਗਿਆਨੀ ਪ੍ਰੋਫੈਸਰ ਮਨਜੀਤ ਸਿੰਘ ਜੀ ਦਾ ਆਪਣਾ ਉੱਥੇ ਪੂਰੀ ਅਕੈਡਮੀ ਬਣੀ ਹੈ, ਜਿੱਥੇ ਉਹਨਾਂ ਨੇ ਇੱਕ ਗੁਰਮਤਿ ਕਾਲਜ ਵੀ ਖੋਲ੍ਹਿਆ ਹੋਇਆ ਹੈ, ਗੁਰਦੁਆਰਾ ਵੀ ਹੈ, ਰਹਿਣ ਦਾ ਪ੍ਰਬੰਧ ਵੀ ਹੈ, ਔਰ ਉੱਥੇ ਵੱਡੇ ਵੱਡੇ ਡਾਕਟਰਸ ਪੜ੍ਹਾਉਣ ਵੀ ਜਾਂਦੇ ਨੇ। ਸਾਡੀ ਚਾਹ ਸੀ ਇੱਕ ਛੋਟੀ ਆਊਟਿੰਗ ਹੁੰਦੀ ਅਤੇ ਗੁਰੂ ਸਾਹਿਬ ਦੇ ਸਥਾਨ ਅਨੰਦਪੁਰ ਸਾਹਿਬ ਦਰਸ਼ਨ ਵੀ ਹੁੰਦੇ, ਲੇਕਿਨ ਜ਼ਬਰਦਸਤੀ ਕਿਸੇ ਨੂੰ ਨਹੀਂ ਹੈ। ਜਿਹੜਾ ਜਾਣਾ ਚਾਹੁੰਦਾ ਜਾਏ, ਨਹੀਂ ਤਾਂ ਆਨਲਾਈਨ ਅਸੀਂ ਉਹਦੀ ਕਲਾਸ ਚਾਹੇ ਜ਼ੂਮ 'ਤੇ ਉੱਥੇ ਚਲਾਉਣ ਦੀ ਕੋਸ਼ਿਸ਼ ਕਰਾਂਗੇ, ਨਹੀਂ ਤਾਂ ਅਸੀਂ ਤੁਹਾਨੂੰ ਉਹਦਾ ਲਿੰਕ ਜਿਹੜਾ ਹੈਗਾ ਜਾਂ ਉਹਨੂੰ ਰਿਕਾਰਡਿੰਗ ਕਰਕੇ ਆਪ ਜੀ ਤੱਕ ਸ਼ੇਅਰ ਕੀਤੀ ਜਾਏਗੀ। ਸਾਡੀ ਕੋਸ਼ਿਸ਼ ਸੀ ਕਿ ਕੁਝ ਚੇਂਜ ਕਰੀਏ। ਹਰ ਬੰਦਾ ਚਾਹੁੰਦਾ ਕਿ ਕੋਈ ਨਾ ਕੋਈ ਨਿਵੇਕਲਾ ਹੋਵੇ, ਔਰ ਅਸੀਂ ਜਿਸ ਥਾਂ 'ਤੇ ਲੈ ਚੱਲੇ ਹਾਂ ਸੱਚਖੰਡ ਦੇ ਖਾਲਸੇ ਦੀ ਜਨਮ ਭੂਮੀ ਹੈ, ਇੱਕ ਬਹਾਨਾ ਸੀ ਉੱਥੇ ਜਾਣ ਦਾ। ਬਾਕੀ ਸਾਡੀ ਕਿਸੇ ਨਾਲ ਕੋਈ ਜ਼ਬਰਦਸਤੀ ਨਹੀਂ ਹੈ, ਔਰ ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਥੇ ਸੈਟਰਡੇ ਮਾਰਨਿੰਗ ਤੋਂ ਸਟਾਰਟਿੰਗ ਨਿਕਲਣ ਦੀ ਕੋਸ਼ਿਸ਼ ਕਰਾਂਗੇ, ਸਵੇਰੇ 4-5 ਵਜੇ, ਤਾਂ ਕਿ 10-11 ਵਜੇ ਪਹੁੰਚ ਕੇ ਅਸੀਂ ਜਿਵੇਂ ਇੱਥੇ ਜੋ ਕਲਾਸ ਟਾਈਮ ਇੱਥੇ ਹੁੰਦਾ ਉਹੀ ਕਲਾਸ ਟਾਈਮ ਉੱਥੇ ਹੋਵੇ। 2 ਦੀ ਕਲਾਸਾਂ ਉੱਥੇ ਅਟੈਂਡ ਕਰਕੇ ਫਿਰ ਇਤਵਾਰ ਨੂੰ ਉੱਥੋਂ ਦੀ 4 ਵਜੇ ਚਲੀਏ ਅਤੇ ਰਾਤੀ 10 ਵਜੇ ਤੱਕ ਆਪਣੇ ਘਰ ਪਹੁੰਚ ਜਾਈਏ। ਛੋਟਾ ਜਿਹਾ ਪ੍ਰੋਗਰਾਮ ਤਿਆਰ ਕਰਾਂਗੇ, ਇੱਕੋ ਨਾਈਟ ਹੋਏਗੀ, ਕੋਈ ਇੱਕ ਰਾਤ ਤੋਂ ਘੱਟ ਪ੍ਰੋਗਰਾਮ ਨਹੀਂ ਬਣ ਸਕਦਾ। ਜਿਨ੍ਹਾਂ ਦੀ ਇੱਛਾ ਹੋਵੇ ਆਪ ਜੀ ਨਾਮ ਆਪਣਾ फ़ोन ਨੰਬਰ ਜੋ ਲਿਖਵਾ ਕੇ ਜਾਣਾ। ਔਰ ਜਿਹੜੇ ਜ਼ੂਮ 'ਤੇ ਮੇਰੀ ਗੱਲ ਸੁਣ ਰਹੇ ਨੇ ਉਹਨਾਂ ਸੇ ਬੇਨਤੀ ਹੈ, ਜ਼ਬਰਦਸਤੀ ਕਿਸੇ ਨੂੰ ਨਹੀਂ ਹੈ, ਕੋਈ ਕਿਸੇ ਨੂੰ ਕਮੈਂਟਸ ਨਾ ਕਰੇ, ਕੋਈ ਕਿਸੇ ਨੂੰ ਜਵਾਬ ਨਾ ਦੇਵੇ। ਪਲੀਜ਼ ਜਵਾਬ ਦੇਣ ਲਈ ਸਾਥੀ ਹੈਗੇ ਆ, ਜੋ ਵਾਜਿਬ ਜਵਾਬ ਹੈਗਾ ਆਪ ਨੂੰ ਦਿੱਤਾ ਜਾਏਗਾ, ਉਹ ਕੰਮ ਕੀਤਾ ਜਾਏਗਾ ਜੋ ਗੁਰੂ ਦੇ ਮਰਿਆਦਾ ਵਿੱਚ ਹੋਵੇ। ਆਸ ਹੈ ਨੇ ਮੇਰੀ ਬੇਨਤੀਆਂ ਪ੍ਰਵਾਨ ਕਰੋਗੇ। ਹੋਈਆਂ ਭੁੱਲਾਂ ਮੇਰੀ ਝੋਲੀ 'ਚ ਪਾ ਦੇਣਾ, ਅਸੀਸ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਅੱਜ ਦੇ ਇਸ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ ਵੀਰ ਪ੍ਰਕਾਸ਼ ਸਿੰਘ ਜੀ ਸਾਡੇ ਵਿੱਚ ਮੌਜੂਦ ਨੇ, ਜੋ ਕਿ ਪਿਛਲੇ 25 ਸਾਲਾਂ ਤੋਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿੱਚ ਪੰਜਾਬੀ ਦੇ ਅਧਿਆਪਕ ਨੇ। 3 MA ਇਹਨਾਂ ਨੇ ਕੀਤੀਆਂ ਨੇ, MA ਪੰਜਾਬੀ, MA ਧਰਮ ਅਧਿਐਨ, MA ਸਿੱਖ ਅਧਿਐਨ। ਸਿੱਖ ਧਰਮ ਦੇ ਉੱਪਰ ਜੋ ਇੱਕ MA ਚੱਲਦੀ ਹੈ, ਆਉਣ ਵਾਲੇ ਦਿਨਾਂ ਵਿੱਚ ਅਸੀਂ ਉਹ ਵੀ ਤੁਹਾਨੂੰ ਇੰਟਰੋਡਿਊਸ ਕਰਵਾਵਾਂਗੇ ਇੱਥੇ, ਜਿਨ੍ਹਾਂ ਨੇ ਕਰਨੀ ਹੈ। ਪਹਿਲਾਂ ਵੀ ਚੱਲਦੀਆਂ ਸਨ ਇੱਥੇ ਕਲਾਸਾਂ, ਆਉਣ ਵਾਲੇ ਦਿਨਾਂ ਵਿੱਚ ਫਿਰ ਉਹਨਾਂ ਨੂੰ ਅਸੀਂ ਇੰਟਰੋਡਿਊਸ ਕਰਵਾਉਣ ਜਾ ਰਹੇ ਹਾਂ, ਗੁਰੂ ਸਾਹਿਬ ਕਿਰਪਾ ਕਰਨਗੇ। ਤੋ ਵੀਰ ਪ੍ਰਕਾਸ਼ ਸਿੰਘ ਜੀ ਇੱਕ ਪੰਜਾਬੀ ਹੈਲਪਲਾਈਨ ਇਹਨਾਂ ਨੇ ਇੱਕ NGO ਬਣਾਈ ਹੈ, ਉਹ ਚਲਾਉਂਦੇ ਨੇ, ਜਿਸ ਦੇ ਨਾਲ ਸਾਰੀ ਦਿੱਲੀ ਦੇ ਵਿੱਚ ਜਿੱਥੇ ਵੀ ਕੋਈ ਪੰਜਾਬੀ ਦੀ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ, ਖਾਸ ਤੌਰ 'ਤੇ ਜਦੋਂ ਕਿਸੇ ਨੂੰ ਕਿਸੇ ਵੱਡੇ ਐਗਜ਼ਾਮ ਦੇ ਲਈ, ਹਾਇਰ ਸਟੱਡੀ ਦੇ ਲਈ ਜਿੱਥੇ ਪੰਜਾਬੀ ਦੀ ਲੋੜ ਹੁੰਦੀ ਹੈ, ਉੱਥੇ ਸਹਾਇਤਾ ਕਰਦੇ ਨੇ। ਉਹਨਾਂ ਪੰਜਾਬੀ ਅਧਿਆਪਕਾਂ ਦੀ ਜਿਨ੍ਹਾਂ ਦੇ ਨਤੀਜੇ ਬੜੇ ਵਧੀਆ ਆਉਂਦੇ ਨੇ, ਉਹਨਾਂ ਨੂੰ ਇਹ ਸਨਮਾਨਿਤ ਕਰਦੇ ਨੇ। ਉਹਨਾਂ ਬੱਚਿਆਂ ਨੂੰ ਜਿਹੜੇ ਪੰਜਾਬੀ ਦੇ ਵਿਸ਼ੇ ਵਿੱਚ ਵਧੀਆ ਨੰਬਰ ਲੈ ਕੇ ਆਉਂਦੇ ਨੇ, ਉਹਨਾਂ ਨੂੰ ਇਹ ਸਨਮਾਨਿਤ ਕਰਦੇ ਨੇ, ਅਤੇ ਬੜੀ ਸਾਰੀ ਸੇਵਾ ਪੰਜਾਬੀ ਦੀ ਕਰ ਰਹੇ ਨੇ। ਅਤੇ ਅੱਜ ਇੱਥੇ ਸਾਡੇ ਨਾਲ ਜੋ ਪੰਜਾਬੀ ਦੀ ਗੱਲ, ਅਸੀਂ ਪੰਜਾਬੀ ਦੀ ਗੱਲ ਕਰਦੇ ਹਾਂ ਕਿ ਅਜੋਕੇ ਸਮੇਂ ਦੇ ਵਿੱਚ ਸਾਡੇ ਜੀਵਨ ਵਿੱਚ ਪੰਜਾਬੀ ਅਤੇ ਗੁਰਮੁਖੀ ਦਾ ਕੀ ਮਹੱਤਵ ਹੈ ਅਤੇ ਕੀ ਮਹੱਤਵ ਹੋਣਾ ਚਾਹੀਦਾ, ਅਤੇ ਅਸੀਂ ਕਿੰਨਾ ਕੁ ਮਹੱਤਵ ਦੇ ਰਹੇ ਹਾਂ, ਇਹਨਾਂ ਸਾਰੀਆਂ ਵਿਸ਼ਿਆਂ 'ਤੇ ਗੱਲ ਕਰਨ ਦੇ ਲਈ ਵੀਰ ਪ੍ਰਕਾਸ਼ ਸਿੰਘ ਜੀ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਉਹ ਇੱਥੇ ਆਉਣਗੇ ਅਤੇ ਆਪਣੇ ਇਸ ਵਿਸ਼ੇ 'ਤੇ ਆਪ ਜੀ ਦੇ ਨਾਲ ਜਾਰੀ ਜਾਣਕਾਰੀ ਸਾਂਝੀ ਕਰਨਗੇ। ਵੀਰ ਪ੍ਰਕਾਸ਼ ਸਿੰਘ ਜੀ। ਅੱਜ ਵੀਰ ਜੀ ਸਾਰਾ ਪ੍ਰੋਗਰਾਮ ਇੱਕ ਆਪਾਂ ਤੁਸੀਂ ਵੇਖ ਰਹੇ ਹੋ ਸਾਹਮਣੇ ਸਕਰੀਨ ਦੇ ਨਾਲ ਕਰ ਰਹੇ ਨੇ, ਅਤੇ ਇਹਨੂੰ ਇੱਕ ਨਿਵੇਕਲਾ ਇੱਕ ਸਾਡੇ ਵਿੱਚ ਇਹ ਉਪਰਾਲਾ ਹੋ ਰਿਹਾ। ਇਹ ਵੀ ਇੱਕ ਵਧੀਆ ਤਰੀਕੇ ਨਾਲ ਆਉਣ ਵਾਲੇ ਸਮੇਂ ਵਿੱਚ ਅਸੀਂ ਦੇਖਾਂਗੇ ਕਿ ਹੋਰ ਵੀ ਕੋਈ ਲੈਕਚਰ ਅਗਰ ਇਸ ਤਰੀਕੇ ਨਾਲ ਹੋ ਸਕਣ ਤੇ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਸਮਝਾਈ ਜਾ ਸਕਦੀ ਹੈ ਗੱਲ। ਵੀਰ ਪ੍ਰਕਾਸ਼ ਸਿੰਘ। ਸਾਧ ਸੰਗਤ ਜੀ, ਫਤਿਹ ਦਾ ਜਵਾਬ ਫਤਿਹ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀਆਂ ਵੀਰ ਜਤਿੰਦਰਪਾਲ ਸਿੰਘ ਜੀ ਗੋਲਡੀ ਜੀ ਦਾ, ਚੇਅਰਮੈਨ ਗੁਰਮਤਿ ਕਾਲਜ, ਵੀਰ ਹਰਪਾਲ ਸਿੰਘ ਜੀ ਮਿਸ਼ਨਰੀ, ਵੀਰ ਹਰਪ੍ਰੀਤ ਸਿੰਘ ਜੀ ਅਤੇ ਗਿਆਨੀ ਹਰਜੀਤ ਸਿੰਘ ਜੀ ਦਾ, ਜਿਨ੍ਹਾਂ ਨੇ ਤੁਹਾਡੇ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਦਿੱਤਾ ਹੈ। ਸੰਗਤ ਜੀ, ਅੱਜ ਦਾ ਜਿਹੜਾ ਵਿਸ਼ਾ ਲਿਆ ਗਿਆ ਗੁਰਮਤਿ ਕਾਲਜ ਵੱਲੋਂ ਜਿਹੜਾ ਹੈ, ਬਹੁਤ ਭਖ ਦਾ ਵਿਸ਼ਾ ਹੈ। ਅੱਜ ਇਸ ਦੀ ਬਹੁਤ ਵੱਡੀ ਲੋੜ ਹੈ। ਸਾਹਮਣੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਕਿ ਅਜੋਕੇ ਸਮੇਂ ਦੇ ਵਿੱਚ ਪੰਜਾਬੀ ਅਤੇ ਗੁਰਮੁਖੀ ਦਾ ਸਾਡੇ ਜੀਵਨ ਦੇ ਵਿੱਚ ਕੀ ਮਹੱਤਵ ਹੈ। ਅੱਜ ਸਾਨੂੰ ਲੱਗਦਾ ਹੈ ਕਿ ਅਸੀਂ ਸਿਰਫ ਇੱਕ ਇੰਗਲਿਸ਼ ਭਾਸ਼ਾ ਜਿਹੜੀ ਹੈ ਜਾਂ ਵਿਦੇਸ਼ੀ ਭਾਸ਼ਾਵਾਂ ਦੇ ਨਾਲ ਹੀ ਜਿਹੜਾ ਆਪਣਾ ਜੀਵਨ ਸਵਾਰ ਸਕਦੇ ਹਾਂ, ਤੇ ਇਹ ਗੱਲ ਜਿਹੜੀ ਹੈ ਬਿਲਕੁਲ ਵੀ ਸੱਚ ਨਹੀਂ। ਮਾਂ ਬੋਲੀ
ਮਾਂ ਬੋਲੀ ਜਿਹੜੀ ਅਸੀਂ ਆਪਣੇ ਵਿਰਸੇ ਵਿੱਚ ਸਿੱਖਦੇ ਹਾਂ, ਆਪਣੇ ਘਰ ਤੋਂ ਸਿੱਖਦੇ ਹਾਂ, ਕਹਿਣ ਤੋਂ ਭਾਵ ਹੈ ਪੰਜਾਬੀ। ਪੰਜਾਬੀ ਜਿਹੜੀ ਪੰਜਾਬੀਆਂ ਦੀ ਬੋਲੀ ਹੈ, ਗੁਰੂ ਦੇ ਮੁਖ ਤੋਂ ਉਚਾਰਨ ਕੀਤੀ ਗੁਰਮੁਖੀ ਜਿਹੜੀ ਹੈ। ਸਾਧ ਸੰਗਤ ਜੀ, ਬੁਰਾ ਨਾ ਮੰਨਣਾ, ਜਿਹੜੀ ਸਾਡੀ ਆਪਣੀ ਭਾਸ਼ਾ ਹੈਗੀ ਹੈ, ਅੱਜ ਉਹਦਾ ਇਹ ਹਾਲ ਕਰਤਾ ਹੈ ਕਿ ਅਸੀਂ ਉਸ ਤੋਂ ਮੁਨਕਰ ਹੁੰਦੇ ਜਾ ਰਹੇ ਹਾਂ। ਭਾਸ਼ਾ ਸਾਡੀ ਹੈ ਤੇ ਅਸੀਂ ਕਹਿੰਦੇ ਦੂਜੇ ਇਹਨੂੰ ਸੰਭਾਲਣ, ਦੂਜੇ ਇਹਨੂੰ ਅਪਣਾਉਣ। ਆਪ ਅਸੀਂ ਨਹੀਂ ਬੋਲਣਾ ਚਾਹੁੰਦੇ, ਆਪ ਅਸੀਂ ਪੜ੍ਹਨਾ ਨਹੀਂ ਚਾਹੁੰਦੇ, ਆਪ ਅਸੀਂ ਪੜ੍ਹਾਉਣਾ ਨਹੀਂ ਚਾਹੁੰਦੇ। ਤੇ ਇਹਨਾਂ ਹਾਲਾਤਾਂ ਦੇ ਅੰਦਰ ਵੀ ਜਿਹੜਾ ਹੈ ਕਈ ਪੰਜਾਬੀ ਪਿਆਰੇ ਲੱਗੇ ਹੋਏ ਹਨ, ਜਿਵੇਂ ਵੀਰ ਜਤਿੰਦਰਪਾਲ ਸਿੰਘ ਗੋਲਡੀ ਵਰਗੇ। ਪੰਜਾਬੀ ਦੀ ਮਸ਼ਾਲ ਲੈ ਕੇ ਵੀ ਨਿਕਲੇ, ਧਰਮ ਦੇ ਲਈ ਵੀ ਨਿਕਲੇ ਹੈ। ਜੇ ਭਾਸ਼ਾ ਹੋਏਗੀ ਤਾਂ ਅਸੀਂ ਧਰਮ ਨੂੰ ਬਚਾਵਾਂਗੇ। ਜਦ ਸਾਡੀ ਭਾਸ਼ਾ ਹੀ ਖਤਮ ਹੋ ਗਈ ਤਾਂ ਧਰਮ ਵੀ ਨਹੀਂ ਰਹਿਣਾ। ਇਸ ਕਰਕੇ ਸਾਧ ਸੰਗਤ ਜੀ, ਅਸੀਂ ਆਪਣੀ ਭਾਸ਼ਾ ਨੂੰ ਅਪਣਾਈਏ। ਤੁਸੀਂ ਦੇਖੋ ਕਿ ਅੱਜ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ, ਖਾਸ ਤੌਰ ਤੇ ਸਾਡੇ ਬੱਚੇ ਨੌਜਵਾਨ ਜਿਹੜੇ ਸਕੂਲਾਂ ਕਾਲਜਾਂ ਵਾਲੇ ਹਨ, ਉਹ ਪੰਜਾਬੀ ਤੋਂ ਪਿੱਛੇ ਹਟਦੇ ਜਾ ਰਹੇ ਹਨ। ਜੇ ਪੰਜਾਬੀ ਭਾਸ਼ਾ ਦੇ ਜਾਣਕਾਰ ਨਹੀਂ ਹੋਣਗੇ ਤੇ ਸਾਡੇ ਗ੍ਰੰਥ ਜਿਹੜੇ ਪਵਿੱਤਰ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ, ਉਸ ਦੇ ਨਾਲ ਉਹ ਕਿਵੇਂ ਸਾਂਝ ਪਾਉਣਗੇ? ਆਪਾਂ ਸਾਰੇ ਦੇਖਦੇ ਹਾਂ ਕਿ ਗੁਰਦੁਆਰਿਆਂ ਦੇ ਵਿੱਚ ਜਿਹੜੇ ਹੁਕਮਨਾਮਾ ਹੈ, ਗੁਰੂ ਦਾ ਫਰਮਾਨ ਜਿਹੜਾ ਹੈ, ਇੱਕ ਪਾਸੇ ਪੰਜਾਬੀ 'ਚ, ਇੱਕ ਪਾਸੇ ਦੇਵਨਾਗਰੀ ਲਿਪੀ 'ਚ ਲੱਗਿਆ ਹੋਇਆ ਹੈ। ਕਾਰਨ ਕਿ ਅਸੀਂ ਕਹਿੰਦੇ ਹਾਂ ਚਲੋ ਬੱਚੇ ਇਸ ਤਰੀਕੇ ਨਾਲ ਹੀ ਸਾਂਝ ਪਾਉਣ ਗੁਰੂ ਦੇ ਨਾਲ, ਪਰ ਜਦੋਂ ਤੱਕ ਅਸੀਂ ਗੁਰੂ ਦੀ ਭਾਸ਼ਾ ਨੂੰ ਜਿਹੜਾ ਉਸ ਓਰੀਜਨਲ ਸਕ੍ਰਿਪਟ ਅੰਦਰ ਨਹੀਂ ਪੜਾਂਗੇ ਤੇ ਨਹੀਂ ਸਮਝ ਸਕਦੇ। ਅੱਜ ਸਾਨੂੰ ਲੋੜ ਹੈ ਇਸ ਚੀਜ਼ ਦੀ ਕਿ ਅਸੀਂ ਆਪਣੀ ਭਾਸ਼ਾ ਨੂੰ ਅਪਣਾਈਏ। ਭਾਸ਼ਾ ਜਿਹੜੀ ਹੈ, ਜਿਹੜੀ ਸਾਨੂੰ ਰੁਜ਼ਗਾਰ ਵੀ ਦਿੰਦੀ ਹੈ, ਸਿਰਫ ਆਪਣੇ ਵਿਰਸੇ ਨਾਲ ਨਹੀਂ ਜੋੜਦੀ, ਅੱਜ ਦੇ ਸਮੇਂ 'ਚ ਰੁਜ਼ਗਾਰ ਦੇ ਰਹੀ ਹੈ, ਇਹੋ ਜਿਹਾ ਰੁਜ਼ਗਾਰ ਦੇ ਰਹੀ ਹੈ ਜਿਹਦੇ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਉਹਦੇ ਬਾਰੇ ਜਿਹੜਾ ਅੱਜ ਅਸੀਂ ਤੁਹਾਡੇ ਨਾਲ ਗੱਲਾਂ ਕਰਾਂਗੇ ਤੇ ਦੇਖਾਂਗੇ ਕਿ ਸਾਡੇ ਵਿੱਚੋਂ ਜਿਹੜੇ ਹੈ ਕਿੰਨੇ ਵਿਦਵਾਨ ਸਾਥੀ ਜਿਹੜੇ ਹਨ ਇਸ ਪਾਸੇ ਜਿਹੜਾ ਆਉਣਾ ਚਾਹੁੰਦੇ ਹਨ, ਤੇ ਅਸੀਂ ਜਿਹੜਾ ਹੈ ਉਸ ਦੇ ਬਾਰੇ ਤੁਹਾਡੇ ਨਾਲ ਵਿਸਤਾਰ ਸਹਿਤ ਗੱਲ ਕਰਾਂਗੇ। ਤੇ ਮੈਂ ਸਭ ਤੋਂ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਹਾਸਲ ਕਰਨਾ ਚਾਹਾਂਗਾ ਤੁਹਾਡੇ ਕੋਲੋਂ। ਸਾਧ ਸੰਗਤ, ਕਿੰਨੇ ਸਾਡੇ ਕੋਲ ਇੱਥੇ ਸ਼ਖਸੀਅਤਾਂ ਹਨ ਜਿਨ੍ਹਾਂ ਨੇ ਪੰਜਾਬੀ ਨੂੰ ਸਬਜੈਕਟ ਦੇ ਤੌਰ ਤੇ ਪੜ੍ਹਿਆ? ਹੱਥ ਖੜਾ ਕਰਕੇ ਦੱਸੋ। ਜਿਨ੍ਹਾਂ ਨੇ ਇੱਕ ਵਿਸ਼ੇ ਦੇ ਤੌਰ ਤੇ, ਮਤਲਬ ਕਿ ਪੂਰੇ ਆਪਣੇ ਕਲਾਸ ਦੇ ਅੰਦਰ ਸਾਰਿਆਂ ਦੇ ਹੱਥ ਨਹੀਂ ਖੜੇ, ਕੋਈ ਗੱਲ ਨਹੀਂ। ਜੇ ਨਹੀਂ ਵੀ ਪੜ੍ਹਿਆ ਤੇ ਕੋਈ ਗੱਲ ਨਹੀਂ, ਅੱਜ ਉਹ ਵੀ ਤੁਹਾਨੂੰ ਆਪਸ਼ਨ ਦੱਸ ਕੇ ਜਾਵਾਂਗੇ। ਤੁਸੀਂ ਅੱਜ ਦੀ ਤਰੀਕ 'ਚ ਵੀ ਇੱਕ ਵਿਸ਼ਾ ਲੈ ਕੇ ਪੜ੍ਹ ਸਕਦੇ ਹੋ। ਸਹੂਲਤ ਹੈ, ਸਾਨੂੰ ਜਾਣਕਾਰੀ ਨਹੀਂ ਹੈ। ਬਸ ਜੇ ਜਾਣਕਾਰੀ ਹੋਵੇ ਤਾਂ ਅੱਜ ਵੀ ਅਸੀਂ ਇੱਕ ਸਬਜੈਕਟ ਆਫ ਕਰ ਸਕਦੇ ਹਾਂ। ਅਸੀਂ ਤੁਹਾਨੂੰ ਗਾਈਡ ਕਰਾਂਗੇ, ਅਸੀਂ ਤੁਹਾਡੀ ਮਦਦ ਕਰਾਂਗੇ। ਆਪਸ਼ਨ ਹੈ, ਪਰ ਸਾਨੂੰ ਪਤਾ ਨਾ ਹੋਣ ਕਰਕੇ ਅਸੀਂ ਜਿਹੜਾ ਹੈ ਪੰਜਾਬੀ ਜਿਹੜਾ ਉਹ ਨਹੀਂ ਪੜ੍ਹ ਰਹੇ। ਸਭ ਤੋਂ ਪਹਿਲਾਂ ਸਕਰੀਨ ਤੇ ਸਵਾਲ ਆਉਂਦਾ ਕਿ ਮੈਂ ਪੰਜਾਬੀ ਕਿਉਂ ਪੜ੍ਹਾਂ? ਤੁਸੀਂ ਆਪਣੇ ਬੱਚੇ ਨੂੰ ਪੰਜਾਬੀ ਪੜ੍ਹਾਉਣ ਲੱਗੋ, ਰਿਸ਼ਤੇਦਾਰ ਨਾਲ ਗੱਲ ਕਰੋ ਤਾਂ ਕਹਿਣਗੇ ਪੰਜਾਬੀ ਕਿਉਂ ਪੜ੍ਹਾਈ, ਪੰਜਾਬੀ 'ਚ ਹੁੰਦਾ ਕੀ ਹੈ? ਤੇ ਜਵਾਬ ਕਹਿਣਗੇ ਹਿੰਦੀ ਦੇ ਅੰਦਰ, ਹਮ ਪੰਜਾਬੀ ਕਿਉਂ ਪੜ੍ਹਾਏ? ਸਵਾਲ ਆ ਜਾਂਦਾ ਹੈ। ਕਿਉਂ? ਸਾਡੇ ਬੱਚੇ ਜਿਹੜੇ ਹਨ ਕਨਵੈਂਟ ਸਕੂਲਾਂ 'ਚ ਪੜ੍ਹਦੇ ਹਨ ਤੇ ਕਨਵੈਂਟ ਸਕੂਲ 'ਚ ਪੰਜਾਬੀ ਨਹੀਂ ਕੋਈ ਪੜ੍ਹਾਉਂਦਾ, ਤੇ ਤੁਸੀਂ ਉੱਥੇ ਵੀ ਆਪਣੇ ਬੱਚੇ ਨੂੰ ਪੰਜਾਬੀ ਪੜ੍ਹਾ ਸਕਦੇ ਹੋ। ਉਹਦੀ ਮੈਂ ਤੁਹਾਨੂੰ ਉਦਾਹਰਨ ਦਾਂਗਾ। ਦਿੱਲੀ ਦਾ ਕੋਈ ਵੀ ਕਨਵੈਂਟ ਸਕੂਲ ਹੋਵੇ, ਤੁਸੀਂ ਪੰਜਾਬੀ ਪੜ੍ਹਾ ਸਕਦੇ ਹੋ। ਬਸ ਜਨੂਨ ਚਾਹੀਦਾ ਤੁਹਾਨੂੰ, ਉਹ ਰੋਕ ਨਹੀਂ ਸਕਦੇ। ਜਿਨ੍ਹਾਂ ਨੇ ਕੀਤਾ ਕੰਮ ਉਹਨਾਂ ਦੀ ਐਗਜ਼ਾਮਪਲ ਵੀ ਤੁਹਾਨੂੰ ਦਊਂਗਾ ਮੈਂ। ਪਬਲਿਕ ਸਕੂਲ ਦੇ ਅੰਦਰ ਤੁਹਾਡਾ ਇੱਕ ਬੱਚਾ ਪੜ੍ਹਦਾ ਹੈ, ਉਹ ਇੱਕ ਬੱਚਾ ਪੰਜਾਬੀ ਲੈ ਸਕਦਾ ਹੈ, ਉਹਨੂੰ ਰੋਕ ਨਹੀਂ ਸਕਦੇ। ਪਰ ਕਾਰਨ ਇਹ ਹੈ, ਜਦੋਂ ਅਸੀਂ ਸਕੂਲ ਅਥਾਰਟੀ ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਸਾਡੇ ਇੱਥੇ ਕੋਲ ਕੋਈ ਟੀਚਰ ਨਹੀਂ ਹੈ, ਸਾਡੇ ਕੋਲ ਕੋਈ ਪ੍ਰਬੰਧ ਨਹੀਂ, ਤੇ ਅਸੀਂ ਪਿੱਛੇ ਹਟ ਜਾਂਦੇ। ਠੀਕ ਹੈ ਜੀ, ਜੋ ਤੁਸੀਂ ਪੜ੍ਹਾ ਰਹੇ ਹੋ ਉਹੀ ਪੜ੍ਹ ਲਾਂਗੇ। ਇਹ ਗੱਲ ਨਹੀਂ ਹੈ। ਤੁਸੀਂ ਅੱਗੇ ਆਓ ਤੇ ਅਸੀਂ ਜਿਹੜਾ ਇਸ ਦੇ ਬਾਰੇ ਤੁਹਾਨੂੰ ਹੁਣ ਦੱਸਾਂਗੇ। ਸਭ ਤੋਂ ਪਹਿਲਾਂ ਅਸੀਂ ਦੇਖੀਏ ਕਿ ਪੰਜਾਬੀ ਜਿਹੜੀ ਹੈ 6000 ਬੋਲੀਆਂ ਜਿਹੜੀ ਪੂਰੀ ਦੁਨੀਆ ਵਿੱਚ ਬੋਲੀ ਜਾ ਰਹੀਆਂ, ਵੱਖ-ਵੱਖ ਭਾਸ਼ਾਵਾਂ ਹਨ, ਤੇ ਉਹਨਾਂ ਸਿਰ ਕੱਢ ਬੋਲੀਆਂ ਦੇ 10 ਭਾਸ਼ਾਵਾਂ ਜਿਹੜੀਆਂ ਮੇਨ ਹਨ, ਉਹਦੇ ਵਿੱਚ ਪੰਜਾਬੀ ਭਾਸ਼ਾ ਦਾ ਨਾਂ ਹੈ। ਪਹਿਲੀਆਂ 10 ਭਾਸ਼ਾਵਾਂ ਦੁਨੀਆ ਦੀ, ਉਹਦੇ ਸਾਡੀ ਪੰਜਾਬੀ ਮਾਂ ਬੋਲੀ ਹੈ। ਕਿੱਡੀ ਵੱਡੀ ਗੱਲ, ਉਹ ਕਿੰਨੇ ਫਕਰ ਦੀ ਗੱਲ ਹੈ, ਲੇਕਿਨ ਸਾਨੂੰ ਜਾਣਕਾਰੀ ਨਹੀਂ। ਅਸੀਂ ਅਵੇਸਲੇ ਹਾਂ, ਸਾਨੂੰ ਤਾਂ ਲੱਗਦਾ ਪੂਰੀ ਦੁਨੀਆ 'ਚ ਇੱਕ ਹੀ ਭਾਸ਼ਾ ਹੈ। ਸਿਰਫ 10 ਭਾਸ਼ਾਵਾਂ 'ਚ ਮੁੱਢਲੀ ਭਾਸ਼ਾ ਜਿਹੜੀ ਪੰਜਾਬੀ ਹੈ ਉਹਦੇ ਸ਼ਾਮਲ ਪੂਰੀ ਦੁਨੀਆ ਦੇ ਅੰਦਰ, ਤੇ ਸਾਨੂੰ ਜਿਹੜਾ ਉਹ ਭਾਸ਼ਾਵਾਂ ਜਿਹੜੀਆਂ ਹਨ ਬੋਲਣੀਆਂ ਚਾਹੀਦੀਆਂ ਹਨ। ਤੇ 150 ਮੁਲਕਾਂ ਦੇ ਵਿੱਚ 150 ਕੰਟਰੀ ਜਿਹੜੀ ਹੈ 150 ਕੰਟਰੀ ਜਿਹੜੀਆਂ ਹਨ, ਉਹਨਾਂ ਦੇ ਵਿੱਚ
15 ਕਰੋੜ ਲੋਕ ਪੰਜਾਬੀ ਸਪੀਕਿੰਗ ਵਾਲੇ ਹਨ, ਪੰਜਾਬੀ ਭਾਸ਼ਾ ਬੋਲਦੇ ਹਨ। ਜੇਕਰ ਅਸੀਂ ਆਪਣੀ ਦਿੱਲੀ ਦੀ ਗੱਲ ਕਰੀਏ ਤਾਂ ਅਸੀਂ ਤਾਂ ਆਪਣੀ ਪੰਜਾਬੀ ਭਾਸ਼ਾ ਹੀ ਛੱਡਦੇ ਜਾ ਰਹੇ ਹਾਂ, ਬੋਲਦੇ ਨਹੀਂ। ਪੰਜਾਬੀ ਮਾਂ, ਪੰਜਾਬੀ ਮੁਟਿਆਰ, ਗੁਰਸਿੱਖ ਇਸਤਰੀ ਜਿਹੜੀ ਹੈ ਉਹ ਵੀ ਅੱਜ ਹਿੰਦੀ ਬੋਲਣ 'ਚ ਫਕਰ ਮਹਿਸੂਸ ਕਰਦੀ ਹੈ। ਤੁਸੀਂ ਦੇਖਦੇ ਹੋਵੋਗੇ ਗੁਰੂ ਘਰਾਂ ਜਦੋਂ ਜਾਂਦੇ ਹੋ ਤੁਸੀਂ, ਬੱਚੇ ਇਧਰ ਮਤ ਜਾਓ, ਉਹ ਸਾਹਮਣੇ ਡਸਟਬਿਨ ਹੈ। ਇਹੋ ਜਿਹੀ ਗੱਲਾਂ ਤੁਸੀਂ ਸੁਣਦੇ ਹੋਵੋਗੇ। ਜਦ ਮਾਂ ਹੀ ਨਹੀਂ ਪੰਜਾਬੀ ਗੱਲ ਕਰਨਾ ਚਾਹੁੰਦੀ, ਘਰ ਦਾ ਮਾਹੌਲ ਹੀ ਪੰਜਾਬੀ 'ਚ ਨਹੀਂ ਹੈ, ਤੇ ਬੱਚਾ ਕਿੱਥੋਂ ਆਪਣੇ ਵਿਰਸੇ ਨਾਲ ਜੁੜੇਗਾ, ਆਪਣੀ ਵਿਰਾਸਤ ਨਾਲ ਜੁੜੇਗਾ। ਆਪਣੀ ਭਾਸ਼ਾ ਤੇ ਮਾਣ ਕਰੋ, ਫਕਰ ਕਰੋ, ਸੇਧ ਲਵੋ। ਜਿਵੇਂ ਹਰਪਾਲ ਵੀਰ ਜੀ ਨੇ ਦੱਸਿਆ ਸੀਗਾ, ਦੱਖਣ ਭਾਰਤ ਦੇ ਲੋਕ ਜਿਹੜੇ ਆਪਣੀ ਭਾਸ਼ਾ ਤੇ ਮਾਣ ਕਰਦੇ ਆ, ਫਕਰ ਕਰਦੇ ਆ। ਉਹਨਾਂ ਨੂੰ ਇੰਗਲਿਸ਼ ਵੀ ਆਉਂਦੀ ਹੈ, ਹਿੰਦੀ ਵੀ ਆਉਂਦੀ ਹੈ। ਜਾਓ ਕਦੀ ਦੱਖਣੀ ਸੂਬੇ ਦੇ ਅੰਦਰ ਯਾਤਰਾ ਦੇ ਉੱਤੇ, ਜੇ ਤੁਹਾਡੇ ਨਾਲ ਉਹ ਆਪਣੀ ਭਾਸ਼ਾ ਦੇ ਇਲਾਵਾ ਕਿਸੇ ਹੋਰ ਭਾਸ਼ਾ 'ਚ ਗੱਲ ਕਰ ਜਾਣ, ਉੱਥੇ ਜਾ ਕੇ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿੱਥੇ ਖੜੋਤੇ ਹਾਂ। ਅਸੀਂ ਪੰਜਾਬੀਆਂ ਨੇ ਸਭ ਤੋਂ ਪਹਿਲਾਂ ਆਪਣੀ ਭਾਸ਼ਾ ਹੀ ਛੱਡ ਦਿੱਤੀ। ਤਰੱਕੀਆਂ ਬਹੁਤ ਕਰ ਲਈਆਂ, ਵੱਡੀਆਂ ਵੱਡੀਆਂ ਗੱਡੀਆਂ, ਵੱਡੀਆਂ ਵੱਡੀਆਂ ਕੋਠੀਆਂ, ਬਹੁਤ ਕੁਝ ਆ ਗਿਆ, ਲੇਕਿਨ ਇਹਦੇ ਪਿੱਛੇ ਅਸੀਂ ਜਿਹੜਾ ਆਪਣੀ ਬੋਲੀ ਨੂੰ ਵਿਸਾਰ ਦਿੱਤਾ। ਤੇ ਜਿਸ ਦਾ ਨਤੀਜਾ ਇਹ ਹੈ ਕਿ ਸਾਡੇ ਬੱਚੇ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਹਨ, ਸਾਡੇ ਕਲਚਰ ਤੋਂ ਦੂਰ ਹੁੰਦੇ ਜਾ ਰਹੇ ਹਨ। ਅਸੀਂ ਜਿਹੜਾ ਇੱਕ ਦੂਜੇ ਦੇ ਅੱਗੇ ਆਪਣਾ ਰੋਣਾ ਰੋਨੇ ਆ ਕਿ ਬੱਚੇ ਸਾਡੇ ਹੱਥ ਚੋਂ ਨਿਕਲ ਗਏ। ਉਹ ਕਿਉਂ ਨਿਕਲ ਗਏ? ਕਿਉਂਕਿ ਅਸੀਂ ਉਹਨੂੰ ਆਪਣੀ ਭਾਸ਼ਾ ਦੇ ਨਾਲ ਨਹੀਂ ਜੋੜਿਆ। ਸੰਗਤ ਜੀ, ਕੋਈ ਵੀ ਮਨੁੱਖ ਕਿੰਨੀਆਂ ਵੀ ਭਾਸ਼ਾਵਾਂ ਸਿੱਖ ਸਕਦਾ ਹੈ, ਬਸ ਇੱਕ ਇੱਛਾ ਸ਼ਕਤੀ ਚਾਹੀਦੀ ਹੈ। ਇੱਛਾ ਸ਼ਕਤੀ ਜੇ ਤੁਹਾਡੀ ਹੈ ਤਾਂ ਤੁਸੀਂ ਭਾਸ਼ਾ ਸਿੱਖ ਸਕਦੇ ਹੋ। ਲੇਕਿਨ ਬਦਕਿਸਮਤੀ ਹੈ ਕਿ ਸਾਡੇ ਮੁਲਕ ਦੀ, ਕਿ ਅੱਜ ਜਿਹੜਾ ਸਾਡੇ ਨਾਲ ਇੰਗਲਿਸ਼ ਗੱਲ ਕਰੂਗਾ ਅਸੀਂ ਉਹਨੂੰ ਪੜ੍ਹਿਆ ਲਿਖਿਆ, ਵੈਲ ਐਜੂਕੇਟਡ ਮੰਨਦੇ ਹਾਂ, ਜਦ ਕਿ ਇਹ ਗੱਲ ਨਹੀਂ ਹੈ। ਪੰਜਾਬੀ ਬੋਲਣ ਵਾਲਾ ਵੀ, ਪੰਜਾਬੀ ਪੜ੍ਹਨ ਵਾਲਾ ਵੀ, ਪੰਜਾਬੀ ਲਿਖਣ ਵਾਲਾ ਵੀ ਇੰਟੈਲੈਕਚੁਅਲ ਹੋ ਸਕਦਾ ਹੈ, ਵਿਦਵਾਨ ਹੋ ਸਕਦਾ ਹੈ। ਇਸ ਮਿੱਥ ਨੂੰ ਤੁਸੀਂ ਮੰਨੋ, ਕੱਢ ਦਿਓ ਇੰਗਲਿਸ਼ ਦੀ ਨੂੰ, ਕਿ ਸਿਰਫ ਇੰਗਲਿਸ਼ ਦੀ ਭਾਸ਼ਾ ਦਾ ਮਾਹਿਰ ਜਿਹੜਾ ਹੈ ਉਹ ਵਿਦਵਾਨ ਮੰਨਿਆ ਜਾਏਗਾ। ਹੁਣ ਸਕੂਲਾਂ ਤੇ ਕਾਲਜਾਂ ਦੇ ਵਿੱਚ ਜਦੋਂ ਵੀ ਅਸੀਂ ਕਾਉਂਸਲਿੰਗ ਲਈ ਜਾਂਦੇ ਹਾਂ, ਦਿੱਲੀ 'ਚ ਵੀ ਜਾਂਦੇ, ਦਿੱਲੀ ਤੋਂ ਬਾਹਰ ਵੀ ਜਾਂਦੇ ਹਾਂ, ਤੇ ਆਮ ਤੌਰ ਤੇ ਮਾਪੇ ਜਿਹੜੇ ਹਨ, ਪੇਰੈਂਟਸ ਜਿਹੜੇ ਹਨ, ਉਹਨਾਂ ਦਾ ਇੱਕੋ ਹੀ ਸਵਾਲ ਹੈ, ਪੰਜਾਬੀ ਪੜ੍ਹ ਕੇ ਬੱਚੇ ਨੂੰ ਨੌਕਰੀ ਮਿਲ ਸਕਦੀ ਹੈ? ਇੰਗਲਿਸ਼ ਪੜ੍ਹ ਕੇ ਅਸੀਂ ਕਦੇ ਨਹੀਂ ਕਿਹਾ ਕਿ ਬੱਚੇ ਨੂੰ ਨੌਕਰੀ ਮਿਲ ਸਕਦੀ ਹੈ। ਤੇ ਪੰਜਾਬੀ ਦੇ ਉੱਤੇ ਅਸੀਂ ਕੁਐਸਚਨ ਮਾਰਕ ਲਾ ਦਿੰਦੇ ਹਾਂ। ਜਾਂ ਅਸੀਂ ਪੰਜਾਬੀ ਕਿਉਂ ਪੜ੍ਹੀਏ? ਇਹਦਾ ਕੀ ਲਾਭ ਹੈ ਸਾਨੂੰ? ਅੱਜ ਕੱਲ੍ਹ ਦਾਖਲੇ ਹੋ ਰਹੇ ਆ ਸਰਕਾਰੀ ਸਕੂਲਾਂ ਦੇ ਵਿੱਚ। ਤੁਹਾਡੀ ਕਲੋਨੀ 'ਚ ਵੀ ਕੋਈ ਨਾ ਕੋਈ ਸਰਕਾਰੀ ਸਕੂਲ ਹੋਏਗਾ। ਕਿਸੇ ਸਿੰਘ ਸਭਾ ਨੇ ਜਾ ਕੇ ਕਿਸੇ ਸਰਕਾਰੀ ਸਕੂਲ ਵਾਲੇ ਨਾਲ ਸਾਂਝ ਪਾਈ, ਦੇਖੋ ਜਾ ਕੇ ਉੱਥੇ ਤੁਸੀਂ ਹਾਲ, ਜਿਹੜੇ ਬੱਚੇ ਗੈਰ ਪੰਜਾਬੀਆਂ ਦੇ, ਪ੍ਰਵਾਸੀਆਂ ਦੇ, ਦੂਜੇ ਸੂਬਿਆਂ ਦੇ ਬੱਚੇ ਪੰਜਾਬੀ ਪੜ੍ਹ ਰਹੇ ਹਨ, ਤੇ ਸਾਡੇ ਬੱਚੇ ਪੰਜਾਬੀ ਨਹੀਂ ਪੜ੍ਹਦੇ। ਸਾਧ ਸੰਗਤ ਜੀ, ਇਹ ਸਾਰੀਆਂ ਗੱਲਾਂ ਦਾ ਜਵਾਬ ਜਿਹੜਾ ਮੈਂ ਇੱਕ ਹੀ ਕਹਾਂਗਾ, ਹਾਂ, ਪੰਜਾਬੀ ਪੜ੍ਹਨ ਦਾ ਇੱਕ ਲਾਭ ਨਹੀਂ, ਅੱਜ ਸੈਂਕੜੇ ਲਾਭ ਹਨ। ਇੱਕ ਨਹੀਂ, ਸੈਂਕੜੇ ਹੀ ਹਨ। ਇੱਕ ਨੌਕਰੀ ਨਹੀਂ, ਬਲਕਿ ਹਜ਼ਾਰਾਂ ਨੌਕਰੀਆਂ ਹਨ ਪੰਜਾਬੀ ਪੜ੍ਹਨ ਵਾਲਿਆਂ ਲਈ। ਇੰਨੀ ਨੌਕਰੀਆਂ ਹਨ ਕਿ ਪੰਜਾਬੀ ਪੜ੍ਹੇ ਲਿਖੇ ਨੌਜਵਾਨ ਨਹੀਂ ਮਿਲ ਰਹੇ ਸਾਨੂੰ ਜਿਹੜਾ ਹੈ। ਔਰ ਹਰ ਫੀਲਡ ਦੇ ਵਿੱਚ ਸਕੋਪ ਹੈ। ਤੁਸੀਂ ਪੰਜਾਬੀ ਭਾਸ਼ਾ ਪੜ੍ਹ ਕੇ, ਸਕੂਲ 'ਚ ਪੜ੍ਹ ਕੇ, ਕਾਲਜ ਪੜ੍ਹ ਕੇ, ਯੂਨੀਵਰਸਿਟੀ 'ਚ ਪੜ੍ਹ ਕੇ, ਜਾਂ ਪੜ੍ਹਾਈ ਦੇ ਦੌਰਾਨ ਹੀ ਕਮਾਈ ਵੀ ਕਰ ਸਕਦੇ ਹੋ। ਤਰੀਕੇ ਹਨ, ਉਹਨਾਂ ਤਰੀਕਿਆਂ ਨੂੰ ਅਪਣਾਉਣ ਦੀ ਲੋੜ ਹੈ। ਹਰ ਕਿਸੇ ਦੀ ਇੱਛਾ ਹੁੰਦੀ ਹੈ ਕਿ ਮੈਂ ਕਾਲਜ ਦੀ ਪੜ੍ਹਾਈ ਦੌਰਾਨ ਆਪਣਾ ਖਰਚਾ ਕੱਢਾਂ, ਪਾਕਟ ਮਨੀ ਕੱਢਾਂ, ਆਪਣੇ ਮਾਪਿਆਂ ਦੇ ਭਾਰ ਨਾ ਪਾਵਾਂ। ਤੁਸੀਂ ਕਰ ਸਕਦੇ ਹੋ, ਤੇ ਅਸੀਂ ਸਾਰਿਆਂ ਨੇ ਮਿਲ ਕੇ ਕਰਨਾ ਹੈ। ਸਾਡੀ ਜ਼ਿੰਮੇਵਾਰੀ ਹੈ, ਸਰਕਾਰ ਦੀ ਜ਼ਿੰਮੇਵਾਰੀ ਬਾਅਦ 'ਚ ਹੈ। ਪਹਿਲਾਂ ਸਾਡੀ ਆਪਣੀ ਨਿੱਜੀ ਜ਼ਿੰਮੇਵਾਰੀ ਹੈ। ਜੇ ਅਸੀਂ ਉਸ ਨੂੰ ਅਪਣਾ ਲਿਆ ਤੇ ਸਾਡਾ ਕੋਈ ਵੀ ਬੱਚਾ ਜਿਹੜਾ ਹੈਗਾ ਉਹ ਬੇਰੋਜ਼ਗਾਰ ਨਹੀਂ ਰਹਿ ਸਕਦਾ। ਦਿੱਲੀ ਸਰਕਾਰ ਜਿਹੜੀ ਹੈ, ਆਪਾਂ ਦਿੱਲੀ ਦੀ ਕਰੀਏ ਕਿਉਂਕਿ ਆਪਾਂ ਦਿੱਲੀ ਸਟੇਟ 'ਚ ਰਹਿੰਦੇ ਹਾਂ, ਇਸ ਦੇ ਅੰਦਰ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲਿਆ ਹੋਇਆ, ਸੈਕੰਡ ਲੈਂਗੁਏਜ ਦਾ ਸਟੇਟਸ ਹੈ, ਕਾਗਜ਼ਾਂ ਵਿੱਚ ਹੈ। ਪ੍ਰੈਕਟੀਕਲੀ ਤੁਸੀਂ ਇੰਪਲੀਮੈਂਟ ਕਰਨਾ ਹੈ, ਸਰਕਾਰ ਨਹੀਂ ਕਰ ਸਕਦੀ। ਪ੍ਰੈਕਟੀਕਲੀ ਇੰਪਲੀਮੈਂਟ ਕਰਨ ਦੀ ਜ਼ਿੰਮੇਵਾਰੀ ਸਾਡੀ ਆਉਂਦੀ ਹੈ, ਜ਼ਿੰਮੇਵਾਰੀ ਨੈਤਿਕ ਤੌਰ ਤੇ। ਕਿਉਂ? ਕਿਉਂਕਿ ਅਸੀਂ ਪੰਜਾਬੀ ਦੇ ਵਿੱਚ ਲਿਖਤ ਔਰ ਪੜ੍ਹਤ ਨਹੀਂ ਕਰਦੇ,
ਨਾ ਅਸੀਂ ਲਿਖਣਾ ਚਾਹੁੰਦੇ, ਨਾ ਅਸੀਂ ਪੜ੍ਹਨਾ ਚਾਹੁੰਦੇ। ਨੌਕਰੀ ਚਾਹੁੰਦੇ, ਨੌਕਰੀ ਮੈਂ ਵੀ ਚਾਹੁੰਦਾ, ਨੌਕਰੀ ਤੁਸੀਂ ਵੀ ਚਾਹੁੰਦੇ ਹੋ, ਪਰ ਕੰਮ ਕੋਈ ਨਹੀਂ ਕਰਨਾ ਚਾਹੁੰਦਾ। ਸਾਡਾ ਤਾਂ ਉਹ ਹਾਲ ਹੈ, ਕੰਮ ਕੋਈ ਹੋਰ ਕਰੇ ਤੇ ਲਾਭ ਕੋਈ ਹੋਰ ਲਵੇ। ਜੇਕਰ ਤੁਸੀਂ ਅੱਜ ਜਾਗਰੂਕ ਹੋ ਗਏ ਤਾਂ ਨੌਕਰੀਆਂ ਦੀ ਭਰਮਾਰ ਹੋ ਜਾਏਗੀ। ਲਾਈਵ ਜਾ ਰਿਹਾ ਪ੍ਰੋਗਰਾਮ, ਮੈਂ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਭਾਸ਼ਾ ਦਾ ਮੁੱਲ ਪਛਾਣੋ। ਜਿਹੜਾ ਦੂਜਾ ਦਰਜਾ ਦਿੱਤਾ ਗਿਆ ਹੈ, ਉਹਦੀਆਂ ਚਿੱਠੀਆਂ ਦੇਖੋ 2004 ਦੀ। ਇਹ 2004 ਦਾ ਨੋਟੀਫਿਕੇਸ਼ਨ ਹੈ, ਅੱਜ ਦਾ ਨਹੀਂ ਹੈ। ਇਸ ਤੋਂ ਬਾਅਦ ਇੱਕ ਹੋਰ ਆਇਆ, ਇਹ ਸ਼ੀਲਾ ਦੀਕਸ਼ਿਤ ਸਰਕਾਰ ਨੇ ਜਿਹੜਾ ਕੱਢਿਆ ਸੀਗਾ 2004 ਦੇ ਵਿੱਚ, ਦਿੱਲੀ ਦੇ ਅੰਦਰ ਦੂਜੀ ਭਾਸ਼ਾ ਦਾ। ਹੁਣ ਦੇਖੋ ਤੁਸੀਂ ਕਦੋਂ ਦਾ ਚੱਲ ਰਿਹਾ ਹੈ। ਸਾਰੇ ਸੰਬੰਧਿਤ ਡਿਪਾਰਟਮੈਂਟ ਜਿਹੜੇ ਆ ਦਿੱਲੀ ਗਵਰਨਮੈਂਟ ਦੇ, ਉਹਨਾਂ ਦੇ ਵਿੱਚ ਨੋਟੀਫਿਕੇਸ਼ਨ ਗਿਆ ਹੈ ਕਿ ਅਗਰ ਉੱਥੇ ਕੋਈ ਪੰਜਾਬੀ ਦੇ ਵਿੱਚ ਚਿੱਠੀ ਪੱਤਰ ਆਉਂਦਾ ਹੈ ਤੇ ਉਹਦਾ ਜਵਾਬ ਦੇਣਾ ਲਾਜ਼ਮੀ ਹੈ। ਸਾਰੇ ਮੰਤਰੀਆਂ ਦੇ ਨਾਲ ਪੰਜਾਬੀ ਦੇ ਸਟੈਨੋ ਲਗਾਏ ਗਏ ਕਿ ਦਿੱਲੀ 'ਚ ਪੰਜਾਬੀ ਭਾਸ਼ਾ ਦਾ ਦਰਜਾ ਦਿੱਤਾ ਗਿਆ, ਪੰਜਾਬੀ ਲੋਕ ਹਨ ਤੇ ਪੰਜਾਬੀ ਚਿੱਠੀ ਪੜ੍ਹਤ ਆਏਗੀ। 7 ਮੰਤਰੀ ਬਣੇ, 7 ਸਟੈਨੋ ਲਗਾਏ ਗਏ, ਪਰ 7 ਮੰਤਰੀਆਂ ਦੇ ਸਟੈਨੋ ਦੇ ਕੋਲ ਇੱਕ ਵੀ ਚਿੱਠੀ ਪੰਜਾਬੀਆਂ ਨੇ ਨਹੀਂ ਲਿਖ ਕੇ ਦਿੱਤੀ। ਭਾਸ਼ਾ ਦਾ ਦਰਜਾ ਦਿੱਤਾ, ਨੌਕਰੀਆਂ ਦੇ ਦਿੱਤੀਆਂ ਉਹਨਾਂ ਨੂੰ, ਸਟੈਨੋ ਵੀ ਲੱਗੇ ਪੰਜਾਬੀ ਦੇ। ਮਕਸਦ ਇਹ ਸੀਗਾ ਕਿ ਕੋਈ ਪੰਜਾਬੀ ਵਿੱਚ ਚਿੱਠੀ ਲਿਖੇਗਾ ਤੇ ਮੰਤਰੀ ਨੂੰ ਉਸ ਪੰਜਾਬੀ ਦੇ ਆਉਂਦੀ ਨਹੀਂ ਤੇ ਉਹਦਾ ਸਟੈਨੋ ਉਹਨੂੰ ਦੱਸੇਗਾ, ਸਮਝਾਏਗਾ ਕਿ ਇਹ ਸਮੱਸਿਆ ਹੈ, ਇਹ ਮੰਗ ਕੀਤੀ ਗਈ ਹੈ। ਨਤੀਜਾ ਕੀ ਹੋਇਆ? ਉਹ ਜਿਹੜੇ ਬੰਦੇ ਰੱਖੇ ਗਏ ਸੀਗੇ ਉਹ ਵਾਪਸ ਆਪਣੇ ਸੂਬੇ 'ਚ ਚਲੇ ਗਏ। ਜਦੋਂ ਵਿਹਲੇ ਬਹਿ ਗਏ ਜਾਂ ਫਿਰ ਉਹਨਾਂ ਨੂੰ ਕਿਸੇ ਦੂਜੇ ਡਿਪਾਰਟਮੈਂਟ ਵਿਭਾਗਾਂ ਦੇ ਭੇਜ ਦਿੱਤਾ ਗਿਆ ਵੀ ਇੱਥੇ ਪੰਜਾਬੀ ਦਾ ਕੋਈ ਹੈ ਹੀ ਨਹੀਂ। ਹੁਣ ਅਸੀਂ ਕਹਿੰਦੇ ਆ ਕਿ ਸਰਕਾਰ ਪੰਜਾਬੀ ਨਹੀਂ ਲਾਗੂ ਕਰਦੀ। ਮੈਂ ਇੱਥੇ ਸਰਕਾਰ ਦਾ ਹਮਾਇਤੀ ਵੀ ਨਹੀਂ ਬਣ ਕੇ ਆਇਆ ਤੇ ਸਰਕਾਰ ਦਾ ਵਿਰੋਧੀ ਵੀ ਨਹੀਂ ਆ। ਮੈਂ ਆਮ ਗੱਲ, ਜਨਰਲ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ। 2004 ਉਸ ਵੇਲੇ ਦੀ ਸਰਕਾਰ ਨੇ ਆਰਡਰ ਕੱਢਿਆ। ਇਸ ਤੋਂ ਉਪਰੰਤ ਜਿਹੜਾ 2019 ਦੇ ਵਿੱਚ ਮੌਜੂਦਾ ਸਰਕਾਰ ਜਿਹੜੀ ਦਿੱਲੀ ਦੀ, ਉਹਨੇ ਦੁਬਾਰਾ ਫਿਰ ਨੋਟੀਫਿਕੇਸ਼ਨ ਕੱਢਿਆ, ਸਰਕੂਲਰ ਕੱਢਿਆ ਕਿ ਦਿੱਲੀ ਦੇ ਅੰਦਰ ਇਹ ਪੰਜਾਬੀ ਭਾਸ਼ਾ ਨੂੰ ਦੂਜਾ ਦਰਜਾ ਦਿੱਤਾ ਗਿਆ ਤੇ ਸਾਰੇ ਡਿਪਾਰਟਮੈਂਟ ਜਿਹੜੇ ਪੰਜਾਬੀ ਦੇ ਲਈ ਤਰੱਕੀ ਦੇ ਲਈ ਵਚਨਬੱਧ ਹਨ। ਤੇ ਕੌਣ ਕਰੇਗਾ ਕਾਰਜ? ਕਰਨਾ ਤਾਂ ਅਸੀਂ ਤੁਸੀਂ, ਇਹ ਜ਼ਿੰਮੇਵਾਰੀ ਤਾਂ ਸਾਡੀ ਹੈਗੀ ਹੈ। ਸਾਨੂੰ ਆਪਣੀ ਕਲੋਨੀਆਂ 'ਚ ਵੀ ਸਮੱਸਿਆਵਾਂ ਨਜ਼ਰ ਆਉਂਦੀਆਂ, ਹਰ ਤਰ੍ਹਾਂ ਦੀ ਸਮੱਸਿਆ ਨਾਲ ਅਸੀਂ ਜੂਝ ਵੀ ਰਹੇ ਹਾਂ, ਪਰ ਅਸੀਂ ਸਰਕਾਰ ਨੂੰ ਲਿਖ ਕੇ ਨਹੀਂ ਦੇਣਾ ਚਾਹੁੰਦੇ। ਮੈਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਿਆਂ, ਤੁਸੀਂ ਇੰਗਲਿਸ਼ 'ਚ ਲਿਖ ਦਿਓ ਕੋਈ ਗੱਲ ਨਹੀਂ, ਹਿੰਦੀ 'ਚ ਲਿਖ ਦਿਓ ਕੋਈ ਗੱਲ ਨਹੀਂ, ਪਰ ਦਸਤਖਤ ਪੰਜਾਬੀ ਦੇ ਵਿੱਚ ਕਰਕੇ ਦੇ ਦਿਓ, ਸਿਗਨੇਚਰ ਹੀ ਆਪਣੇ ਪੰਜਾਬੀ 'ਚ ਕਰਕੇ ਦੇ ਦਿਓ ਤੁਸੀਂ, ਤੇ ਤੁਹਾਨੂੰ ਜਵਾਬ ਪੰਜਾਬੀ 'ਚ ਆਏਗਾ। ਇਹ ਟੈਕਨੀਕਲੀ ਮੁੱਦਾ ਹੈ। ਤੁਸੀਂ ਇੰਗਲਿਸ਼ ਲੈਟਰ ਲਿਖ ਦਿੱਤਾ ਲੇਕਿਨ ਤੁਹਾਡੇ ਸਾਈਨ ਉਹ ਤੇ ਪੰਜਾਬੀ ਚਲੇ ਗਏ ਉਸ ਡਿਪਾਰਟਮੈਂਟ ਦੇ ਵਿੱਚ, ਤੇ ਤੁਹਾਨੂੰ ਜਵਾਬ ਪੰਜਾਬੀ 'ਚ ਆਏਗਾ। ਮਤਲਬ ਇਹ ਹੈ ਕਿ ਤੁਸੀਂ ਉਸ ਭਾਸ਼ਾ ਦੇ ਜਾਣਕਾਰ ਨਹੀਂ ਹੋ, ਤਾਂ ਹੀ ਤੁਸੀਂ ਇਸ ਭਾਸ਼ਾ ਦੇ ਵਿੱਚ ਵਰਤੋਂ ਕੀਤੀ ਹੈ। ਪਿੱਛੇ ਜੇ ਇਲੈਕਸ਼ਨ ਹੋਏ ਸੀਗੇ ਦਿੱਲੀ ਦੇ ਵਿੱਚ, ਮੈਂ ਆਰਟੀਆਈ ਪਾਏ ਨਿੱਜੀ ਤੌਰ ਤੇ। ਜਦੋਂ ਅਸੀਂ ਵੋਟ ਪਾਉਣ ਜਾਂਦੇ ਹਾਂ ਉੱਥੇ ਸਾਡੇ ਕੋਲੋਂ ਸਾਈਨ ਕਰਾਏ ਜਾਂਦੇ, ਦਸਤਖਤ ਕਰਾਏ ਜਾਂਦੇ ਆ। ਕਿੰਨਿਆਂ ਨੇ ਅਸੀਂ ਪੰਜਾਬੀ 'ਚ ਕੀਤੇ ਦਸਤਖਤ? ਕਿਸੇ ਨੇ ਨਹੀਂ ਕੀਤੇ। ਉਸ ਰਿਕਾਰਡ ਦੇ ਅੰਦਰ, ਰਜਿਸਟਰ ਦੇ ਅੰਦਰ ਆਪਣੇ ਕਿਤੇ ਸਾਈਨ ਪੰਜਾਬੀ 'ਚ ਨਹੀਂ ਕੀਤੇ ਸੀ। ਅਸੀਂ ਆਰਟੀਆਈ ਪਾਏ, ਦਿੱਲੀ 'ਚ ਇੱਕ ਵੀ ਬੰਦੇ ਦਾ ਨਾਮ ਨਹੀਂ ਆਇਆ ਸਾਡੇ ਕੋਲ, ਇੱਕ ਵੀ ਇਲਾਕੇ 'ਚੋਂ। ਪੰਜਾਬੀਆਂ ਦੇ ਗੜ, ਪੰਜਾਬੀਆਂ ਦੀ ਦਿੱਲੀ, ਫਿਰ ਅਸੀਂ ਲੱਭਦੇ ਪੰਜਾਬੀ ਦਾ ਆਪਣਾ ਕਿ ਸਾਨੂੰ ਕੋਈ ਮਿਲਦਾ ਨਹੀਂ ਇਹਦੇ 'ਚੋਂ ਪੜ੍ਹ ਕੇ। ਜਿੱਥੇ ਵੀ ਜਾਓ ਸੰਗਤ ਜੀ, ਪੰਜਾਬੀ ਨੂੰ ਅਪਣਾਓ, ਪੰਜਾਬੀ 'ਚ ਲਿਖੋ, ਤਾਂ ਹੀ ਪੰਜਾਬੀ 'ਚ ਤਰੱਕੀ ਹੈ। ਸਾਡਾ ਸਮਾਂ ਨਿਕਲ ਜਾਏਗਾ। ਸਾਡੀ ਆਉਣ ਵਾਲੀ ਪਨੀਰੀ, ਜਿਹੜੇ ਬੱਚੇ ਸਾਡੇ ਹਨ, ਉਹਨਾਂ ਦੇ ਭਵਿੱਖ ਦੇ ਲਈ ਕਾਰਜ ਕਰੋ। ਜੇ ਇਸ ਤਰੀਕੇ ਕਾਰਜ ਕਰਦੇ ਰਹਾਂਗੇ ਤਾਂ ਅਸੀਂ ਜਿਹੜਾ ਹੈ ਪੰਜਾਬੀ ਨੂੰ ਸਹੀ ਅਰਥਾਂ ਦੇ ਵਿੱਚ ਪਟਰਾਨੀ ਦਾ ਦਰਜਾ ਦੇ ਸਕਦੇ ਹਾਂ। ਜੇਕਰ ਤੁਸੀਂ 10ਵੀਂ ਜਮਾਤ ਤੱਕ ਪੰਜਾਬੀ ਵਿਸ਼ੇ ਨੂੰ ਅਪਣਾ ਲੈਂਦੇ ਹੋ, ਸਹੂਲਤ ਹੈ ਦੇਸ਼ ਦੇ ਸਾਰੇ ਬੋਰਡ ਦੇ ਅੰਦਰ, ਸੈਂਟਰ ਬੋਰਡ 'ਚ ਵੀ ਹੈਗੀ ਹੈ। ਤੁਸੀਂ ਮੁੱਖ ਵਿਸ਼ਾ ਲੈ ਸਕਦੇ ਹੋ, ਮੇਨ ਸਬਜੈਕਟ ਲੈ ਸਕਦੇ ਹੋ, ਐਡੀਸ਼ਨਲ ਲੈ ਸਕਦੇ ਹੋ। ਪੰਜਾਬੀ ਐਜ ਏ ਸਬਜੈਕਟ ਪੜ੍ਹ ਸਕਦੇ ਹੋ, ਪਰ ਇਹ ਸਹੂਲਤ ਉਦੋਂ ਤੱਕ ਹੈ ਜਦੋਂ ਤੱਕ ਬੱਚਾ ਸਕੂਲ ਕਾਲਜ ਪੜ੍ਹ ਰਿਹਾ, ਉਸ ਤੋਂ ਬਾਅਦ ਨਹੀਂ। ਹੁਣ ਮੇਰੇ ਵਰਗੀ ਉਮਰ ਦੇ ਕਿਸੇ ਬੰਦੇ ਨੇ ਪੰਜਾਬੀ ਦਾ ਸਬਜੈਕਟ ਆਪਟ ਕਰਨਾ ਹੋਇਆ, ਆਪਣੇ ਜਿਹੜੇ ਸੰਗਤ 'ਚ ਬੈਠੇ ਹੋਏ
ਨਹੀਂ ਮੌਕਾ ਮਿਲਿਆ, ਉਹਦੀ ਵੀ ਸਹੂਲਤ ਹੈ। ਓਪਨ ਸਕੂਲ, ਨੈਸ਼ਨਲ ਓਪਨ ਸਕੂਲ, NIOS ਆਨਲਾਈਨ ਐਡਮਿਸ਼ਨ ਹੈ। ਉਹਦੇ ਤੇ ਤੁਸੀਂ ਇੱਕ ਸਬਜੈਕਟ, ਸਿਰਫ ਇੱਕ ਸਬਜੈਕਟ ਆਪਟ ਕਰ ਸਕਦੇ ਹੋ ਪੰਜਾਬੀ ਦਾ। ਨੋ ਏਜ ਬਾਰ, ਕੋਈ ਉਮਰ ਤੁਹਾਡੇ ਰੁਕਾਵਟ ਨਹੀਂ ਬਣੇਗੀ। ਉਦਾਹਰਨ ਦਿਨਾ, ਇੱਕ ਦੱਖਣੀ ਭਾਰਤ ਦੀ ਇੱਕ ਪ੍ਰੋਫੈਸਰ, 70 ਸਾਲਾਂ ਦੀ ਉਹਦੀ ਏਜ ਹੋ ਗਈ, ਉਹਨੂੰ ਲੱਗਿਆ ਕਿ ਮੈਂ ਸੰਸਕ੍ਰਿਤ ਨਹੀਂ ਪੜ੍ਹੀ ਆਪਣੀ ਜ਼ਿੰਦਗੀ 'ਚ, ਕਦੇ ਵੀ ਮੌਕਾ ਨਹੀਂ ਮਿਲਿਆ। ਉਹਨੇ ਕਿਹਾ ਮੈਨੂੰ ਸੰਸਕ੍ਰਿਤ ਪੜ੍ਹਨੀ ਚਾਹੀਦੀ ਹੈ, ਤੇ ਉਹਨੇ ਇੱਥੇ ਸੰਸਕ੍ਰਿਤ ਆਪਟ ਕੀਤੀ। ਤੇ NIOS ਵਾਲਿਆਂ ਨੇ ਆਪਣੀ ਵੈਬਸਾਈਟ ਦੇ ਉੱਤੇ ਉਸ ਲੇਡੀ ਦੀ ਫੋਟੋ ਪਾਈ। ਆਹ ਦੇਖੋ ਬਈ, ਐਡੀ ਵੱਡੀ ਉਮਰ ਦਾ ਜਿਹੜਾ ਬੰਦਾ ਸਾਡੇ ਇੱਥੇ ਇੱਕ ਰੀਡਰ ਆਇਆ ਹੈ, ਇਹ ਭਾਸ਼ਾ ਪੜ੍ਹਨ ਲਈ ਆਇਆ ਹੈ। ਤੇ ਜਦੋਂ ਅਸੀਂ ਉੱਥੇ ਮੀਟਿੰਗਾਂ ਅਟੈਂਡ ਕਰਦੇ ਹਾਂ, ਸਿਲੇਬਸ ਕਮੇਟੀ ਜਾਂਦੇ ਹਾਂ, ਤਾਂ ਉਹ ਕਹਿੰਦੇ ਤੁਹਾਡੇ ਪੰਜਾਬੀ 'ਚ ਕੋਈ ਵੀ ਨਹੀਂ ਹੈਗਾ। ਮੈਂ ਪੰਜਾਬ ਤੱਕ ਜਾਇਆ ਆ, ਪੰਜਾਬ 'ਚ ਪ੍ਰੋਫੈਸਰਾਂ ਨੂੰ ਮਿਲਿਆ ਆ, ਦਿੱਲੀ 'ਚ ਕਈ ਲੋਕਾਂ ਨੂੰ ਮਿਲਿਆ। ਉਹ ਮੈਂ ਕਿਹਾ ਸਾਨੂੰ ਕੋਈ ਇੱਕ ਪੰਜਾਬੀ ਦੇ ਦਿਓ, ਐਡਮਿਸ਼ਨ ਮੈਂ ਕਰਾ ਦੇਣਾ, ਫੀਸ ਮੈਂ ਭਰ ਦੇਣਾ, ਤੁਸੀਂ ਆਓ ਤਾਂ ਸਹੀ। ਅਸੀਂ ਪੰਜਾਬੀ ਰਿਕਾਰਡ ਤੋੜਨਾ ਹੀ ਨਹੀਂ ਚਾਹੁੰਦੇ। ਬਈ ਉਸ ਬੰਦੇ ਦੀ ਫੋਟੋ ਆਏਗੀ, ਉਸ ਏਜ ਗਰੁੱਪ ਦਾ ਕੋਈ ਬੰਦਾ ਮਿਲ ਜਾਵੇ ਜਿਹਨੂੰ ਵੀ ਕਹਿੰਦੇ ਉਹ ਛੱਡ ਯਾਰ, ਹੁਣ ਅਸੀਂ ਪੜਾਂਗੇ, ਹੁਣ ਸਾਡੀ ਪੜ੍ਹਨ ਦੀ ਉਮਰ ਹੈ, ਕੀ ਲੈਣਾ, ਉਹ ਕੁਛ ਨਹੀਂ ਹੁੰਦਾ। ਇਹ ਸਾਡੀ ਸੋਚ ਬਣ ਗਈ ਹੈ, ਮਾਨਸਿਕਤਾ ਬਣ ਗਈ ਹੈ। ਤੁਹਾਡੇ ਵੀ ਸੰਪਰਕ 'ਚ ਕੋਈ ਇਹੋ ਜਿਹਾ ਬਜ਼ੁਰਗ ਆਉਂਦਾ ਹੈ ਤਾਂ ਉਹਨੂੰ ਫਾਰਮ ਭਰਨ ਲਈ ਪ੍ਰੇਰਿਤ ਕਰੋ, ਪੜ੍ਹਾਵਾਂਗੇ, ਅਸੀਂ ਗਾਈਡ ਅਸੀਂ ਕਰਾਂਗੇ, ਹਰ ਤਰੀਕੇ ਨਾਲ ਕਰਾਂਗੇ। ਉੱਥੇ ਆਨਲਾਈਨ ਫੈਸਿਲਿਟੀ ਹੈ ਉਸ ਬੋਰਡ ਵੱਲੋਂ ਬੱਚਿਆਂ ਦੇ ਲਈ, ਸਬਜੈਕਟ ਵਾਈਜ਼ ਇੱਕ ਸਬਜੈਕਟ। ਜੇਕਰ ਕੋਈ 10ਵੀਂ ਤੱਕ ਸਬਜੈਕਟ ਲੈ ਲੈਂਦਾ ਤਾਂ ਪੰਜਾਬੀ ਦਾ ਟਾਈਪਿਸਟ ਬਣ ਸਕਦਾ ਹੈ। ਅੱਜ ਅਸੀਂ ਪੰਜਾਬੀ ਦੀ ਕੋਈ ਚਿੱਠੀ ਟਾਈਪ ਕਰਾਉਣੀ, ਸਾਨੂੰ ਲੱਭਦਾ ਨਹੀਂ ਕੋਈ ਬੰਦਾ, ਸਾਨੂੰ ਸੰਪਰਕ ਕਰਨਾ ਪੈਂਦਾ, ਪੁੱਛਣਾ ਪੈਂਦਾ, ਤਲਾਸ਼ ਕਰਨਾ ਪੈਂਦਾ, ਸਰਚ ਕਰਨਾ ਪੈਂਦਾ। ਤੇ ਅਗਲਾ ਬੰਦਾ, ਰਹਿੰਦੇ ਅਸੀਂ ਇੱਧਰ ਜਮਨਾ ਪਾਰ ਹੈ ਤੇ ਸਾਨੂੰ ਜਾਣਾ ਪੈਂਦਾ ਤਿਲਕ ਨਗਰ, ਕਿ ਯਾਰ ਮੇਰੀ ਇੱਕ ਚਿੱਠੀ ਟਾਈਪ ਕਰ ਦੇ, ਮਜਬੂਰੀ ਆ ਭਾਈ। ਅਸੀਂ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਦੱਸਦੇ? ਸਾਰਾ ਦਿਨ ਇਹਦੇ ਨਾਲ, ਮੋਬਾਈਲ ਦੇ ਨਾਲ ਖੇਡਦੇ ਰਹਿੰਦੇ ਆ, ਉਹਨਾਂ ਨੂੰ ਕਿਉਂ ਨਹੀਂ ਕਹਿੰਦੇ ਪੰਜਾਬੀ ਟਾਈਪ ਕਰਨੀ ਵੀ ਸਿੱਖ ਲਾ। ਸਕੂਲ ਟਾਈਮ ਦੇ ਵਿੱਚ ਹੀ ਆਪਣਾ ਰੁਜ਼ਗਾਰ ਕਰ ਸਕਦਾ, ਪਾਕਟ ਮਨੀ ਦਾ ਖਰਚਾ ਕੱਢ ਸਕਦਾ। ਤੁਸੀਂ ਚਿੱਠੀ ਲਿਖ ਕੇ ਸਰਕਾਰ ਨੂੰ ਪਾਉਣੀ ਆ, ਜੇ ਸਰਕਾਰ ਨੂੰ ਚਿੱਠੀ ਲਿਖ ਕੇ ਪੰਜਾਬੀ 'ਚ ਪਾਓਗੇ, ਤੁਹਾਡੇ ਕੋਲ ਸਹੂਲਤ ਹੋਏਗੀ ਤਾਂ ਸਰਕਾਰ ਦੇ ਵੀ ਕੰਨ ਖੜੇ ਹੋਣਗੇ ਕਿ ਬਈ ਲੋਕਾਂ ਦੀ ਜਾਗਰੂਕਤਾ ਆ ਗਈ ਹੈ। ਤੇ ਜਿਹਦੇ ਕੋਲੋਂ ਚਿੱਠੀ ਕਰਵਾਓਗੇ ਤਿਆਰ, ਉਹਨੂੰ ਵੀ 150 ਰੁਪਏ ਦਿਓਗੇ। ਇੰਗਲਿਸ਼ ਵਾਲੇ, ਹਿੰਦੀ ਵਾਲੇ ਆਪਾਂ ਨੂੰ ਗਲੀ ਮੁਹੱਲੇ 'ਚ ਲੱਭਦੇ ਫਿਰਦੇ ਆ, ਜਿੱਥੋਂ ਮਰਜ਼ੀ ਟਾਈਪ ਕਰਵਾ ਲਓ। ਪੰਜਾਬੀ ਵਾਲਾ ਕੋਈ ਨਹੀਂ ਲੱਭਦਾ, ਪੂਰੀ ਕਲੋਨੀ ਕੀ ਪੂਰੇ ਇਲਾਕੇ 'ਚ ਨਹੀਂ ਕੋਈ ਮਿਲਦਾ। ਪੁੱਛਣਾ ਪੈਂਦਾ, ਭਾਈ ਮੈਂ ਇੱਕ ਲੈਟਰ ਟਾਈਪ ਕਰਾਉਣਾ, ਡਰਾਫਟ ਕਰਾਉਣਾ, ਮੈਨੂੰ ਕੋਈ ਦੱਸੋ। ਤੇ ਫਿਰ ਸਾਨੂੰ ਯਾਦ ਆਉਂਦਾ ਗੁਰਮਤਿ ਕਾਲਜ, ਉੱਥੇ ਚਲੇ ਜਾਓ ਮਾਤਾ ਸੁੰਦਰੀ, ਉੱਥੇ ਸਹੂਲਤ ਹੈਗੀ ਹੈ, ਉਹ ਸੌਖਾ ਲੱਗਦਾ। ਆਪਣੇ ਆਪਣੇ ਇਲਾਕੇ 'ਚ ਕੋਸ਼ਿਸ਼ ਕਰੋ ਇਸ ਚੀਜ਼ ਦੀ ਜਾਗਰੂਕਤਾ ਲਿਆਉਣ ਦੀ। ਹੁਣ ਜਿਹੜਾ ਕਚਹਿਰੀਆਂ, ਕੋਰਟ ਦੇ ਅੰਦਰ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ ਪੰਜਾਬੀ। ਜਿਹੜੀ ਐਪਲੀਕੇਸ਼ਨ ਦਿਓ, ਸਰਕਾਰ ਬਾਉਂਡ ਹੈ ਕੰਮ ਕਰਨ ਲਈ, ਤੁਸੀਂ ਨਹੀਂ ਹੋ। ਇੱਕ ਸੌਖਾ ਤਰੀਕਾ ਨਾ ਅਪਣਾਓ, ਉਹ ਮੈਗੀ ਵਾਲਾ ਸਿਸਟਮ ਨਾ ਅਪਣਾਓ, 2 ਮਿੰਟ ਬਸ। ਅੱਜ ਦਾ ਬੱਚਾ ਜਿਹੜਾ ਰੋਟੀ ਬਣਾਉਣਾ ਨਹੀਂ ਚਾਹੁੰਦਾ, ਆਟਾ ਗੁੰਨਣਾ ਨਹੀਂ ਚਾਹੁੰਦਾ, ਉਹਨੂੰ ਸੌਖਾ ਤਰੀਕਾ ਲੱਗਦਾ ਮੈਗੀ ਦਾ ਪੈਕਟ ਲਿਆਓ, ਬਣਾਓ ਤੇ ਖਾਓ, ਬਸ। ਮਿਹਨਤ ਕਰਨੀ ਪੈਣੀ ਹੈ ਸੰਗਤ ਜੀ। ਜੇ ਮਿਹਨਤ ਕਰ ਲਓਗੇ ਤੇ ਆਉਣ ਵਾਲੀ ਪਨੀਰੀ ਜਨਰੇਸ਼ਨ ਦਾ ਭਲਾ ਹੋ ਜਾਏਗਾ। ਅਸੀਂ ਕਲਾਸ 'ਚ ਵੀ ਕਹਿੰਦੇ ਹਾਂ, ਮੈਂ ਆਪ ਟੀਚਰ ਹਾਂ ਸਕੂਲ ਦੇ, ਜਿਵੇਂ ਵੀਰ ਹਰਪਾਲ ਸਿੰਘ ਨੇ ਦੱਸਿਆ, ਪੇਰੈਂਟ ਟੀਚਰ ਮੀਟਿੰਗ, ਇੱਕ ਗੁਰਸਿੱਖ ਪਰਿਵਾਰ ਦਾ ਜਿਹੜਾ ਮੈਂਬਰ ਜਿਹੜਾ ਮੇਰੇ ਕੋਲ ਆਇਆ, ਤੁਸੀਂ ਦੇਖੋ ਸਾਡੀ ਮਾਨਸਿਕਤਾ, ਅੰਮ੍ਰਿਤਧਾਰੀ ਸੀਗਾ ਉਹ। ਮੈਂ ਕਿਸੇ ਭਾਸ਼ਾ ਦਾ ਵਿਰੋਧੀ ਨਹੀਂ ਹਾਂ, ਸਾਨੂੰ ਸਾਰੀਆਂ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਮੈਂ ਇਸ ਉਮਰ 'ਚ ਆ ਕੇ ਉਰਦੂ ਵੀ ਸਿੱਖ ਰਿਹਾ, ਸਿੱਖ ਲੈਣੀ ਚਾਹੀਦੀ ਹੈ ਜਿਹੜਾ ਮੌਕਾ ਮਿਲੇ। ਪੇਰੈਂਟ ਟੀਚਰ ਮੀਟਿੰਗ 'ਚ ਆ ਕੇ ਉਸ ਬੱਚੇ ਦਾ ਫਾਦਰ ਕੀ ਕਹਿੰਦਾ ਹੈ ਕਿ ਸਿੰਘ ਸਾਹਿਬ ਤੁਸੀਂ ਨਾ ਆਪਣੀ ਕਲਾਸ 'ਚ ਬੱਚਿਆਂ ਨਾਲ ਇੰਗਲਿਸ਼ 'ਚ ਗੱਲ ਕਰਿਆ ਕਰੋ, ਇੰਗਲਿਸ਼ ਬੋਲਿਆ ਕਰੋ। ਮੈਂ ਕਿਹਾ ਠੀਕ ਹੈ ਜੀ, ਮੈਂ ਇੰਗਲਿਸ਼ ਬੋਲਾਂਗਾ, ਕੋਈ ਪ੍ਰੋਬਲਮ ਨਹੀਂ ਮੈਨੂੰ। ਪਰ ਮੈਂ ਕਿਹਾ ਮੇਰਾ ਜਿਹੜਾ ਸਬਜੈਕਟ ਹੈ ਪਤਾ ਕੀ ਹੈ, ਮੇਰਾ ਪੰਜਾਬੀ ਸਬਜੈਕਟ ਹੈ।
ਜੇ ਪੰਜਾਬੀ ਦਾ ਅਧਿਆਪਕ ਪੰਜਾਬੀ ਨਹੀਂ ਬੋਲੇਗਾ ਤੇ ਇੰਗਲਿਸ਼ ਵਾਲਾ ਅਧਿਆਪਕ ਤਾਂ ਪੰਜਾਬੀ ਬੋਲਣ ਤੋਂ ਰਿਹਾ। ਨਹੀਂ, ਪੰਜਾਬੀ ਤਾਂ ਜਿਹਨੂੰ ਆਪਣੇ ਘਰ ਸਿਖਾ ਲਾਂਗੇ, ਇਹ ਗੱਲ ਵੱਖਰੀ ਕਿ ਉਹਦਾ ਬੱਚਾ ਐਵਰੇਜ ਹੈ ਪੰਜਾਬੀ ਦੇ ਵਿੱਚ। ਇਹ ਸਾਡੀ ਮਾਨਸਿਕਤਾ ਬਣ ਗਈ ਹੈ। ਪੰਜਾਬੀ ਨੂੰ ਅਸੀਂ ਬਿਲਕੁਲ ਸੈਕੰਡਰੀ ਕਰਦੇ ਜਾ ਰਹੇ ਹਾਂ, ਪਿੱਛੇ ਧੱਕਾ ਮਾਰਦੇ ਜਾ ਰਹੇ ਹਾਂ। ਔਰ ਆਪਣੇ ਹੀ ਬੰਦੇ, ਬਾਹਰ ਦਾ ਬੇਗਾਨਾ ਕੋਈ ਨਹੀਂ, ਆਪਣੇ ਹੀ ਬੰਦੇ ਇਹ ਸਾਡੇ ਨਾਲ ਧੱਕਾ ਕਰ ਰਹੇ ਹਨ। ਇਸ ਤੋਂ ਉਪਰੰਤ ਜੇਕਰ ਤੁਸੀਂ 12ਵੀਂ ਤੱਕ ਇੱਕ ਵਿਸ਼ਾ ਪੜ੍ਹ ਲਿਆ ਤਾਂ ਤੁਹਾਡੇ ਕੋਲ ਹੋਰ ਮੌਕੇ ਖੁੱਲ ਜਾਣਗੇ। 12ਵੀਂ ਤੱਕ ਪੰਜਾਬੀ ਪੜ੍ਹਨ ਦੇ ਬਾਅਦ ਇੱਕ ਸਬਜੈਕਟ ਜਿਹੜਾ ਹੈ, ਜੇ 10ਵੀਂ ਤੱਕ ਪੜ੍ਹੀ ਹੈ ਤਾਂ ਲਿਮਿਟ ਦੇ ਸੋਰਸ ਹੈ। 12ਵੀਂ ਤੱਕ ਚਾਹੇ ਤੁਸੀਂ ਐਡੀਸ਼ਨਲ ਪੜ੍ਹੀ ਹੈ, ਚਾਹੇ ਮੇਨ ਸਬਜੈਕਟ ਪੜ੍ਹਿਆ ਹੈ, ਤੁਹਾਡੇ ਕੋਲ ਹੋਰ ਰਸਤੇ ਵੱਧ ਗਏ। ਤੁਸੀਂ ਪੰਜਾਬੀ ਦੇ ਅਧਿਆਪਕ ਬਣ ਸਕਦੇ ਹੋ। ਮੁੱਢਲੀ ਸਟੇਜ 12ਵੀਂ ਤੱਕ ਪੰਜਾਬੀ ਪੜ੍ਹ ਕੇ ਟੀਚਰ ਲੱਗ ਸਕਦੇ ਹੋ। ਮੇਰੇ ਸਟੂਡੈਂਟ ਲੱਗੇ ਆ ਟੀਚਰ, ਉਹਨਾਂ ਚ ਕੋਈ ਹੈਡ ਮਿਸਟਰਸ, ਹੈਡ ਮਾਸਟਰ ਬਣ ਗਏ ਹਨ ਪੰਜਾਬੀ ਪੜ੍ਹ ਕੇ। 12ਵੀਂ ਤੱਕ ਸਾਨੂੰ ਪਤਾ ਨਹੀਂ, ਕਿਉਂ ਨਹੀਂ ਪਤਾ? ਦਿੱਲੀ ਦੇ ਅੰਦਰ 12ਵੀਂ ਤੱਕ ਜਿਹੜੇ ਬੱਚੇ ਨੇ ਪੰਜਾਬੀ ਪੜ੍ਹੀ ਹੈ, ਉਹਦੇ ਕੋਲ ਟੀਚਰ ਟ੍ਰੇਨਿੰਗ ਕਰਨ ਦਾ ਆਪਸ਼ਨ ਹੈ ਸਰਕਾਰੀ। ਡਾਈਟ 2 ਸਾਲ ਦਾ ਡਿਪਲੋਮਾ ਹੈ, ਬੀਐਡ ਦੀ ਲੋੜ ਨਹੀਂ, ਡਿਪਲੋਮੇ ਦੀ ਗੱਲ ਕਰ ਰਹੇ 12ਵੀਂ ਦੇ ਬਾਅਦ ਸਰਕਾਰੀ। ਇਤਨਾ ਕੰਪੀਟੀਸ਼ਨ ਇਸ ਦੇ ਅੰਦਰ। ਹੁਣ ਨਿਕਲਣਗੇ ਅਗਲੇ ਮਹੀਨੇ ਫਾਰਮ ਰਿਜ਼ਲਟ ਦੇ ਬਾਅਦ। SCRT ਜਿਹੜੀ ਟੀਚਰ ਟ੍ਰੇਨਿੰਗ ਕਰਾਉਂਦੀ ਹੈ, ਇਸ ਦੇ ਅੰਦਰ ਇਤਨਾ ਕੰਪੀਟੀਸ਼ਨ ਹੈ ਸੰਗਤ ਜੀ, 100% ਤੱਕ ਮੈਰਿਟ ਚਲੀ ਜਾਂਦੀ ਹੈ। ਟੈਸਟ ਨਹੀਂ ਹੈ ਇਹਦੇ ਚ, ਐਂਟਰੈਂਸ ਐਗਜ਼ਾਮ ਕੋਈ ਨਹੀਂ ਹੈ, ਸਿਰਫ ਪਰਸੈਂਟੇਜ ਵਾਈਜ਼ ਮੈਰਿਟ ਬਣਦੀ ਹੈ, ਤੁਹਾਡਾ ਐਡਮਿਸ਼ਨ ਹੋ ਜਾਏਗਾ। ਤੇ ਪੰਜਾਬੀ ਵਾਲੇ ਸਟੂਡੈਂਟ ਲਈ 20 ਸੀਟਾਂ ਰਿਜ਼ਰਵ ਹੈ, ਜਿਹੜੇ ਟੀਚਰ ਬਣਨਾ ਚਾਹੁੰਦੇ ਹੈ। 12ਵੀਂ ਤੱਕ ਜਿਨ੍ਹਾਂ ਨੇ ਇੱਕ ਸਬਜੈਕਟ ਪੜ੍ਹ ਲਿਆ ਪੰਜਾਬੀ ਦਾ, 20 ਸੀਟਾਂ ਰਿਜ਼ਰਵ ਹੈ ਉਹਨਾਂ ਦੀਆਂ, ਪਰ 20 ਸੀਟਾਂ ਅੱਜ ਤੱਕ ਪੂਰੀਆਂ ਨਹੀਂ ਹੋਈਆਂ। 8, 10, 12, 14 20 ਸੀਟਾਂ ਨਹੀਂ ਰਿਜ਼ਰਵ ਹੋਈਆਂ। ਦੇਖੋ ਤੁਸੀਂ, ਸਰਕਾਰ ਨੇ ਤਾਂ ਕਰਤਾ ਇੰਪਲੀਮੈਂਟ, ਸੀਟਾਂ ਵੀ ਰਿਜ਼ਰਵ ਕਰਤੀਆਂ ਕਿ ਕੋਈ ਪੰਜਾਬੀ ਪੜ੍ਹਿਆ ਬੱਚਾ ਆਏਗਾ, ਐਡਮਿਸ਼ਨ ਲਏਗਾ, ਟੀਚਰ ਟ੍ਰੇਨਿੰਗ ਕਰੇਗਾ, ਉਹਦੇ ਬਾਅਦ ਨੌਕਰੀ ਲੱਗ ਜਾਏਗਾ, ਸਰਕਾਰੀ ਨੌਕਰੀ ਲੱਗੇਗਾ। ਪਰ ਸਾਡੇ ਜਾਗਰੂਕਤਾ ਨਹੀਂ ਹੈ। ਕੋਈ 10ਵੀਂ ਤੱਕ ਪੜ੍ਹ ਕੇ ਆਂਦਾ ਜੀ ਸਾਨੂੰ ਉੱਥੇ ਐਡਮਿਸ਼ਨ ਕਰਾ ਦਿਓ। ਕਿਵੇਂ ਐਡਮਿਸ਼ਨ ਕਰਾ ਦਈਏ? ਜਨਰਲ ਕੈਟਾਗਰੀ, ਤੁਹਾਡਾ ਐਡਮਿਸ਼ਨ ਨਹੀਂ ਹੋਣਾ, ਤੁਸੀਂ ਉਸ ਲੇਵਲ ਤੇ ਨਹੀਂ ਪਹੁੰਚੇ। ਪਹਿਲੀ ਪੌੜੀ ਹੈ ਤੁਹਾਡੀ ਇਹ, 12ਵੀਂ ਤੱਕ ਪੰਜਾਬੀ ਪੜ੍ਹ ਕੇ, ਚਾਹੇ ਤੁਸੀਂ ਐਡੀਸ਼ਨਲ ਪੜ੍ਹੀ ਹੈ, ਚਾਹੇ ਮੇਨ ਸਬਜੈਕਟ ਪੜ੍ਹਿਆ, ਸਬਜੈਕਟ ਲੈ ਕਰਕੇ ਤੁਸੀਂ ਟੀਚਰ ਬਣ ਸਕਦੇ ਹੋ। ਪੰਜਾਬੀ ਦੇ ਕੰਪਿਊਟਰ ਟਾਈਪਿਸਟ, ਇੱਕ ਮੈਨੂਅਲ ਟਾਈਪਰਾਈਟਰ ਹੈਗਾ, ਇੱਕ ਕੰਪਿਊਟਰ ਦੇ ਉੱਤੇ ਟਾਈਪਿੰਗ ਕਰਨਾ। ਸਟੈਨੋਗ੍ਰਾਫਰ ਦਾ ਕੋਰਸ ਕਰ ਸਕਦੇ ਹੋ। ਪੰਜਾਬੀ ਅਕੈਡਮੀ ਸਟੈਨੋਗ੍ਰਾਫਰ ਦਾ ਕੋਰਸ ਕਰਾਉਂਦੀ ਸੀ, ਹੌਲੀ ਹੌਲੀ ਉਹ ਬੰਦ ਹੋ ਗਿਆ। ਹੁਣ ਸਿਰਫ ਨਿਸ਼ਕਾਮ ਵਾਲੇ ਜਿਹੜੇ ਹਨ ਤਿਲਕ ਨਗਰ ਚ ਉਹੀ ਕਰਾਉਂਦੇ ਆ। ਕਿਉਂ? ਸਾਡਾ ਇੰਟਰਸਟ ਨਹੀਂ ਹੈਗਾ। ਜੇਕਰ ਤੁਸੀਂ ਲਿਖਤ ਪੜ੍ਹਤ ਕਰੋਗੇ ਤਾਂ ਹੀ ਤਾਂ ਸਟੈਨੋ ਦੀ ਲੋੜ ਪਏਗੀ ਸਾਨੂੰ, ਸਰਕਾਰ ਤਾਂ ਹੀ ਤਾਂ ਕਿਸੇ ਬੰਦੇ ਨੂੰ ਨੌਕਰੀ ਦੇਗੀ। ਇਹ ਜਿਹੜਾ ਹੈ ਤੁਸੀਂ ਇਸ ਤਰੀਕੇ ਰੁਜ਼ਗਾਰ ਹਾਸਲ ਕਰ ਸਕਦੇ ਹੋ। ਇਸ ਤੋਂ ਉਪਰੰਤ ਜਿਹੜਾ ਹੈ, ਜੇਕਰ ਤੁਸੀਂ ਗ੍ਰੈਜੂਏਸ਼ਨ BA ਤੱਕ ਇੱਕ ਸਬਜੈਕਟ ਦੇ ਤੌਰ ਤੇ ਪੰਜਾਬੀ ਪੜ੍ਹ ਲੈਣੀ, ਪੰਜਾਬੀ ਆਨਰਸ ਵੀ ਹੋ ਸਕਦਾ ਹੈ, ਪਾਸ ਕੋਰਸ ਵੀ ਹੋ ਸਕਦਾ ਹੈ, BA ਤੱਕ, ਤਾਂ ਹੁਣ ਤੁਹਾਡੇ ਕੋਲ ਸੈਂਕੜੇ ਮੌਕੇ ਜਿਹੜੇ ਹਨ ਰਸਤੇ ਦੇ ਅੱਜ ਖੁੱਲ ਜਾਂਦੇ ਹਨ ਪੰਜਾਬੀ ਪੜ੍ਹਨ ਵਾਲਿਆਂ ਲਈ। ਟਰਾਂਸਲੇਟਰ ਜਿਹੜਾ ਹੈ, ਅਨੁਵਾਦ ਦਾ ਕੰਮ, ਬਹੁਤ ਕੰਮ ਹੈ ਟਰਾਂਸਲੇਸ਼ਨ ਦੇ ਵਿੱਚ ਅੱਜ ਦੀ ਡੇਟ ਅੰਦਰ। ਬੰਦੇ ਨਹੀਂ ਮਿਲਦੇ ਕੰਮ ਕਰਨ ਵਾਲੇ, ਸਾਡੇ ਕੋਲ ਵੇਲ ਨਹੀਂ ਹੈ। ਬਹੁਤ ਦੁਨੀਆ ਪੁੱਛਦੀ ਆ, ਕੋਈ ਪੰਜਾਬੀ ਵਾਲਾ ਦੱਸੋ ਜੀ, ਅਸੀਂ ਇਹ ਕਾਗਜ਼ ਟਰਾਂਸਲੇਟ ਕਰਾਉਣਾ, ਕਿਤਾਬ ਟਰਾਂਸਲੇਟ ਕਰਾਉਣੀ ਹੈ, ਹਿੰਦੀ ਤੋਂ ਪੰਜਾਬੀ, ਇੰਗਲਿਸ਼ ਤੋਂ ਪੰਜਾਬੀ। ਕੰਮ ਹੈ ਮਾਰਕੀਟ ਦੇ, ਕਿਤੇ ਜਾਣ ਦੀ ਲੋੜ ਨਹੀਂ। ਘਰ ਆ ਕੇ ਪਬਲਿਸ਼ਰ ਕਿਤਾਬਾਂ ਦੇ ਜਾਂਦੇ ਹਨ ਕਿ ਇਹ ਕੰਮ ਕਰ ਦਿਓ ਤੁਸੀਂ, ਜੇ ਤੁਸੀਂ ਗ੍ਰੈਜੂਏਸ਼ਨ ਲੈਵਲ ਤੱਕ ਪੰਜਾਬੀ ਪੜ੍ਹ ਲੈਣੇ। ਮੌਕੇ ਹੈ। ਤੇ ਤੁਸੀਂ ਜਿਹੜਾ ਦੁਭਾਸ਼ੀਏ ਇੰਟਰਪ੍ਰੇਟਰ,
ਉਹ ਵੀ ਬਣ ਸਕਦੇ ਹੋ ਜੇਕਰ ਤੁਸੀਂ ਪੰਜਾਬੀ ਪੜ੍ਹੀ ਹੈ। ਬਾਹਰਲੇ ਮੁਲਕਾਂ ਤੋਂ ਲੋਕ ਆਉਂਦੇ ਹਨ, ਬਾਹਰਲੇ ਸੂਬਿਆਂ ਤੋਂ ਆਉਂਦੇ ਹਨ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ, ਉਹਨਾਂ ਦੇ ਲਈ ਤੁਸੀਂ ਇੰਟਰਪ੍ਰੇਟਰ ਦਾ ਕੰਮ ਕਰ ਸਕਦੇ ਹੋ। ਔਰ ਇੰਟਰਪ੍ਰੇਟਰ ਦੀ ਅੱਗੇ ਕੀ ਵੈਲਿਊ ਹੈ ਉਹ ਵੀ ਤੁਹਾਨੂੰ ਦੱਸੂਗਾ ਮੈਂ ਹੋਰ ਨੌਕਰੀਆਂ ਦੇ ਵਿੱਚ। ਪ੍ਰੂਫ ਰੀਡਿੰਗ ਕਰ ਸਕਦੇ ਹੋ ਤੁਸੀਂ ਕਿਸੇ ਕਿਤਾਬ ਦੀ, ਕਿਸੇ ਅਖਬਾਰ ਦੀ, ਕਿਸੇ ਰਸਾਲੇ ਦੀ, ਕਿਸੇ ਮੈਗਜ਼ੀਨ ਦੀ। ਪਰ ਪੇਜ ਦੇ ਹਿਸਾਬ ਨਾਲ ਪੇ ਕੀਤਾ ਜਾਂਦਾ ਪਬਲਿਸ਼ਰ ਵੱਲੋਂ, ਅਮਾਉਂਟ ਦਿੱਤਾ ਜਾਂਦਾ ਤੁਹਾਨੂੰ। ਲੱਭਦੇ ਆ, ਕਿਤਾਬਾਂ ਛਪ ਰਹੀਆਂ ਹਨ, ਮੈਗਜ਼ੀਨ ਛਪ ਰਹੇ ਹਨ, ਉਹਦੇ 'ਚ ਪ੍ਰੂਫ ਰੀਡਿੰਗ ਵਾਸਤੇ ਬੰਦੇ ਚਾਹੀਦੇ। ਉਹ ਪੈਸੇ ਵੀ ਦੇਣਾ ਚਾਹੁੰਦੇ ਹਨ ਪਰ ਸਾਡੇ ਕੋਲ ਬੰਦੇ ਨਹੀਂ ਹਨ ਜਿਹੜੇ ਇਸ ਲੈਵਲ ਤੇ ਕੰਮ ਕਰ ਸਕਣ। ਪੰਜਾਬੀ ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ ਤੁਹਾਡੇ ਕੋਲ ਕਿੰਨੇ ਮੌਕੇ, ਕਿੰਨੇ ਚੈਨਲ ਚੱਲਦੇ ਪਏ ਨੇ ਸੋਸ਼ਲ ਮੀਡੀਆ ਦੇ ਉੱਤੇ, ਕਿੰਨੇ ਅਖਬਾਰ ਛਪ ਰਹੇ ਹਨ, ਤੇ ਉਹਨਾਂ ਦੇ ਪੱਤਰਕਾਰਾਂ ਦੀ ਲੋੜ ਪੈਂਦੀ ਹੈ। ਪੱਤਰਕਾਰ ਤੁਹਾਡੇ ਵਰਗੇ ਹੀ ਆ ਸਕਦੇ, ਵੀਰ ਬੱਚੇ ਜਿਨ੍ਹਾਂ ਨੇ ਪੰਜਾਬੀ ਪੜ੍ਹੀ ਹੋਏਗੀ। ਕਈ ਵਾਰ ਤੁਸੀਂ ਚੈਨਲਾਂ ਤੇ ਦੇਖਦੇ ਹੋਗੇ ਥੱਲੇ ਇੱਕ ਸਟ੍ਰਿਪ ਚੱਲਦੀ ਹੈ, ਉਹਦੇ ਕਈ ਵਾਰੀ ਗਲਤ ਲਿਖਿਆ ਜਾਂਦਾ ਹੈ, ਸਪੈਲਿੰਗ ਗਲਤ ਆ ਰਹੇ ਹੁੰਦੇ। ਕਾਰਨ ਕਿ ਉੱਥੇ ਪੰਜਾਬੀ ਦੇ ਜਾਣਕਾਰ ਬੰਦੇ ਨਹੀਂ ਹਨ, ਅਵੇਸਲੇ ਹਨ, ਜਾਂ ਦੂਜੀ ਭਾਸ਼ਾਵਾਂ ਦੇ ਲੋਕ ਉਹਦੇ 'ਚ ਕੰਮ ਕਰ ਰਹੇ ਹਨ। ਇਸ ਕਰਕੇ ਜਿਹੜਾ ਉੱਥੇ ਗਲਤੀਆਂ ਦੀ ਭਰਮਾਰ ਹੁੰਦੀ ਹੈ। ਐਂਕਰ ਬਣ ਸਕਦੇ ਹੋ, ਵਧੀਆ ਪੰਜਾਬੀ ਬੋਲਦੇ ਹੋ, ਸੋਹਣੀ ਪੰਜਾਬੀ ਬੋਲਦੇ ਹੋ, ਤੇ ਸਟੇਜ ਤੇ ਕੰਪੇਅਰਿੰਗ ਵਾਸਤੇ ਤੁਹਾਨੂੰ ਬੁਲਾਇਆ ਜਾ ਸਕਦਾ ਹੈ। ਕਿੰਨੇ ਪ੍ਰੋਗਰਾਮ ਹੁੰਦੇ ਹਨ ਤੇ ਕੋਈ ਵੀ ਪ੍ਰੋਗਰਾਮ ਬਿਨਾਂ ਪੰਜਾਬੀ ਦੀ ਐਂਕਰਿੰਗ ਦੇ ਸਫਲ ਨਹੀਂ ਹੁੰਦਾ। ਮੂੰਹ ਮੰਗੇ ਪੈਸੇ ਦੇ ਦਿੰਦੇ ਆ ਚੈਨਲਾਂ ਵਾਲੇ, ਕੋਈ ਨਾ ਕੋਈ ਪ੍ਰੋਗਰਾਮ 'ਚ ਕਿਤੇ ਨਾ ਕਿਤੇ ਲੋੜ ਪੈਂਦੀ ਹੈ। ਪਰ ਇਹ ਸਭ ਤਾਂ ਹੀ ਹੈ ਜੇਕਰ ਅਸੀਂ ਪੰਜਾਬੀ ਪੜ੍ਹ ਰਹੇ ਹਾਂ, ਪੰਜਾਬੀ ਬੋਲ ਰਹੇ ਹਾਂ। ਜੇਕਰ ਅਸੀਂ ਹਮਕੋ ਤੁਮਕੋ ਕਲਚਰ ਨੂੰ ਅਡਾਪਟ ਕਰ ਰਹੇ ਫੇਰ ਨਹੀਂ। ਜੇ ਅਸੀਂ ਪੰਜਾਬੀ ਨੂੰ ਦਿਲੋਂ ਅਪਣਾ ਰਹੇ ਹਾਂ, ਉਹਦੀ ਸਮਝ ਰੱਖਦੇ ਆ ਭਾਸ਼ਾ ਦੀ, ਇਹ ਸਭ ਚੀਜ਼ਾਂ ਤਾਂ ਹੀ ਤੁਹਾਡੇ ਅੱਗੇ ਆਉਣਗੀਆਂ, ਤਾਂ ਹੀ ਤੁਹਾਡੇ ਅੱਗੇ ਰਸਤੇ ਖੁੱਲਣਗੇ। ਮਲਟੀਮੀਡੀਆ ਭਾਵ ਜਿਹੜੇ ਬੱਚੇ ਨੂੰ ਆਰਟ ਨਾਲ ਪਿਆਰ ਹੈ, ਡਰਾਇੰਗ ਨਾਲ ਪਿਆਰ ਹੈ, ਔਰ ਉਹਨੇ ਪੰਜਾਬੀ ਪੜ੍ਹੀ ਹੋਈ ਹੈ, ਬਹੁਤ ਵਧੀਆ ਮੌਕਾ ਉਹਦੇ ਕੋਲ। ਕਾਰਟੂਨ ਜਿਹੜੇ ਚੈਨਲਾਂ 'ਚ ਟੀਵੀ 'ਚ ਤੁਸੀਂ ਦੇਖਦੇ ਹੋ, ਉਹ ਮਲਟੀਮੀਡੀਆ ਵਾਲੇ ਬੰਦੇ ਬਣਾਉਂਦੇ ਡਿਜ਼ਾਈਨ। ਅਗਰ ਪੰਜਾਬੀ ਪੜ੍ਹੀ ਹੈ ਤਾਂ ਤੁਸੀਂ ਆਪਣੇ ਬੱਚੇ ਨੂੰ ਉਸ ਫੀਲਡ ਵਿੱਚ ਭੇਜ ਸਕਦੇ ਹੋ। ਮਲਟੀਮੀਡੀਆ ਦੇ ਅੰਦਰ ਬਹੁਤ ਲੋੜ ਹੈ। ਸਾਊਥ ਦੇ ਬੱਚੇ ਆ ਰਹੇ ਮਲਟੀਮੀਡੀਆ, ਸਾਡੇ ਪੰਜਾਬੀ ਬੱਚੇ ਨਹੀਂ ਜਾ ਰਹੇ। ਸਾਡੇ ਪੰਜਾਬੀ ਬੱਚੇ ਆਈਲੈਟ ਕਰਕੇ ਦੂਜੇ ਮੁਲਕਾਂ 'ਚ ਉਡਾਰੀ ਮਾਰ ਰਹੇ, ਇੱਥੇ ਨਹੀਂ ਰਹਿ ਰਹੇ। ਆਪਣੇ ਬੱਚਿਆਂ ਨੂੰ ਪੰਜਾਬੀ ਪੜ੍ਹਾਓ, ਅੱਗੇ ਲੈ ਕੇ ਆਓ। ਮੇਰੀ ਬੇਟੀ ਨੇ ਪੰਜਾਬੀ ਆਨਰਸ ਕੀਤੀ, ਉਹਦਾ ਨੰਬਰ ਇੰਗਲਿਸ਼ ਆਨਰਸ ਵੀ ਆ ਗਿਆ। ਮਾਨਸਿਕਤਾ ਦੀ ਗੱਲ ਕਰ ਰਹੇ ਹਾਂ, ਤੇ ਮੈਂ ਉਹਨੂੰ ਪੰਜਾਬੀ ਆਨਰਸ ਕਰਾਈ। ਮੇਰੇ ਨਾਲ ਦੇ ਸਾਥੀ ਪ੍ਰੋਫੈਸਰ ਵੀ ਹੈ, ਟੀਚਰ ਵੀ ਹੈ। ਉਹ ਗਿੱਲ ਸਾਹਿਬ ਕਿਹੜੇ ਚੱਕਰਾਂ 'ਚ ਪੈ ਗਏ, ਪੰਜਾਬੀ ਪੜ੍ਹ ਕੇ ਕੋਈ ਰੁਜ਼ਗਾਰ ਮਿਲਣਾ, ਯਾਰ ਕੀ ਕਰਨ ਲੱਗੇ ਹੋ ਤੁਸੀਂ। ਮੈਂ ਸਿਰਫ ਆਨਰਸ ਨਹੀਂ ਕਰਾਈ, ਇਹਨੂੰ ਡਾਈਟ ਵੀ ਕਰਾਈ, 2 ਸਾਲ ਦੀ ਟੀਚਰ ਟ੍ਰੇਨਿੰਗ ਵੀ ਕਰਾਈ। ਹੁਣ ਐਜ਼ ਏ ਟੀਚਰ ਉਹ ਕੰਮ ਕਰ ਰਹੀ ਹੈ। ਮੌਕੇ ਹੈ ਨਾ। ਅਸੀਂ ਚਾਹੁੰਦੇ ਹਾਂ ਕਿ ਦੂਜੇ ਕੰਮ ਕਰਨ, ਮੈਂ ਨਾ ਕਰਾਂ। ਮੈਂ ਆਪਣੇ ਬੱਚੇ ਨੂੰ ਪੰਜਾਬੀ ਨਾ ਪੜ੍ਹਾਵਾਂ, ਲੇਕਿਨ ਤੁਹਾਡੇ ਬੱਚੇ ਨੂੰ ਮੈਂ ਕਹਾਂ ਤੁਸੀਂ ਪੰਜਾਬੀ ਪੜ੍ਹਾਓ। ਕਿਉਂ ਬਈ? ਪਹਿਲਾਂ ਮੈਨੂੰ ਆਪ ਨੂੰ ਵੀ ਤਾਂ ਪੜ੍ਹਾਉਣੀ ਪਏਗੀ ਨਾ। ਅੱਜ ਪੰਜਾਬੀ ਦਾ ਅਧਿਆਪਕ, ਪੰਜਾਬੀ ਦਾ ਪ੍ਰੋਫੈਸਰ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਪੜ੍ਹਾਉਣਾ ਚਾਹੁੰਦਾ। ਉਹ ਕਹਿੰਦਾ ਦੂਜਿਆਂ ਦੇ ਬੱਚੇ ਪੜ੍ਹਨ। ਐਵੇਂ ਨਹੀਂ ਚੱਲਣਾ। ਸਾਨੂੰ ਆਪ ਅੱਗੇ ਆਉਣਾ ਪਏਗਾ, ਆਪ ਸੋਸਾਇਟੀ ਦੇ ਰੋਲ ਮਾਡਲ ਬਣਨਾ ਪਏਗਾ। ਅਸੀਂ ਆਪ ਆਪਣੇ ਬੱਚਿਆਂ ਨੂੰ ਨਾ ਪੜ੍ਹਾਈ ਤੇ ਦੂਜਿਆਂ ਨੂੰ ਕਿਵੇਂ ਕਹਿ ਸਕਦੇ ਹਾਂ? ਇੱਕ ਦੇਸ਼ ਦੀ ਬਹੁਤ ਮੰਨੀ ਪਰਮੰਨੀ ਸ਼ਖਸੀਅਤ ਹੈ, ਉਹਨਾਂ ਦੇ ਬੱਚੇ ਇੱਕ ਪਬਲਿਕ ਸਕੂਲ 'ਚ ਪੜ੍ਹਦੇ ਸਨ ਤੇ ਉਹਨਾਂ ਨੂੰ ਸਾਨੂੰ ਪੰਜਾਬੀ ਪੜ੍ਹਾਉਣ ਦਾ ਮੌਕਾ ਮਿਲਿਆ। ਤੁਹਾਡੇ ਵਰਗੇ ਕਿਸੇ ਸੱਜਣ ਮਿੱਤਰ ਨੇ ਦੱਸ ਪਾਈ ਕਿ ਉਹਨੂੰ ਜਾ ਕੇ ਪੰਜਾਬੀ ਪੜ੍ਹਾਓ ਜੀ। ਸਕੂਲ 'ਚ ਉਹਨਾਂ ਦੇ ਫ੍ਰੈਂਚ,
ਜੈਪਨੀਜ਼, ਚਾਈਨੀਜ਼, ਉਰਦੂ ਤੱਕ ਦੀ ਸਹੂਲਤ ਹੈ। ਸੰਸਕ੍ਰਿਤ ਵੀ ਹੈ, ਪੰਜਾਬੀ ਨਹੀਂ ਹੈ। ਉਹਦਾ ਓਨਰ ਵੀ ਪੰਜਾਬੀ ਹੈ, ਪ੍ਰਿੰਸੀਪਲ ਵੀ ਪੰਜਾਬੀ ਹੈ। ਅਸੀਂ ਉਹਨਾਂ ਨੂੰ ਪੰਜਾਬੀ ਪੜ੍ਹਾਈ ਬੱਚਿਆਂ ਨੂੰ ਜਾ ਕੇ। ਅਸੀਂ ਉਸ ਪਰਸਨੈਲਿਟੀ ਨੂੰ, ਫੈਮਿਲੀ ਨੂੰ ਬਹੁਤ ਰਿਕੁਐਸਟ ਕੀਤੀ ਕਿ ਆਪਣੇ ਬੱਚੇ ਨੂੰ ਪੰਜਾਬੀ ਆਪਟ ਕਰਵਾ ਦਿਓ, ਪਰ ਉਹ ਉਸ ਲੈਵਲ ਤੇ ਨਹੀਂ ਆਏ। ਤੁਸੀਂ ਆਓ, ਕਲਾਸ ਬੱਚੇ ਨੂੰ ਪੜ੍ਹਾਓ, ਬਾਅਦ ਪੰਜਾਬੀ ਬੋਲਣੀ ਸਿਖਾ ਦਿਓ। ਆਪ ਉਹ ਸਾਰਾ ਦਿਨ ਇੰਗਲਿਸ਼ ਕਨਵਰਸੇਸ਼ਨ ਕਰਦੇ ਹੈ, ਤੁਸੀਂ ਇਹਨੂੰ ਪੰਜਾਬੀ ਸਿਖਾ ਦਿਓ, ਪੰਜਾਬੀ 'ਚ ਨੂੰ ਪਾਠ ਕਰਨਾ ਸਿਖਾ ਦਿਓ। ਮੇਰੀ 1 ਘੰਟੇ ਦੀ ਕਲਾਸ ਹੈ, 2 ਘੰਟੇ ਦੀ ਕਲਾਸ ਹੈ, ਮੈਂ ਉਸ ਬੱਚੇ ਨੂੰ ਕਿੰਨਾ ਕੁ ਅਵੇਅਰ ਕਰ ਸਕਦਾ। ਜੇਕਰ ਅਸੀਂ ਬੱਚਿਆਂ ਨੂੰ ਕਹਿੰਦੇ ਤੁਸੀਂ ਆਪਣੇ ਪੇਰੈਂਟਸ ਨਾਲ ਪੰਜਾਬੀ ਵਿੱਚ ਗੱਲ ਕਰੋ, ਉਹ ਕਹਿੰਦੇ ਸਰ ਟਾਈਮ ਹੀ ਨਹੀਂ ਹੈ ਪੇਰੈਂਟਸ ਕੋਲ। ਜਿੰਨੇ ਚਿਰ ਨੂੰ ਅਸੀਂ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰਾਂਗੇ ਨਾ, ਸਾਡੇ ਪੇਰੈਂਟਸ ਪਤਾ ਨਹੀਂ ਕਿਹੜੇ ਮੁਲਕ 'ਚ ਪਹੁੰਚ ਜਾਣਗੇ। ਇਸ ਕਰਕੇ ਅਸੀਂ ਜਿਹੜਾ ਇੰਗਲਿਸ਼ ਬੋਲਦੇ। ਔਰ ਉੱਥੇ ਹੀ ਇੱਕ ਹੋਰ ਸ਼ਖਸੀਅਤ, ਉਹਨਾਂ ਨੇ ਆਪਣੇ ਗ੍ਰੈਂਡਸਨ, ਪੋਤਰੇ ਨੂੰ ਪੰਜਾਬੀ ਪੜ੍ਹਾਈ ਉਸੇ ਸਕੂਲ ਦੇ ਵਿੱਚ ਹੀ, ਜਿਹਦੀ ਮੈਂ ਤੁਹਾਨੂੰ ਐਗਜ਼ਾਮਪਲ ਦੇਣ ਲੱਗਾ। ਅਗਰ ਤੁਹਾਡੇ ਬੱਚੇ ਕਨਵੈਂਟ ਸਕੂਲ 'ਚ ਪੜ੍ਹਦੇ ਹੈ ਤਾਂ ਤੁਸੀਂ ਵੀ ਪੰਜਾਬੀ ਪੜ੍ਹਾ ਸਕਦੇ ਹੋ। ਉਹਨਾਂ ਨੇ ਗੁਰੂ ਸਾਹਿਬ ਦਾ ਘਰ 'ਚ ਪ੍ਰਕਾਸ਼ ਕੀਤਾ ਹੋਇਆ ਹੈ, ਤੇ ਉਹਨੂੰ ਲੱਗਿਆ ਕਿ ਵੀ ਮੇਰੇ ਬਾਅਦ ਇਸ ਦੀ ਸੇਵਾ ਸੰਭਾਲ ਕੌਣ ਕਰੇਗਾ। ਤੇ ਬੱਚੇ ਨੂੰ 9th ਕਲਾਸ 'ਚ ਉਹਨਾਂ ਨੇ ਪੰਜਾਬੀ ਆਪਟ ਕਰਾਈ ਫੋਰਸਫੁਲੀ। ਸਕੂਲ ਵਾਲਿਆਂ ਨੇ ਰਿਕੁਐਸਟ ਕੀਤੀ, ਸਕੂਲ ਨੇ ਰਿਫਿਊਜ਼ ਕਰਤਾ, ਕੋਈ ਆਪਸ਼ਨ ਨਹੀਂ ਹੈ। ਫਿਰ ਉਹ ਦਿੱਲੀ ਸਰਕਾਰ ਦਾ ਆਰਡਰ ਜਿਹੜਾ ਸੈਕੰਡ ਲੈਂਗੁਏਜ ਵਾਲਾ, ਉਹਨਾਂ ਨੇ ਕਿਹਾ ਦਿੱਲੀ ਸਰਕਾਰ ਦੀ ਜ਼ਮੀਨ ਤੇ ਤੁਸੀਂ ਸਕੂਲ ਬਣਾਇਆ, ਇੱਥੋਂ ਦੀ ਸ਼ਰਤਾਂ ਲਈ ਤੁਸੀਂ ਕਮਿਟਡ ਹੋ, ਪੜ੍ਹਾ ਸਕਦੇ ਹੋ ਤੁਸੀਂ। ਉਹ ਕਹਿੰਦੇ ਸਾਡੇ ਕੋਲ ਆਪਸ਼ਨ ਹੀ ਨਹੀਂ ਹੈ, ਸਾਡੇ ਕੋਲ ਟੀਚਰ ਹੀ ਨਹੀਂ ਹੈ। ਸਭ ਤੋਂ ਪਹਿਲਾਂ ਹੁੰਦਾ ਹੈ ਸਾਡੇ ਕੋਲ ਅਧਿਆਪਕ ਹੀ ਨਹੀਂ, ਅਸੀਂ ਕਿੱਥੋਂ ਪੜ੍ਹਾ ਦਈਏ। ਉਹ ਕਹਿੰਦੇ ਟੀਚਰ ਮੈਂ ਪ੍ਰੋਵਾਈਡ ਕਰਾਊਂਗਾ ਤੁਹਾਨੂੰ। ਸਾਡੀ ਕਿਸੇ ਨੇ ਦੱਸ ਪਾਈ ਗਈ। ਅਸੀਂ ਇਸ ਸਕੂਲ ਤੋਂ ਬਾਅਦ ਦੁਪਹਿਰ ਤੱਕ ਅਸੀਂ ਸਕੂਲ ਹੁੰਦੇ ਸੀਗੇ, ਸ਼ਾਮ ਨੂੰ ਉਸ ਬੱਚੇ ਦੇ ਘਰ ਜਾ ਕੇ ਉਸ ਨੂੰ ਪੜ੍ਹਾਉਂਦੇ ਸੀਗੇ, ਉਹਨੂੰ ਹੋਮਵਰਕ ਦਿੰਦੇ ਸੀਗੇ, ਕਲਾਸ ਵਰਕ ਦਿੰਦੇ ਸੀਗੇ। ਜਦੋਂ ਦੂਜੀ ਲੈਂਗੁਏਜ ਦਾ ਪੀਰੀਅਡ ਲੱਗਦਾ ਸੀ, ਉਹ ਬੱਚਾ ਆਪਣਾ ਪੰਜਾਬੀ ਦਾ ਕੰਮ ਕਰਦਾ ਸੀ। ਦੂਜੇ ਸਬਜੈਕਟ ਦਾ ਪੇਪਰ ਹੁੰਦਾ ਸੀ, ਉਹਦਾ ਯੂਟੀ ਸਕੂਲ ਨੂੰ ਮੇਲ ਕਰਦੇ ਸੀਗੇ, ਉਸੇ ਟੀਚਰ ਨੂੰ ਮੇਲ ਕਰਦੇ, ਉੱਥੋਂ ਦੀ ਉਹ ਪ੍ਰਿੰਟ ਲੈ ਕੇ ਉਸ ਬੱਚੇ ਨੂੰ ਪੇਪਰ ਦਿੰਦਾ ਸੀਗਾ। ਸਕੂਲ ਤੋਂ ਸੇਲ ਬੰਦ ਹੋ ਕੇ ਲਿਫਾਫਾ ਸਾਡੇ ਕੋਲ ਆਉਂਦਾ ਸੀਗਾ। 9th ਅੰਦਰ ਉਹਨੇ ਪੰਜਾਬੀ ਆਪਟ ਕੀਤੀ ਸੀ, ਊੜਾ ਐੜਾ ਜਿਹੜਾ ਉਹ ਤੋਂ ਉਹਨੂੰ ਸਿਖਾਉਣਾ ਸ਼ੁਰੂ ਕੀਤਾ ਸੀ ਅਸੀਂ। ਤੇ 10ਵੀਂ ਦੇ ਅੰਦਰ ਉਸ ਬੱਚੇ ਨੇ ਡਿਸਟਿੰਕਸ਼ਨ ਲਈ ਸੀ, ਡਿਸਟਿੰਕਸ਼ਨ। ਤੁਸੀਂ ਪੜ੍ਹਾ ਸਕਦੇ ਹੋ, ਅਸੀਂ ਤੁਹਾਨੂੰ ਫ੍ਰੀ ਆਫ ਕਾਸਟ ਆਪਣੀ ਸੇਵਾ ਦਾਂਗੇ। ਉਹਨਾਂ ਨੇ ਸਾਡੇ ਪੇਪਰ ਦਿੱਤੇ ਵੀ ਫਲਾਣੇ ਸਕੂਲ ਦਾ ਟੀਚਰ ਹੈ, ਉਹਦੀ ਇਹ ਕੁਆਲੀਫਿਕੇਸ਼ਨ ਹੈ, ਟ੍ਰੇਨ ਟੀਚਰ ਅਸੀਂ ਆਪਣੇ ਆਪ ਰੱਖ ਰਹੇ ਹਾਂ, ਅਸੀਂ ਪੈਸੇ ਦੇ ਕੇ ਰੱਖੀਏ ਆਪਣੇ ਘਰ 'ਚ, ਅਸੀਂ ਫ੍ਰੀ ਪੜ੍ਹਾਈਏ, ਸਾਡੀ ਹੈਡਕ ਹੈ। ਲੇਕਿਨ ਸਾਡੇ ਬੱਚੇ ਨੂੰ ਤੁਸੀਂ ਮੌਕਾ ਦਿਓ ਪੰਜਾਬੀ ਪੜ੍ਹਨ ਦਾ, ਤੇ ਤੁਸੀਂ ਵੀ ਲੈ ਸਕਦੇ ਹੋ ਆਪਣੇ ਇਲਾਕੇ ਦੇ ਅੰਦਰ ਜਿੱਥੇ ਤੁਹਾਡੇ ਬੱਚੇ ਪੜ੍ਹਦੇ ਪਏ। ਅਗਰ ਆਪਸ਼ਨ ਨਹੀਂ ਹੈ, ਸਕੂਲ ਤੁਹਾਨੂੰ ਮਨਾ ਕਰੇਗਾ, ਰਿਫਿਊਜ਼ ਕਰੇਗਾ, ਤੁਸੀਂ ਕਹੋ ਜੀ ਪੜ੍ਹਾਣਾ ਪਰ ਅਸੀਂ ਸਕੂਲ ਤੇ ਖਰਚਾ ਨਹੀਂ ਪਾ ਰਹੇ, ਇੱਕ ਵਾਰ ਸ਼ੁਰੂਆਤ ਤਾਂ ਕਰੋ। ਹੋ ਸਕਦਾ ਤੁਹਾਡੀ ਦੇਖਾ ਦੇਖੀ 2 4 5 10 ਬੱਚੇ ਹੋਰ ਆ ਜਾਣ, ਤੇ ਕਿਸੇ ਸਟੇਜ ਤੇ ਫਿਰ ਉੱਥੇ ਟੀਚਰ ਵੀ ਰੱਖਣਾ ਪਏ, ਕਿਸੇ ਨੂੰ ਇੰਪਲੋਇਮੈਂਟ ਮਿਲੇਗੀ। ਤੁਸੀਂ ਕੋਸ਼ਿਸ਼ ਕਰੋਗੇ ਤਾਂ ਇਹ ਉਪਰਾਲੇ ਤੁਸੀਂ ਸਾਰਿਆਂ ਨੇ ਮਿਲ ਕੇ ਕਰਨੇ ਆ। ਪੰਜਾਬੀ ਦੀ ਵਿਗਿਆਪਨ ਦੇ ਅੰਦਰ, ਐਡਵਰਟਾਈਜ਼ਮੈਂਟ ਦੇ ਅੰਦਰ ਬਹੁਤ ਮੌਕੇ ਹਨ। ਐਡ ਬਣਾਉਣੀਆਂ ਪੰਜਾਬੀ ਦੀਆਂ, ਹਰ ਅਖਬਾਰ ਛਪਦੀ ਹੈ, ਤੁਸੀਂ ਦੇਖਦੇ ਹੋ। ਉਹਦੇ ਲਈ ਬੰਦੇ ਨਹੀਂ ਮਿਲਦੇ ਏਜੰਸੀਆਂ ਨੂੰ। ਏਜੰਸੀਆਂ ਠੇਕੇ ਲੈ ਲੈਂਦੀਆਂ, ਸਰਕਾਰਾਂ ਤੋਂ ਵੀ ਲੈ ਲੈਂਦੀਆਂ, ਪ੍ਰਾਈਵੇਟ ਵੀ ਕੰਮ ਕਰ ਰਹੀਆਂ ਹਨ, ਪਰ ਪੰਜਾਬੀ ਵਾਲੇ ਬੰਦੇ ਨਹੀਂ ਹਨ। ਮੌਕੇ ਹਨ, ਕੋਸ਼ਿਸ਼ ਕਰੋਗੇ ਤਾਂ ਉਹਦੇ 'ਚ ਹੀ ਤੁਹਾਨੂੰ ਘਰ ਬੈਠੇ ਬਿਠਾਏ ਕੰਮ ਮਿਲ ਸਕਦਾ ਹੈ। ਆਰਾਮ ਨਾਲ ਵਧੀਆ ਤੁਸੀਂ ਇੰਪਲੋਇਮੈਂਟ ਅਰੇਂਜ ਕਰ ਸਕਦੇ ਹੋ। ਹੁਣ ਗੱਲ ਕਰੀਏ ਅਸਲੀ ਮੁੱਦੇ ਤੇ। ਪੰਜਾਬੀ ਪੜ੍ਹ ਕੇ IAS ਆਫੀਸਰ ਬਣਿਆ ਜਾ ਸਕਦਾ ਹੈ। ਸਿਵਲ ਸੇਵਾਵਾਂ 'ਚ ਹੁਣੇ ਰਿਜ਼ਲਟ ਆਏ ਆ ਪਿੱਛੇ ਜੇ, ਤੁਸੀਂ ਦੇਖਿਆ ਹੋਣਾ, ਕਿੰਨੇ ਹੀ ਮੁੰਡੇ ਕੁੜੀਆਂ ਆਏ ਆ। ਸਾਡੇ ਪੰਜਾਬੀ ਤਾਂ ਉਹਦੇ ਬਹੁਤ ਘੱਟ ਨਜ਼ਰ ਆ ਰਹੇ, ਸਿੱਖ ਕਈ ਤਾਂ ਨਿਗੂਣੇ ਹੀ ਹੈਗੇ। ਲੇਕਿਨ ਸਰਕਾਰ ਨੇ ਸਾਨੂੰ ਫੈਸਿਲਿਟੀ ਦਿੱਤੀ ਹੈ, UPSC ਦੇ ਅੰਦਰ ਪੰਜਾਬੀ ਦੀ ਆਪਸ਼ਨ ਦਿੱਤੀ ਹੈ IAS ਬਣਨ ਲਈ।
IPS ਬਣਨ ਦੇ ਲਈ, PCS ਜੱਜ ਬਣਨ ਦੇ ਲਈ। ਸਾਨੂੰ ਪਤਾ ਹੀ ਨਹੀਂ। ਸਾਹਮਣੇ ਦੇਖ ਰਹੇ ਹੋ ਨਾ ਤੁਸੀਂ ਫੋਟੋ, ਇਹ ਜਿਹੜਾ ਸਹਿਜਧਾਰੀ ਨੂੰ, ਜਿਸ ਦਾ ਨਾਮ ਵਰਿੰਦਰ ਸ਼ਰਮਾ ਹੈ, ਇਸ ਟਾਈਮ ਲੁਧਿਆਣੇ ਅੰਦਰ ਡਿਪਟੀ ਕਮਿਸ਼ਨਰ ਹਨ। ਡਿਪਟੀ ਕਮਿਸ਼ਨਰ 2016 ਦੇ ਵਿੱਚ ਇਹਨਾਂ ਨੇ IAS ਦਾ ਟੈਸਟ ਪਾਸ ਕੀਤਾ ਸੀ ਪੰਜਾਬੀ ਦੇ ਵਿੱਚੋਂ, ਪੰਜਾਬੀ ਸਬਜੈਕਟ ਲੈ ਕੇ। ਆਲ ਇੰਡੀਆ ਰੈਂਕਿੰਗ ਦੇ ਅੰਦਰ ਇਹਨਾਂ ਦੀ 4th ਪੋਜੀਸ਼ਨ ਆਈ ਸੀਗੀ। ਔਰ ਇਹਨਾਂ ਦਾ ਬੜਾ ਰੋਚਕ ਕਿੱਸਾ ਹੈ। ਦਿੱਲੀ ਆਏ ਸੀ, ਇਹਨਾਂ ਦਾ ਅਸੀਂ ਮਾਨ ਸਨਮਾਨ ਕੀਤਾ ਸੀ ਇੱਥੇ ਪੰਜਾਬੀ ਭਵਨ ਰਾਉਜ਼ ਐਵਨਿਊ ਦੇ ਵਿੱਚ। ਇਹਨਾਂ ਨੇ ਜਦੋਂ ਫਾਰਮ ਭਰਿਆ IAS ਦੀ ਨੌਕਰੀ ਵਾਸਤੇ, ਸਿਵਲ ਸਰਵਿਸ ਵਾਸਤੇ, ਲਾਸਟ ਚਾਂਸ ਸੀਗਾ ਏਜ ਦਾ ਇਹਨਾਂ ਦਾ, ਤੇ ਦਿੱਲੀ ਦੇ ਇੱਕ ਪ੍ਰੋਫੈਸਰ ਕੋਲ ਚਲੇ ਗਏ ਕਿ ਮੈਂ ਪੰਜਾਬੀ ਵਿੱਚ IAS ਬਣਨਾ ਚਾਹੁੰਦਾ, ਤੇ ਸਰ ਤੁਸੀਂ ਮੈਨੂੰ ਗਾਈਡ ਕਰੋ। ਇਹ ਔਨ ਰਿਕਾਰਡ ਗੱਲ ਹੈ, ਬਕਾਇਦਾ ਅਖਬਾਰ ਦੇ ਵਿੱਚ ਆਈ ਸੀ। ਉਸ ਪ੍ਰੋਫੈਸਰ ਦਾ ਮੈਂ ਨਾਮ ਨਹੀਂ ਦੱਸਾਂਗਾ, ਤੁਹਾਨੂੰ ਡਿਸਕਲੋਜ਼ ਨਹੀਂ ਕਰਾਂਗਾ। ਤੇ ਉਸ ਪ੍ਰੋਫੈਸਰ ਨੇ ਉਹਨੂੰ ਕੀ ਕਿਹਾ, ਕਹਿੰਦਾ ਤੇਰੀ ਮੱਤ ਮਾਰੀ ਗਈ ਹੈ, ਤੂੰ ਮੂਰਖ ਹੈ। ਉਹ ਪੰਜਾਬੀ ਪੜ੍ਹ ਕੇ ਕੋਈ IAS ਬਣਦਾ? ਕਦੀ ਸੁਣਿਆ? ਇਹ ਡਿਸਕਰੇਜ ਹੋ ਗਏ ਵਰਿੰਦਰ ਸ਼ਰਮਾ ਹੋਣੀ। ਇੱਕ ਵਾਰ ਤੈਨੂੰ ਲੱਗਿਆ ਮੈਂ ਗਲਤ ਡਿਸੀਜਨ ਲੈ ਬੈਠਾ, ਪਰ ਉਹ ਮੌਕਾ ਨਿਕਲ ਗਿਆ। ਫਾਰਮ ਭਰ ਚੁੱਕੇ ਹੈ, ਚੇਂਜ ਹੋ ਨਹੀਂ ਸਕਦਾ। ਸਾਡੇ ਤੁਹਾਡੇ ਵਰਗਾ ਹੁੰਦਾ ਕਹਿੰਦਾ ਮਾਰੋ ਗੋਲੀ ਯਾਰ, ਛੱਡੋ ਪਰਾ, ਨਹੀਂ ਪੜ੍ਹਦੇ ਅਸੀਂ। ਤਾਂ ਕੀ ਹੋ ਗਿਆ? ਪ੍ਰੋਫੈਸਰ ਨੇ ਕਹਿਤਾ ਨਹੀਂ ਬਣ ਸਕਦੇ, ਪਰ ਇਹਨਾਂ ਦਾ ਦ੍ਰਿੜ ਇਰਾਦਾ, ਸ਼ਕਤੀ, ਜਿਹੜੀ ਇੱਛਾ ਸ਼ਕਤੀ ਦੀ ਗੱਲ ਕਰ ਰਹੇ ਹਾਂ, ਵਿਲ ਪਾਵਰ ਜਿਹੜੀ ਹੈ ਇਤਨੀ ਸਟਰੋਂਗ ਸੀ। ਇਹਨਾਂ ਨੇ ਆਪ ਨੋਟਸ ਤਿਆਰ ਕੀਤੇ ਆਪਣੇ ਪੰਜਾਬੀ ਦੇ ਵਿੱਚ, ਦੇਖੋ ਤੁਸੀਂ, ਤਿਆਰੀ ਵਾਸਤੇ। ਤੇ ਆਲ ਇੰਡੀਆ ਰੈਂਕਿੰਗ 4th ਨੰਬਰ ਤੇ ਆ ਗਏ। ਇਹ ਡਿਪਟੀ ਕਮਿਸ਼ਨਰ ਹੈ, ਗੂਗਲ ਤੇ ਸਰਚ ਕਰ ਸਕਦੇ ਹੋ ਤੁਸੀਂ। ਇਹਨਾਂ ਦੇ ਨਾਲ ਤੁਸੀਂ ਦੇਖ ਰਹੇ ਹੋ ਸਰਦਾਰ ਕੁਲਵੰਤ ਸਿੰਘ, ਇਹ ਇਸ ਟਾਈਮ ਮੋਗੇ ਦੇ ਅੰਦਰ ਹਨ, ਡਿਪਟੀ ਕਮਿਸ਼ਨਰ। ਬੜੇ ਹੈਲਪਫੁਲ ਹਨ, ਬਹੁਤ ਹੈਲਪਫੁਲ ਹਨ, ਪੜ੍ਹਨ ਵਾਲੇ ਬੱਚਿਆਂ ਦੀ ਬਹੁਤ ਹੈਲਪ ਕਰਦੇ ਆ, ਆਪਣੀ ਪਾਕਟ ਚੋਂ ਕਰਦੇ ਆ। ਜਿਸ ਡਿਸਟ੍ਰਿਕਟ 'ਚ ਅਪਾਇੰਟ ਹੋ ਜਾਂਦੇ, ਲੋਕੀ ਇਹਨਾਂ ਨੂੰ ਜਾਣ ਨਹੀਂ ਦਿੰਦੇ। ਇਤਨੇ ਹਰਮਨ ਪਿਆਰੇ ਲੋਕਾਂ ਦੇ ਵਿੱਚ। ਇਹ ਵੀ ਪੰਜਾਬੀ ਸਬਜੈਕਟ ਲੈ ਕੇ ਇਸ ਪਾਸੇ ਆਏ ਹਨ। ਇਹਨਾਂ ਨੇ ਆਪਣਾ ਕਿੱਸਾ ਸ਼ੇਅਰ ਕੀਤਾ, ਇਹ ਵੀ ਦਿੱਲੀ 'ਚ ਆਏ ਸੀ, ਇਹਨਾਂ ਦਾ ਵੀ ਮਾਨ ਸਨਮਾਨ ਕੀਤਾ ਸੀਗਾ ਪਬਲਿਕਲੀ। ਇਹਨਾਂ ਤੇ ਡੌਰੀ ਦਾ ਕੇਸ ਪਾ ਕੇ ਇਹ ਜੇਲ੍ਹ ਦੇ ਵਿੱਚ ਸੀ ਉਸ ਟਾਈਮ, ਕੇਸ ਦੇ ਰਿਗਾਰਡਿੰਗ। ਉੱਥੋਂ ਦੀ ਐਗਜ਼ਾਮ ਦੇਣ ਗਏ, ਉੱਥੋਂ ਦੀ ਐਗਜ਼ਾਮ ਦੇਣ ਗਏ, ਪਾਸ ਕੀਤਾ, ਸਿਲੈਕਟ ਹੋ ਗਏ। ਤੁਹਾਡੇ ਸਾਹਮਣੇ ਨੌਕਰੀ ਵੀ ਕਰ ਰਹੇ, ਕੇਸ ਵੀ ਖਤਮ ਹੋ ਗਿਆ। ਝੂਠਾ ਕੇਸ ਸੀਗਾ, ਫਾਲਸ ਸੀਗਾ ਉਹ। ਇਹਨਾਂ ਨੇ ਦੱਸਿਆ ਕਿ ਜਿਹੜਾ ਉਹ ਐਸੇ ਜਿਹੜਾ ਹੈਗਾ, ਅੱਗੇ ਦਿਖਾਵਾਂਗੇ ਤੁਹਾਨੂੰ, ਕਿਉਂਕਿ ਟਾਈਮ ਦੇ ਅਕੋਰਡਿੰਗ ਮੈਂ ਗੱਲ ਕਰਨੀ ਹੈ, ਕਿਉਂਕਿ ਉਸ ਤੋਂ ਬਾਅਦ ਦੂਜਾ ਲੈਕਚਰ ਵੀ ਹੈ। ਲੇਖ ਜਿਹੜਾ ਐਸੇ ਜਿਹੜਾ ਸਕੂਲ 'ਚ ਵੀ ਆਉਂਦਾ ਹੈ, ਕਾਲਜ 'ਚ ਵੀ ਆਉਂਦਾ, ਯੂਨੀਵਰਸਿਟੀ 'ਚ ਵੀ ਆਉਂਦਾ, ਤੇ ਇਸ ਐਗਜ਼ਾਮ 'ਚ ਵੀ ਆਉਂਦਾ, ਸਿਵਲ ਸਰਵਿਸ 400 ਨੰਬਰ ਦਾ। ਸਕੂਲ ਕਾਲਜ 10-20 ਨੰਬਰਾਂ ਦਾ ਆਉਂਦਾ ਐਸੇ। ਇੱਕ ਛੋਟਾ ਜਿਹਾ ਨੁਕਤਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਐਸੇ ਦੇ ਬਾਰੇ, ਲੇਖ ਦੇ ਬਾਰੇ। ਆਪਣੇ ਬੱਚਿਆਂ ਨੂੰ ਤੁਸੀਂ ਵੀ ਅਵੇਅਰ ਕਰ ਸਕਦੇ ਹੋ। ਜਦੋਂ ਇਹਨਾਂ ਨੇ ਐਸੇ ਲਿਖਿਆ ਨਾ, ਇਹਨਾਂ ਨੇ ਐਸੇ ਆਪਣੀ ਇਸ ਮਾਨਸਿਕਤਾ ਦੇ ਨਾਲ ਲਿਖਿਆ ਕਿ ਮੇਰਾ ਪੇਪਰ ਚੈਕਰ ਜਿਹੜਾ ਹੈ ਕਿਸ ਏਜ ਗਰੁੱਪ ਦਾ ਹੋ ਸਕਦਾ ਹੈ। ਉਸ ਦੀ ਸੋਚ ਨੂੰ ਦੇਖ ਕਰਕੇ ਉਹਨਾਂ ਨੇ ਸ਼ਬਦਾਵਲੀ ਵਰਤੀ। ਸਾਡਾ ਅੱਜ ਦਾ ਬੱਚਾ ਅੱਜ ਦੇ ਲੋਕਾਂ ਦੇ ਹਿਸਾਬ ਨਾਲ ਲਿਖਦਾ ਹੈਗਾ, ਉਹ ਆਪਣੀ ਸ਼ਬਦਾਵਲੀ ਵਰਤਦਾ। ਇਹਨਾਂ ਨੇ ਉਸ ਨੂੰ ਵੇਖ ਕਰਕੇ ਵਰਤੀ। ਤੇ ਜਦੋਂ ਸਾਡੀ ਆਪਣੀ ਉਸ ਲੈਂਗੁਏਜ ਦੇ ਨਾਲ ਇੰਟਰੈਕਸ਼ਨ ਹੁੰਦੀ ਹੈ, ਤੇ ਨੈਚੁਰਲੀ ਗੱਲ ਹੈ ਸਟੂਡੈਂਟ ਦਾ ਪ੍ਰਭਾਵ ਪੈਂਦਾ। ਤੇ ਐਗਜ਼ਾਮਨਰ ਜਿਹੜਾ ਉਸ ਨੂੰ ਦੇਖ ਕਰਕੇ ਖੁਸ਼ ਹੁੰਦਾ, ਕਿਉਂਕਿ ਫੋਟੋ ਨਹੀਂ ਲੱਗੀ ਹੁੰਦੀ ਪੇਪਰ ਦੇ ਉੱਤੇ। ਇਹ ਇਹਨਾਂ ਦਾ ਆਪਣਾ ਨਿੱਜੀ ਤਜਰਬਾ ਸੀਗਾ। ਇਸ ਦੇ ਬਾਅਦ ਤੁਸੀਂ ਦੇਖ ਸਕਦੇ ਹੋ ਦੋ ਬ੍ਰਦਰ, ਜਸਮੀਤ ਸੰਧੂ ਤੇ ਤੇਗਵੀਰ ਸੰਧੂ। ਇਹ ਦੋਨੋਂ ਬ੍ਰਦਰ ਹਨ, ਆਪਣੇ ਦਿੱਲੀ ਦੇ ਹਨ, ਐਟ ਪ੍ਰੈਜ਼ੈਂਟ ਨਾਰਾਇਣਾ 'ਚ ਰਹਿੰਦੇ ਹਨ। ਜਸਮੀਤ ਸੰਧੂ ਦੀ ਜਿਹੜੀ ਹੈ 3rd ਰੈਂਕ,
ਤੀਜੀ ਪੋਜੀਸ਼ਨ ਆਈ ਸੀਗੀ IAS ਦੇ ਅੰਦਰ। ਇਸ ਟਾਈਮ ਰਾਜਸਥਾਨ 'ਚ ਅਪਾਇੰਟ ਹੈ। ਬ੍ਰਦਰ ਇਹਦਾ ਟ੍ਰੇਨਿੰਗ ਲਈ ਗਿਆ ਹੋਇਆ IPS ਦੀ। ਜਦੋਂ ਅਸੀਂ ਇਸ ਤੇ ਘਰ ਗਏ, ਜਸਮੀਤ ਸੰਧੂ ਦੇ ਘਰ, ਉਸ ਟਾਈਮ ਇਹ ਭੰਡਾਰਾ ਰੋਡ ਰਹਿੰਦੇ ਸੀਗੇ। ਫਾਦਰ ਇਹਦੇ ਐਗਰੀਕਲਚਰ ਮਿਨਿਸਟਰੀ ਅੰਦਰ ਸੀਗੇ, ਮਦਰ ਇਹਦੀ ਹਾਊਸ ਵਾਈਫ ਹੈ। ਤੇ ਇਸ ਦੇ ਪੇਰੈਂਟ ਦੇਖੋ, ਸਿਵਲ ਸਰਵਿਸ ਦੇ ਐਗਜ਼ਾਮ ਦੇ ਅੰਦਰ ਜੋ ਤੁਸੀਂ ਸਕੂਲ ਕਾਲਜ ਪੜ੍ਹਦੇ ਹੋ, ਜੋ ਤੁਹਾਡੀ ਗੁਰਬਾਣੀ ਹੈ, ਉਸ ਦੇ ਨਾਲ ਰਿਲੇਟਡ ਸਵਾਲ ਆਉਂਦੇ। ਆਸਾ ਦੀ ਵਾਰ ਦਾ ਸਵਾਲ ਆਉਂਦਾ ਉਹਦੇ 'ਚ। ਆਸਾ ਦੀ ਵਾਰ ਜਿਹੜੀ ਸਾਡੇ ਗੁਰੂ ਘਰਾਂ ਦੇ ਜਿਸ ਦਾ ਗਾਇਨ ਕੀਤਾ ਜਾਂਦਾ ਹੈ। ਇਸ ਨੌਜਵਾਨ ਨੇ ਆਸਾ ਦੀ ਵਾਰ ਪੂਰੀ ਦੀ ਪੂਰੀ ਕੰਠ ਕਰ ਲਈ। ਸਵੇਰ ਵੇਲੇ TV ਚੈਨਲ ਦੇ ਉੱਤੇ ਦਰਬਾਰ ਸਾਹਿਬ ਦਾ ਜਿਹੜਾ ਪ੍ਰੋਗਰਾਮ ਆਉਂਦਾ, ਉਸ ਬੈਠ ਕਰਕੇ ਸਵੇਰੇ ਘਰ ਦੇ ਅੰਦਰ ਪੂਰੀ ਆਸਾ ਦੀ ਵਾਰ। ਘਰ ਦੇ ਫੈਮਿਲੀ ਮੈਂਬਰ ਸਾਰੇ ਸੁੱਤੇ ਪਏ ਐ, ਇਹ ਆਪਣਾ ਔਨ ਕਰ ਕਰਕੇ ਡੈਡੀਕੇਸ਼ਨ ਦੀ ਗੱਲ ਕਰ ਰਿਹਾ ਤੁਹਾਨੂੰ ਮੈਂ। ਇਸ ਦੇ ਪੇਰੈਂਟਸ ਸਾਨੂੰ ਦੱਸਿਆ ਬਿਲਕੁਲ ਨਾਰਮਲ ਪਰਸਨੈਲਿਟੀ ਸੀ। ਜਦੋਂ ਰਿਜ਼ਲਟ ਆਇਆ ਤੇ ਮੈਟਰੋ ਦੇ ਅੰਦਰ ਆ ਰਹੇ ਸੀ ਘਰੇ, ਸਾਦਗੀ ਪਸੰਦ ਬਿਲਕੁਲ ਹੀ। ਘਰ ਪਹੁੰਚੇ ਤਾਂ TV ਚੈਨਲ ਵਾਲਿਆਂ ਨੇ ਘੇਰਾ ਪਾ ਰੱਖਿਆ ਸੀ ਘਰ ਦੇ ਵਿੱਚ। ਇਹਦੇ ਪੰਜਾਬੀ ਕਰਕੇ ਦੀ 3rd ਰੈਂਕ ਆਈ ਹੈ। ਪੰਜਾਬੀ ਆਪਟ ਕੀਤੀ ਸੀ ਇਸਨੇ ਸਿਵਲ ਸਰਵਿਸ ਦੇ ਵਿੱਚ। ਦੇਖੋ ਤੁਸੀਂ, ਇਸ ਤੋਂ ਬਾਅਦ ਇਸ ਦੇ ਬ੍ਰਦਰ ਨੇ ਕੀਤੀ। ਉਸ ਤੋਂ ਉਪਰੰਤ ਕਿਤਨੇ ਨੌਜਵਾਨ ਆ ਗਏ ਹਨ ਪੰਜਾਬੀ ਦੇ ਨਾਲ ਸਿਵਲ ਸਰਵਿਸ ਦੇ ਵਿੱਚ। ਮੌਕੇ ਹਨ, ਅਗਰ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਇੱਕ ਸਬਜੈਕਟ ਦੇ ਤੌਰ ਤੇ ਪੜ੍ਹਾਉਂਦੇ ਹੋ। BA ਦੇ ਬਾਅਦ ਤੁਸੀਂ MA ਕਰਕੇ, ਪੋਸਟ ਗ੍ਰੈਜੂਏਸ਼ਨ ਕਰਕੇ ਸੀਨੀਅਰ ਸਕੂਲ ਦੇ ਅੰਦਰ ਟੀਚਰ ਲੱਗ ਸਕਦੇ ਹੋ, ਵੱਡੀਆਂ ਕਲਾਸਾਂ ਨੂੰ ਪੜ੍ਹਾ ਸਕਦੇ ਹੋ। ਡਾਈਟ ਕਰਕੇ ਛੋਟੀ ਕਲਾਸਾਂ ਜਾਓਗੇ, MA ਕਰਕੇ ਵੱਡੀ ਕਲਾਸਾਂ ਜਾਓਗੇ, ਵੱਡੇ ਸਕੂਲਾਂ ਦੇ ਵਿੱਚ 10ਵੀਂ 12ਵੀਂ ਨੂੰ ਪੜ੍ਹਾ ਸਕਦੇ ਹੋ। ਜੇਕਰ ਤੁਸੀਂ MPhil PhD ਕਰਦੇ ਹੋ ਤਾਂ ਤੁਹਾਡੇ ਕੋਲ ਕਾਲਜ ਦੇ ਯੂਨੀਵਰਸਿਟੀ ਦੇ ਰਸਤੇ ਖੁੱਲ ਜਾਂਦੇ ਹਨ। ਅੱਜ ਦਿੱਲੀ ਯੂਨੀਵਰਸਿਟੀ ਦੇ ਅੰਦਰ MA ਕਰਨ ਦੇ ਲਈ ਦਿੱਲੀ ਦੇ ਬੱਚੇ ਨਹੀਂ ਆ ਰਹੇ, ਪੰਜਾਬ ਤੋਂ ਆ ਰਹੇ ਹਨ। ਡਿਪਾਰਟਮੈਂਟ ਦੇ ਅੰਦਰ ਤੁਸੀਂ ਜਾ ਕੇ ਦੇਖ ਸਕਦੇ ਹੋ। ਸਾਡੇ ਬੱਚੇ ਇਸ ਪਾਸੇ ਨਹੀਂ ਚੱਲ ਰਹੇ। ਮੌਕੇ ਹਨ, ਕੋਸ਼ਿਸ਼ ਕੀਤੀ ਜਾਏ ਤਾਂ ਤੁਹਾਡੇ ਬੱਚੇ ਵੀ ਜਿਹੜੇ ਹਨ ਇਹਨਾਂ ਕਾਲਜਾਂ 'ਚ ਯੂਨੀਵਰਸਿਟੀਆਂ 'ਚ ਆ ਸਕਦੇ ਹਨ। ਇਹ ਅਸੀਂ ਇੱਕ ਕਿਤਾਬਚਾ ਤਿਆਰ ਕੀਤਾ ਹੋਇਆ ਹੈ, ਬੁੱਕਲੈਟ ਸਿਵਲ ਸਰਵਿਸ ਵਾਸਤੇ। ਜਿਹੜੇ ਜਾਣਾ ਚਾਹੁੰਦੇ ਹਨ ਅਸੀਂ ਉਹਨਾਂ ਨੂੰ ਫ੍ਰੀ ਆਫ ਕਾਸਟ ਜਿਹੜੀ ਹੈ ਇਹਨੂੰ ਭੇਜਦੇ ਹਾਂ, ਡਿਜੀਟਲ ਕਾਪੀ ਜਿਹੜੀ ਹੈ। ਤੇ ਉਸ ਦੇ ਅੰਦਰ ਸਾਰਾ ਕੁਝ ਦੱਸਦੇ ਹਾਂ ਅਸੀਂ। ਇਹ ਸਾਡੀ ਟੀਮ ਹੈ ਪੰਜਾਬੀ ਹੈਲਪਲਾਈਨ ਦੀ, ਮੇਰੇ ਸਾਥੀਆਂ ਨਾਲ ਦੇ, ਇਹ ਵੀ ਸਰਕਾਰੀ ਸਕੂਲਾਂ ਟੀਚਰ ਹਨ। ਟਾਈਮ ਕੱਢ ਕੇ ਜਿਹੜਾ ਅਸੀਂ ਲੈਂਗੁਏਜ ਦੀ ਅਵੇਅਰਨੈਸ ਲਈ ਕੰਮ ਕਰਦੇ ਹਾਂ। ਇਹ ਦੇਖੋ, ਇਹ ਕੁਲਵੰਤ ਸਿੰਘ ਜੀ ਨੇ ਇਸ ਕਿਤਾਬਚੇ ਦਾ ਪ੍ਰੀਫੇਸ ਮੁਖਬੰਦ ਲਿਖਿਆ ਬੁੱਕਲੈਟ ਦਾ, ਜਿਹੜੀ ਸਟੂਡੈਂਟ ਦੇ ਲਈ ਹੈਲਪਫੁਲ ਹੈਗੀ ਹੈ। ਇਸ ਦੇ ਅੰਦਰ ਅਸੀਂ ਦੱਸਦੇ ਹਾਂ ਕਿ ਕਿਸ ਤਰ੍ਹਾਂ ਨਾਲ ਬੱਚਿਆਂ ਨੇ ਅਪਲਾਈ ਕਰਨਾ ਹੈ ਸਿਵਲ ਸਰਵਿਸ ਵਾਸਤੇ, ਕੀ ਏਜ ਲਿਮਿਟ ਹੈ, ਕੀ ਕੁਆਲੀਫਿਕੇਸ਼ਨ ਹੈ, ਕਿਵੇਂ ਸਬਜੈਕਟ ਹੈਗਾ, ਕਿਹੜਾ ਸਿਲੇਬਸ ਹੈਗਾ। ਚਾਰੋਂ ਪਰਚਿਆਂ ਦਾ ਅਸੀਂ ਇਹਦੇ ਸਿਲੇਬਸ ਦਿੱਤਾ ਹੋਇਆ ਹੈ, ਬੱਚਿਆਂ ਨੂੰ ਜਾਣਕਾਰੀ ਦਿੱਤੀ ਹੈ ਕਿਵੇਂ ਉਹਨੇ ਤਿਆਰੀ ਕਰਨੀ ਹੈ। ਇਸ ਤਰ੍ਹਾਂ ਨਾਲ ਸੰਗਤ ਜੀ ਤੁਸੀਂ ਜਿਹੜਾ ਆਪਣੇ ਬੱਚਿਆਂ ਨੂੰ ਇਸ ਪਾਸੇ ਲਿਆ ਸਕਦੇ ਹੋ, ਸਿਵਲ ਸਰਵਿਸ ਵਾਲੇ ਪਾਸੇ। ਕਿਹੜੀਆਂ ਬੁੱਕਸ ਚਾਹੀਦੀਆਂ ਹਨ ਪੜ੍ਹਨ ਵਾਸਤੇ, ਉਹਦੀ ਜਾਣਕਾਰੀ ਵੀ ਅਸੀਂ ਇਹਦੇ 'ਚ ਦਿੱਤੀ ਹੈ ਕਿ ਬੱਚੇ ਕਿਤਾਬਾਂ ਪੜ੍ਹਨਗੇ ਤਾਂ ਸਿਵਲ ਸਰਵਿਸ ਵਿੱਚ ਉਹ ਜਾ ਸਕਦੇ ਹਨ। ਤੇ ਤਿਆਰੀ ਕਿਵੇਂ ਕੀਤੀ ਜਾਵੇ, ਇੱਕ ਮੁੱਢਲਾ ਨੁਕਤਾ ਹੈ ਤਿਆਰੀ ਵਾਸਤੇ। ਜੇਕਰ ਤੁਹਾਡੇ ਘਰ ਵਿੱਚ ਪੰਜਾਬੀ ਭਾਸ਼ਾ ਦਾ ਅਖਬਾਰ ਆਉਂਦਾ ਹੈ, ਹੱਥ ਖੜਾ ਕਰਕੇ ਦੱਸੋ ਕਿੰਨਾ ਦੇ ਘਰਾਂ 'ਚ ਪੰਜਾਬੀ ਦਾ ਅਖਬਾਰ ਆਉਂਦਾ ਹੈ। ਤੁਹਾਡੇ ਸਾਹਮਣੇ ਹੈ। ਮਲਿਆਲਮ ਭਾਸ਼ਾ 'ਚ ਅਖਬਾਰ ਛਪਦਾ ਹੈ, ਉਹਦੀ ਗਿਣਤੀ ਪਤਾ ਕਿੰਨੀ ਹੈ? 5 ਲੱਖ। 5 ਲੱਖ ਦੀ ਗਿਣਤੀ 'ਚ। ਤੇ ਸਾਡੇ ਜਿਹੜੇ ਅਖਬਾਰ ਹੈ ਉਹ ਕੁਝ ਸੈਂਕੜੇ ਦੀ ਗਿਣਤੀ ਤੱਕ ਹੀ ਰਹਿ ਜਾਂਦੇ ਆ। ਅਸੀਂ ਆਪਣੇ ਘਰਾਂ 'ਚ ਅਖਬਾਰ ਹੀ ਨਹੀਂ ਲਗਾ ਰੱਖੇ। ਦੇਖੋ ਤੁਸੀਂ, ਤੇ ਸਾਡੇ ਬੱਚਿਆਂ ਨੂੰ ਕਿਵੇਂ ਪਤਾ ਲੱਗੇਗਾ? ਸਕੂਲ ਦੇ ਸਿਲੇਬਸ 'ਚ ਲੈਟਰ ਆਉਂਦਾ ਹੈ ਲਿਖਣ ਲਈ ਪੰਜਾਬੀ ਅਖਬਾਰ ਦੇ ਸੰਪਾਦਕ ਨੂੰ
ਤੇ ਬੱਚਾ ਪੰਜਾਬੀ ਅਖਬਾਰ ਦਾ ਨਾਮ ਲਿਖਦਾ ਟਾਈਮਸ ਆਫ ਇੰਡੀਆ, ਪੰਜਾਬ ਕੇਸਰੀ, ਹਿੰਦੁਸਤਾਨ ਟਾਈਮਸ। ਬੱਚੇ ਦਾ ਕਸੂਰ ਨਹੀਂ ਹੈ, ਪੰਜਾਬੀ ਦਾ ਅਧਿਆਪਕ ਹੀ ਉਹਨੂੰ ਜਾ ਕੇ ਕਲਾਸ 'ਚ ਨਹੀਂ ਦੱਸਦਾ ਪੰਜਾਬੀ ਦਾ ਅਖਬਾਰ ਹੈ। ਘਰ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ। ਇਸ ਕਰਕੇ ਸੰਗਤ ਜੀ ਆਪਣੇ ਘਰਾਂ 'ਚ ਅਖਬਾਰ ਲਗਾਓ, ਬੱਚੇ ਨੂੰ ਅਖਬਾਰ ਦੇ ਅੰਦਰ ਪੂਰਾ ਨਾ ਪੜਵਾਓ, ਉਹਦਾ ਸਿਰਫ ਐਡੀਟੋਰੀਅਲ ਪੜ੍ਹਨ ਦੀ ਆਦਤ ਪਾ ਦਿਓ ਬੱਚੇ ਨੂੰ, ਸੰਪਾਦਕੀ। ਤਾਂ ਜ਼ਿੰਦਗੀ ਦੀ 50% ਦੌੜ ਕਾਮਯਾਬੀ ਦੀ ਉਹ ਕਰ ਲੇਗਾ, ਜਿੱਤ ਜਾਏਗਾ। ਸਿਰਫ ਐਡੀਟੋਰੀਅਲ ਪੜ੍ਹਨਾ ਸਿਖਾ ਦਿਓ ਉਹਨੂੰ। ਸੰਪਾਦਕੀ ਜਿਹੜਾ ਹਰ ਅਖਬਾਰ ਛਪਦਾ ਹੈ, ਆਪਣੇ ਘਰ 'ਚ ਅਖਬਾਰ ਜ਼ਰੂਰ ਲਗਾਓ ਪੰਜਾਬੀ ਦਾ, ਛਪੇਗਾ ਤੇ ਰੁਜ਼ਗਾਰ ਦੇ ਸਾਧਨ ਵਧਣਗੇ। ਰੋਜ਼ਾਨਾ ਨਹੀਂ ਲੈ ਸਕਦੇ, ਹਫਤੇ ਦੇ ਹਫਤੇ ਲੈਣਾ ਸ਼ੁਰੂ ਕਰ ਦਿਓ, ਵੀਕਐਂਡ ਤੇ ਲੈਣਾ ਸ਼ੁਰੂ ਕਰ ਦਿਓ, ਲੇਕਿਨ ਬੱਚਨ ਕੋ ਪੜ੍ਹ ਵੀ ਕਾਕਾ ਇਹਨੂੰ। ਅਖਬਾਰ ਸੌਖੀ ਭਾਸ਼ਾ 'ਚ ਹੁੰਦੇ ਆ, ਕਿਤਾਬਾਂ ਔਖੀ ਭਾਸ਼ਾ 'ਚ ਹੁੰਦੀਆਂ ਹਨ, ਤੇ ਬੱਚਾ ਉਹਨਾਂ ਤੋਂ ਬਚਣਾ ਚਾਹੁੰਦਾ ਹੈ। ਇਸ ਤਰ੍ਹਾਂ ਨਾਲ ਸੰਗਤ ਜੀ ਜਿਹੜਾ ਸੁਸਾਇਟੀ ਨੂੰ ਅਵੇਅਰ ਕੀਤਾ ਜਾ ਸਕਦਾ ਹੈ। ਪੰਜਾਬੀ ਤੇ ਗੁਰਮੁਖੀ ਨਾਲ ਸਾਂਝ ਪਾ ਕੇ ਅਸੀਂ ਜਿਹੜਾ ਆਪਣੇ ਗ੍ਰੰਥ ਨਾਲ ਵੀ ਜੁੜਾਂਗੇ, ਆਪਣੇ ਵਿਰਸੇ ਨਾਲ ਜੁੜਾਂਗੇ, ਆਪਣੀ ਵਿਰਾਸਤ ਨਾਲ ਜੁੜਾਂਗੇ। ਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਸੰਗਤ ਜੀ, ਤੁਸੀਂ ਜਗ੍ਹਾ ਜਗ੍ਹਾ ਰੋਡ ਦੇ ਉੱਤੇ ਪੰਜਾਬੀ 'ਚ ਬੋਰਡ ਲੱਗੇ ਦੇਖਦੇ ਹੋ, ਤੁਹਾਨੂੰ ਲੱਗਦਾ ਹੈ ਤੁਸੀਂ ਪੰਜਾਬੀ ਦੇ ਜਾਣਕਾਰ ਹੋ, ਤੇ ਤੁਹਾਨੂੰ ਲੱਗਦਾ ਯਾਰ ਪੰਜਾਬੀ 'ਚ ਨਾ ਗਲਤ ਲੱਗਿਆ। ਹੁਣ ਗਲਤ ਤਾਂ ਤੁਹਾਨੂੰ ਨਜ਼ਰ ਆ ਗਿਆ, ਤੁਸੀਂ ਉਸਦੀ ਫੋਟੋ ਨਹੀਂ ਖਿੱਚਣਾ ਚਾਹੁੰਦੇ, ਫੋਟੋ ਦਾ ਡਾਂਸ ਕਰਦਿਆਂ ਦੀ ਖਾਂਦਿਆਂ ਦੀ ਉਹ ਖਿੱਚਣਾ ਚਾਹੁੰਦੇ ਹੋ। ਅਗਰ ਬੋਰਡ ਗਲਤ ਲੱਗਿਆ, ਤੁਸੀਂ ਉਹਦੀ ਫੋਟੋ ਖਿੱਚੋ ਤੇ ਚਿੱਠੀ ਦੇ ਵਿੱਚ ਲਿਖੋ, ਇੱਕ ਪੋਸਟ ਕਾਰਡ ਲੈ ਕੇ ਸਰਕਾਰ ਨੂੰ, ਕਿ ਆਹ ਬੋਰਡ ਗਲਤ ਲੱਗਿਆ, ਇਹਨੂੰ ਠੀਕ ਕਰਾਓ। ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਨੈਤਿਕ ਤੌਰ ਤੇ। ਅਸੀਂ ਸਰਕਾਰ ਨੂੰ ਜਾ ਕੇ ਕਹਿੰਦੇ ਨੇ ਬੋਰਡ ਗਲਤ ਲੱਗਾ ਹੈ, ਤਾਂ ਕਹਿੰਦੇ ਤੂੰ ਤਾਂ ਐਵੇਂ ਰੋਲਾ ਪਾਉਣਾ, ਤੁਹਾਡੀ ਆਦਤ ਹੈਗੀ ਹੈ। ਸਾਡੇ ਕੋਲ ਤਾਂ ਇੱਕ ਵੀ ਚਿੱਠੀ ਨਹੀਂ ਆਈ। ਤੁਸੀਂ ਕਹਿੰਦੇ 45% ਲੋਕ ਦਿੱਲੀ 'ਚ ਹਨ, ਪੰਜਾਬੀ ਦੇ ਜਾਣਕਾਰ ਹਨ। ਚਿੱਠੀ ਪਾ ਦਿਆ ਕਰੋ ਹਫ਼ਤੇ ਦੇ ਵਿੱਚ, 10 ਦਿਨ ਦੇ ਵਿੱਚ ਸਰਕਾਰ ਨੂੰ। ਚਿੱਠੀ ਦੀ ਸੁਣਵਾਈ ਹੈ, ਅੱਜ ਵੀ ਸੁਣਵਾਈ ਹੈ। ਮੈਂ ਫੇਰ ਕਹਿ ਰਿਹਾ ਤੁਹਾਨੂੰ, ਮੇਲ ਜਿਹੜੀ ਹੈ ਨਾ, ਈਮੇਲ, ਉਹ ਵੀ ਪੰਜਾਬੀ 'ਚ ਪਾ ਸਕਦੇ ਹੋ ਤੁਸੀਂ। ਇਹ ਦੇਖੋ ਸਾਹਮਣੇ ਉਹ ਸ਼ਖਸੀਅਤ ਜਿਹੜੀ ਹੈ ਵਰਿੰਦਰ ਸ਼ਰਮਾ ਜੀ ਨੇ ਜ਼ਿਕਰ ਕੀਤਾ ਸੀ, ਨਾਲ ਹੀ ਕੁਲਵੰਤ ਸਿੰਘ ਜੀ ਹਨ ਹੇਠਲੀ ਫੋਟੋ ਦੇ ਅੰਦਰ। ਉਸ ਤੇ ਹੇਠਾਂ ਜਿਹੜਾ ਜਸਮੀਤ ਸੰਧੂ ਹੈ, ਆਪਣੀ ਫੈਮਿਲੀ ਦੇ ਨਾਲ ਖੜਾ ਹੋਇਆ। ਇਹ ਜਿਹੜੇ ਸਿਵਲ ਸਰਵਿਸ ਬੱਚੇ ਆ ਚੁੱਕੇ ਹਨ। ਇਸ ਲਈ ਸੰਗਤ ਜੀ ਤੁਸੀਂ ਇਹਨਾਂ ਕਾਰਜਾਂ ਲਈ ਅੱਗੇ ਆਓ। ਪੰਜਾਬੀ ਦੇ ਅੰਦਰ ਬਹੁਤ ਮੌਕੇ ਹਨ, ਕੋਸ਼ਿਸ਼ ਕਰੋ ਅਸੀਂ ਪੰਜਾਬੀ ਨੂੰ ਦਿਲੋਂ ਅਪਣਾਈਏ ਤੇ ਨਾਲ ਕੈਰੀਅਰ ਬਣਾਈਏ, ਤੇ ਨਾਲ ਬੱਚਿਆਂ ਨੂੰ ਅੱਗੇ ਐਨਕਰੇਜ ਕਰੀਏ, ਮੋਟੀਵੇਟ ਕਰੀਏ। ਸਮਾਂ ਬਹੁਤ ਹੋ ਚੁੱਕਾ ਹੈ, ਗੱਲਾਂ ਬਹੁਤ ਕਰਨ ਵਾਲੀਆਂ ਹਨ। ਫਿਰ ਕਿਸੇ ਅਗਲੇ ਸੈਸ਼ਨ 'ਚ ਆਪਾਂ ਗੱਲਾਂ ਕਰਾਂਗੇ। ਤੇ ਗੱਲਬਾਤ ਕਰਦਿਆਂ, ਵਿਚਾਰ ਚਰਚਾ ਦੌਰਾਨ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਤਾਂ ਸੰਗਤ ਜੀ ਮਾਫੀ ਦਾ ਹੱਕਦਾਰ ਆ, ਬਖਸ਼ ਲੈਣਾ। ਧੰਨਵਾਦੀ ਹਾਂ ਆਪਣੇ ਵੀਰਾਂ ਦਾ, ਜਿਨ੍ਹਾਂ ਨੇ ਅੱਜ ਮੈਨੂੰ ਜਿਹੜਾ ਮੌਕਾ ਦਿੱਤਾ ਤੁਹਾਡੇ ਨਾਲ ਗੱਲਬਾਤ ਕਰਨ ਦਾ। ਤੁਹਾਡੀ ਕੋਈ ਸਮੱਸਿਆ ਹੋਏ, ਕੋਈ ਗੱਲਬਾਤ ਕਰਨਾ ਚਾਹੁੰਦੇ ਹੋ, ਕੋਈ ਸਵਾਲ ਜਵਾਬ ਹੋਏ, ਤੇ ਮੈਂ ਆਪਣੀ ਬੁੱਧੀ ਦੇ ਅਨੁਸਾਰ ਤੁਹਾਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੇਰਾ ਮੋਬਾਈਲ ਨੰਬਰ ਹੈ ਜੀ 9212632234, 9212632234। ਜਦੋਂ ਕਿਸੇ ਨੂੰ ਕਹਿੰਦੇ ਨਾ 9212632234, ਇੰਗਲਿਸ਼ 'ਚ ਬੋਲੋ ਜੀ। 9212632234। ਸਕੂਲ ਟਾਈਮ 'ਚ ਚੁੱਕਦੇ ਨਹੀਂ ਫੋਨ, ਜਦੋਂ ਕਲਾਸ 'ਚ ਹੁੰਦੇ ਆ। ਕਈ ਵਾਰ ਹੁੰਦਾ ਕਿ ਬੰਦਾ ਫੋਨ ਮਾਰੀ ਜਾਂਦਾ ਹੈ ਤੇ ਅਸੀਂ ਨਹੀਂ ਚੁੱਕਦੇ, ਪਤਾ ਨਹੀਂ ਕਿਉਂ ਨਹੀਂ ਫੋਨ ਚੁੱਕ ਰਹੇ। ਹੁਣ ਕਲਾਸ 'ਚ ਹੈਗੇ ਆ, ਬੱਚੇ ਨੂੰ ਪੜ੍ਹਾ ਰਹੇ ਆ, ਕੰਮ ਕਰ ਰਹੇ ਆ, ਤੇ ਕਲਾਸ ਫੋਨ ਅਲਾਉਡ ਨਹੀਂ ਹੁੰਦਾ ਚੁੱਕਣਾ। ਹਾਂਜੀ, ਦੁਪਹਿਰ ਤੋਂ ਬਾਅਦ ਤੁਸੀਂ ਗੱਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਵੀਰ ਪ੍ਰਕਾਸ਼ ਸਿੰਘ ਜੀ ਦਾ, ਜਿਨ੍ਹਾਂ ਨੇ ਅੱਜ ਬੜੀਆਂ ਸਾਰੀਆਂ ਨਵੀਆਂ ਸਾਨੂੰ ਐਸੀਆਂ ਗੱਲਾਂ ਦਸੀਆਂ ਪੰਜਾਬੀ ਬਾਰੇ। ਮੇਰੇ ਖਿਆਲ ਬਹੁਤਿਆਂ ਨੂੰ ਨਹੀਂ ਪਤਾ ਹੋਣੀਆਂ ਇਹ ਗੱਲਾਂ। ਕਿੱਡੀ ਅਸੀਂ ਆਮ ਤੌਰ ਤੇ ਦੇਖੋ, ਪਤਾ ਕੀ ਹੁੰਦਾ ਹੈ, ਅੱਜ ਸਾਡੇ ਮਨ ਵਿੱਚ ਵੀ ਇਹ ਗੱਲ ਹੈ, ਤੇ ਇਹ ਗੱਲ ਸਾਡੇ ਮਨਾਂ ਵਿੱਚ ਵਸਾ ਦਿੱਤੀ ਗਈ ਕਿ ਪੰਜਾਬੀ ਸਿੱਖਾਂ ਦੀ ਭਾਸ਼ਾ ਹੈ। ਪਰ ਜਦੋਂ ਤੁਸੀਂ ਵਰਿੰਦਰ ਸ਼ਰਮਾ ਨੂੰ ਦੇਖਦੇ ਹੋ ਤੇ ਭੁਲੇਖਾ ਦੂਰ ਹੋ ਜਾਂਦਾ ਹੈ। ਜਦੋਂ ਕਿਸੇ ਮੁਸਲਮਾਨ ਨੂੰ ਤੁਸੀਂ ਪੰਜਾਬੀ ਬੋਲਦੇ ਦੇਖੋ ਤੇ ਤੁਹਾਡਾ ਭੁਲੇਖਾ ਦੂਰ ਹੋ ਜਾਏਗਾ। ਪੰਜਾਬੀ ਭਾਸ਼ਾ ਕਿਸੇ ਧਰਮ ਦੀ ਨਹੀਂ ਹੈ,
ਪੰਜਾਬੀ ਭਾਸ਼ਾ ਪੰਜਾਬ ਦੀ ਹੈ ਤੇ ਪੰਜਾਬ ਬੜਾ ਵੱਡਾ ਹੈ। ਕਿਸੇ ਵੇਲੇ ਦਿੱਲੀ ਵੀ ਪੰਜਾਬ ਦਾ ਹਿੱਸਾ ਸੀ। ਪਾਕਿਸਤਾਨ ਦੇ ਪੰਜਾਬ ਵਿੱਚ ਜਾ ਕੇ ਦੇਖੋ, ਠੀਕ ਹੈ ਉਹਨਾਂ ਦੀ ਲਿਪੀ ਸ਼ਾਹਮੁਖੀ ਹੈ, ਪਰ ਉਹਨਾਂ ਦੀ ਜਦੋਂ ਪੰਜਾਬੀ ਤੁਸੀਂ ਸੁਣਦੇ ਹੋ ਕਿਤੇ ਕਿਤੇ ਆਪਾਂ YouTube ਤੇ ਵੇਖੀਏ ਜਾਂ ਜਿਹੜੇ ਕਿਤੇ ਪਾਕਿਸਤਾਨ ਗੁਰਦੁਆਰਾ ਸਾਹਿਬਾਨ ਦੇ ਦਰਸ਼ਨਾਂ ਨੂੰ ਜਾਂਦੇ ਨੇ, ਉਹ ਆ ਕੇ ਦੱਸਦੇ ਨੇ ਕਿ ਉੱਥੋਂ ਦੇ ਮੁਸਲਮਾਨ ਵੀਰ ਜਿਹੜੇ ਨੇ ਉਹ ਬੜੀ ਮਿੱਠੀ ਪੰਜਾਬੀ ਬੋਲਦੇ ਨੇ। ਹਾਂਜੀ, ਉਹ ਮਾਝਾ ਹੀ ਹੈ ਨਾ ਜੀ ਸਾਰਾ। ਅੰਮ੍ਰਿਤਸਰ ਤੇ ਲਾਹੌਰ 'ਚ ਫਰਕ ਕਿੰਨਾ ਹੈ? ਅੱਧੇ ਪੌਣੇ ਘੰਟੇ ਦਾ ਰਸਤਾ ਸਾਰਾ। ਭਾਵੇਂ ਮੈਂ ਗਿਆ ਨਹੀਂ ਕਦੇ, ਪਰ ਅੰਦਾਜ਼ਾ ਆਪਾਂ ਸੁਣਿਆ ਪੜਿਆ ਸਾਰਿਆਂ ਨੇ। ਬੋਲਦੇ ਨੇ ਜੀ, ਬਿਲਕੁਲ ਬੋਲਦੇ ਨੇ, ਪਰ ਅਸੀਂ ਭੁੱਲਦੇ ਜਾ ਰਹੇ ਹਾਂ। ਅੱਜ ਦੇ ਇਸ ਸੈਸ਼ਨ ਤੋਂ ਬਾਅਦ ਇਹ ਵੀਰ ਜੀ ਦੇ ਇਸ ਸਾਡੇ ਨਾਲ ਜਿਹੜੀਆਂ ਸੱਚੀਆਂ ਗੱਲਾਂ ਇਹਨਾਂ ਨੇ ਕੀਤੀਆਂ, ਇੱਕ ਬੜਾ ਸਾਨੂੰ ਇਸ ਚੀਜ਼ ਦੇ ਵਿੱਚ ਅਸਰ ਹੋਣਾ ਚਾਹੀਦਾ ਹੈ ਕਿ ਘੱਟੋ ਘੱਟ ਅਸੀਂ ਇਹਦੀ ਸ਼ੁਰੂਆਤ ਆਪਣੇ ਘਰ ਤੋਂ ਕਰੀਏ, ਘਰ ਦੇ ਵਿੱਚ ਬੱਚਿਆਂ ਨਾਲ ਬੋਲੀਏ। ਅੱਜ ਇੱਥੇ ਅਸੀਂ ਪੰਜਾਬ 'ਚ ਬੈਠੇ ਪੰਜਾਬੀ ਬੱਚਿਆਂ ਨਾਲ ਨਹੀਂ ਬੋਲਦੇ। ਮੈਨੂੰ ਇੱਕ ਵੀਰ ਨੂੰ ਮਿਲਣ ਦਾ ਮੌਕਾ ਮਿਲਿਆ, ਉਹ ਇੰਗਲੈਂਡ ਰਹਿੰਦੇ ਨੇ। ਉਹ ਕਹਿੰਦੇ ਇੰਗਲੈਂਡ ਵਿੱਚ ਮੈਂ ਆਪਣੇ ਬੱਚਿਆਂ ਦੇ ਉੱਤੇ ਇੱਕ ਸ਼ਰਤ ਲਾਈ ਹੈ ਵੀ ਜੇ ਤੁਸੀਂ ਮੇਰੇ ਨਾਲ ਘਰ ਵਿੱਚ ਪੰਜਾਬੀ ਤੋਂ ਬਿਨਾਂ ਕਿਸੇ ਦੂਸਰੀ ਬੋਲੀ 'ਚ ਗੱਲ ਕਰੋਗੇ ਨਾ ਤੇ ਤੁਹਾਡੀ ਪਾਕਟ ਮਨੀ 'ਚ ਕੱਟ ਹੋ ਜਾਏਗਾ। ਇੱਕ ਵਾਰੀ ਤੁਸੀਂ ਕੋਈ ਦੂਜਾ ਲਫ਼ਜ਼ ਲੈ ਲਿਆ ਤਾਂ ਤੁਹਾਡੀ ਕਟਿੰਗ ਕਟੌਤੀ ਹੋ ਗਈ। ਬਾਹਰ ਜਾ ਰਹੇ ਹੋ, ਮਜਬੂਰੀ ਹੈ, ਕਿਤੇ ਬੋਲਣਾ ਪਏਗਾ ਤੁਹਾਨੂੰ ਦੂਸਰੀ ਭਾਸ਼ਾ ਦੇ ਵਿੱਚ, ਤੇ ਬੋਲੋ। ਪਰ ਘਰ ਦੇ ਵਿੱਚ ਘੱਟੋ ਘੱਟ ਸਾਨੂੰ ਵੀ ਇਹ ਕਾਨੂੰਨ, ਇਹ ਰੂਲ ਆਪਣੇ ਘਰਾਂ ਵਿੱਚ ਲਾਗੂ ਕਰਨੇ ਚਾਹੀਦੇ ਨੇ ਕਿ ਅਸੀਂ ਆਪਣੇ ਆਪ ਨਾਲ, ਆਪਣੇ ਬੱਚਿਆਂ ਦੇ ਨਾਲ, ਆਪਣੇ ਲਹਿਜੇ ਦੇ ਵਿੱਚ, ਆਪਣੇ ਦੋਸਤ ਮੰਡਲਾਂ ਦੇ ਵਿੱਚ, ਆਪਣੀ ਰਿਸ਼ਤੇਦਾਰੀ ਦੇ ਵਿੱਚ ਅਸੀਂ ਜ਼ਰੂਰ ਪੰਜਾਬੀ 'ਚ ਗੱਲ ਕਰੀਏ। ਅਸੀਂ ਜਾਣਬੁੱਝ ਕੇ ਕਿਸੇ ਦੂਸਰੇ ਨਾਲ, ਕਈ ਵਾਰੀ ਭੁਲੇਖਾ ਪੈਂਦਾ, ਬੈਠੇ ਨੇ ਸਾਹਮਣੇ ਭਾਈ ਸਾਹਿਬ, ਜੇ ਮੈਨੂੰ ਇੱਥੇ ਨਾ ਹੋਣ ਪਤਾ ਨਹੀਂ, ਅਸੀਂ ਆਮ ਤੌਰ ਤੇ ਸਾਨੂੰ ਇਹ ਮਨ ਵਿੱਚ ਭੁਲੇਖਾ ਕਿਉਂਕਿ ਪਾ ਦਿੱਤਾ ਗਿਆ ਕਿ ਪੰਜਾਬੀ ਜਿਹੜੀ ਹੈ ਉਹ ਸਿਰਫ ਸਿੱਖਾਂ ਦੀ ਭਾਸ਼ਾ ਨਹੀਂ। ਜਦੋਂ ਤੁਸੀਂ ਕਿਸੇ ਨਾਨ ਸਿੱਖ ਨਾਲ ਗੱਲ ਕਰੋ, ਮੈਨੂੰ ਬੜੀ ਪੁਰਾਣੀ ਗੱਲ ਆ ਗਈ। ਮੈਂ ਦਿੱਲੀ 'ਚ ਨਵਾਂ ਆਇਆ ਸੀ, ਮੈਂ ਵੈਸੇ ਲੁਧਿਆਣੇ ਤੋਂ ਆਇਆ ਹੋਇਆ ਇੱਥੇ, ਤੇ ਮੈਂ ਕਿਸੇ ਨੂੰ ਮਿਲਿਆ ਤੇ ਉਹ ਡਾਕਟਰ ਸਨ, ਤੇ ਮੈਂ ਉਹਨਾਂ ਨਾਲ ਹਿੰਦੀ 'ਚ ਬੋਲਣਾ ਸ਼ੁਰੂ ਕਰਤਾ। ਕਹਿੰਦੇ ਕੀ ਹੋਇਆ ਤੈਨੂੰ? ਮੈਂ ਵੀ ਤੇਰੇ ਵਰਗਾ ਹੀ ਹਾਂ, ਪੰਜਾਬੀ ਬੜੀ ਵਧੀਆ ਬੋਲਦਾ। ਸੋ ਇਹ ਜ਼ਰੂਰੀ ਹੈ। ਹੁਣੇ ਵੀਰ ਜੀ ਨੇ ਵੀ ਗੱਲ ਕੀਤੀ ਕਿ ਦਿੱਲੀ ਦੇ 45% ਲੋਕ ਜਿਹੜੇ ਨੇ ਪੰਜਾਬੀ ਦੇ ਜਾਣਕਾਰ ਨੇ, ਪਰ ਜਦੋਂ ਤੁਸੀਂ ਸਕੂਲਾਂ ਦੇ ਰਿਕਾਰਡ 'ਚ ਵੇਖੋ, ਹੁਣੇ ਵੀਰ ਜੀ ਨੇ ਕਿਹਾ ਵੀ ਸਾਡੇ ਕੋਲ ਕੋਈ ਰਿਕਾਰਡ ਨਹੀਂ, ਕੋਈ ਚਿੱਠੀ ਨਹੀਂ। ਤੁਸੀਂ ਆਪਣਾ ATM ਯੂਜ਼ ਕਰਦੇ ਆ ਆਪਾਂ ਸਾਰੇ। ਅੱਜ ATM ਦੇ ਵਿੱਚ ਜਦੋਂ ਆਪਸ਼ਨ ਆਉਂਦਾ ਨਾ ਵੀ ਤੁਸੀਂ ਕਿਹੜੀ ਭਾਸ਼ਾ ਲੈਣੀ ਹੈ, ਜੇ ਪੰਜਾਬੀ ਦਾ ਹੋਵੇ ਤਾਂ ਉੱਥੇ ਜ਼ਰੂਰ ਪੰਜਾਬੀ ਦੱਬਿਆ ਕਰੋ। ਜਿੰਨਾ ਤੁਸੀਂ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਇਸਤੇਮਾਲ ਕਰੋਗੇ, ਉਹਨਾਂ ਉੱਥੇ ਤੁਹਾਡਾ ਰਿਕਾਰਡ ਪਹੁੰਚੇਗਾ ਵੀ ਇੱਥੇ ਪੰਜਾਬੀ ਵਾਲਿਆਂ ਨੇ, ਤੇ ਤੁਹਾਡਾ ਇੱਕ ਅਸਰ ਪਏਗਾ। ਸੋ ਕਿਰਪਾ ਕਰੀਏ, ਅਸੀਂ ਇਹ ਜ਼ਰੂਰੀ ਹੈ। ਬਹੁਤ ਸੌਖਾ ਹੈ ਪੰਜਾਬੀ ਨੂੰ ਸਿੱਖਣਾ, ਬਹੁਤ ਸੌਖਾ ਹੈ, ਪਰ ਗੱਲ ਇਹ ਵੀ ਅਸੀਂ ਉਹਨਾਂ ਹੀ ਔਖਾ ਬਣਾ ਦਿੱਤਾ ਕਿਉਂਕਿ ਅਸੀਂ ਹੁਣ ਬੋਲਦੇ ਹੀ ਨਹੀਂ ਪਏ। ਜਿੱਥੇ ਆਪਾਂ ਬੈਠੇ ਆ, ਖੜੇ ਆ ਗੁਰਮਾਤਾ ਸੁੰਦਰੀ ਕਾਲਜ ਦੇ ਵਿੱਚ, ਮੈਨੂੰ ਯਾਦ ਹੈ ਡਾਕਟਰ ਸਤਨਾਮ ਕੌਰ ਜੀ ਪ੍ਰਿੰਸੀਪਲ ਹੁੰਦੇ ਸਨ ਇੱਥੇ, ਤੇ ਮੈਂ ਉਹਨਾਂ ਕੋਲ ਆਇਆ। ਮੇਰੇ ਮਾਲਕ ਮਕਾਨ ਸਨ, ਉਹ ਸ਼ਰਮਾ ਪਰਿਵਾਰ ਸੀ, ਜਿਵੇਂ ਵਰਿੰਦਰ ਸ਼ਰਮਾ ਦੀ ਆਪਾਂ ਗੱਲ ਸੁਣੀ। ਉਹਨਾਂ ਦੀ ਬਿਟੀਆ ਦੀ ਐਡਮਿਸ਼ਨ ਸੀ, ਤੇ ਮੈਂ ਆਇਆ, ਮੈਂ ਮੈਡਮ ਨੂੰ ਕਿਹਾ, ਮੈਂ ਕਿਹਾ ਇਹਦੀ ਐਡਮਿਸ਼ਨ ਕਰਵਾਉਣੀ ਹੈ। ਸਾਕਸ਼ੀ ਨਾਮ ਸੀ ਬੱਚੀ ਦਾ, ਹੁਣ ਤਾਂ ਉਹ ਆਪ ਬੱਚਿਆਂ ਦੀ ਮਾਂ ਬਣੀ ਹੋਈ ਹੈ। ਤੇ ਉਹ ਕਹਿੰਦੇ ਜੀ ਸਾਡੇ ਕੋਲ ਤਾਂ ਸੀਟ ਖਾਲੀ ਨਹੀਂ ਹੈਗੀ। ਮੈਂ ਕਿਹਾ ਮੈਡਮ ਬਹੁਤ ਜ਼ਰੂਰੀ ਹੈ, ਮੇਰਾ ਪਰਿਵਾਰਕ ਸਮਝ ਲਓ ਕੇਸ ਹੈ। ਕਹਿੰਦੀ ਇੱਕ ਸ਼ਰਤ ਤੇ ਦੇਵਾਂਗੇ ਐਡਮਿਸ਼ਨ। ਮੈਂ ਕਿਹਾ ਜੀ ਦੱਸੋ? ਕਹਿੰਦੇ ਇਹਨੂੰ ਪੰਜਾਬੀ ਪੜ੍ਹਨੀ ਪਏਗੀ। ਮੈਂ ਕਿਹਾ ਜੀ ਮਨਜ਼ੂਰ ਹੈ। ਕਹਿੰਦੇ ਇਹਨਾਂ ਦਾ ਸਕੂਲ 'ਚ ਪੰਜਾਬੀ ਨਹੀਂ ਪੜ੍ਹੀ। ਮੈਂ ਕਿਹਾ ਮੇਰੀ ਬੇਟੀਆਂ ਨੂੰ ਸਿਖਾ ਦੇਗੀ। ਔਰ ਸੱਚ ਜਾਣੇ ਹੋਣੇ ਵੀਰ ਜੀ ਨੇ ਜਿਵੇਂ ਗੱਲ ਕੀਤੀ ਨਾ, ਮੈਨੂੰ ਯਾਦ ਆ ਗਈ ਬੈਠੇ ਬੈਠੇ। ਮੇਰੀ ਲੜਕੀ ਨੇ ਉਹਨੂੰ ਪੰਜਾਬੀ ਸਿਖਾਈ, ਲਗਭਗ ਇੱਕੋ ਜਿਹੀ ਉਮਰ ਸੀ, ਔਰ ਉਹਨੇ ਆਪਣੇ ਪੰਜਾਬੀ ਦੇ ਪਹਿਲੇ ਸਾਲ ਵਿੱਚ ਇੱਥੇ ਕਾਲਜ ਡਿਸਟਿੰਕਸ਼ਨ ਲਈ। ਉਹ ਪੜ੍ਹੀ ਨਹੀਂ ਹੋਈ +2 ਤੱਕ ਪੰਜਾਬੀ, ਔਰ BA ਵਿੱਚ ਪਹਿਲੇ ਸਾਲ ਵਿੱਚ ਆ ਕੇ ਉਹਨੇ ਪੰਜਾਬੀ ਸਿੱਖੀ ਔਰ ਪੰਜਾਬੀ ਦੇ ਵਿੱਚ ਸਭ ਤੋਂ ਉੱਪਰ ਹੋ ਗਈ। ਸੋ ਇਹ ਬੜਾ ਸੌਖਾ ਕੰਮ ਹੈ, ਸਾਨੂੰ ਇਹਨੂੰ ਅਪਣਾਉਣਾ ਚਾਹੀਦਾ। ਜ਼ਿਆਦਾ ਸਮਾਂ ਹੋ ਗਿਆ ਪਹਿਲਾਂ ਹੀ। ਮੈਂ ਬੇਨਤੀ ਕਰਾਂਗਾ ਵੀਰ ਜਤਿੰਦਰਪਾਲ ਸਿੰਘ ਜੀ ਗੋਲਡੀ ਵੀਰ ਜੀ ਨੂੰ, ਉਸਤਾਦ ਪ੍ਰਕਾਸ਼ ਸਿੰਘ ਜੀ ਦਾ ਸਨਮਾਨ ਕਰਨਗੇ, ਜਿਨ੍ਹਾਂ ਨੇ ਅੱਜ ਸਾਨੂੰ ਬੜੀਆਂ ਸਾਡੀ ਮਾਂ ਬੋਲੀ ਦੀਆਂ ਗੱਲਾਂ ਯਾਦ ਕਰਾਈਆਂ ਨੇ। ਹੁਣ ਅੱਜ ਕੱਲ੍ਹ ਦੇ ਪਤਾ ਲੋਕ ਕੀ ਕਹਿੰਦੇ ਨੇ, ਮਾਂ ਬੋਲੀ ਨਹੀਂ ਰਹਿ ਗਈ, ਨਾਨੀ ਦਾਦੀ ਬੋਲੀ ਬਣ ਗਈ ਹੈ। ਕਿਉਂਕਿ ਅੱਜ ਦੀਆਂ ਮਾਵਾਂ ਵੀ ਇਹਦੇ ਤੋਂ ਦੂਰ ਹੋ ਗਈਆਂ, ਤਾਂ ਆਪਾਂ ਇਹ ਵੀ ਤਿਆਰੀ ਰੱਖੀਏ ਕਿ ਇਹ ਮਾਂ ਬੋਲੀ ਹੀ ਰਵੇ। ਬੋਲੇ ਸੋ ਨਿਹਾਲ। ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਵੀਰ ਪ੍ਰਕਾਸ਼ ਸਿੰਘ ਜੀ ਦਾ, ਆਪ ਸਭ ਦਾ। ਹੁਣ ਟੀ ਬ੍ਰੇਕ ਦਾ ਟਾਈਮ ਹੈ ਜੀ, ਆਪਾਂ ਚਾਹ ਪੀਵਾਂਗੇ, ਉਸ ਤੋਂ ਬਾਅਦ ਫਿਰ ਆਪਾਂ ਦੂਸਰੇ ਲੈਕਚਰ ਲਈ ਫਿਰ ਇੱਥੇ ਇਕੱਠੇ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।